ਨਾ ਹੀ ਹੁੰਦੇ ਹਾਂ TRP ਦੀ ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਵੇਖਣਾ ਨਾ ਭੁੱਲਣਾ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਵਿਦ TV ਪੰਜਾਬੀ ਦੁਨੀਆ, ਆਪਣੀ ਬੋਲੀ ਆਪਣੀ। ਤੁਸੀਂ ਵੇਖ ਰਹੇ ਹੋ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੇਰੇ ਨਾਲ ਅੱਜ ਨੇ ਸਾਡੇ ਇੱਥੋਂ ਦੇ ਪ੍ਰਸਿੱਧ ਵਿਦਵਾਨ ਨੇ, ਸਾਰੇ ਦੋਸਤ ਟੋਰਾਂਟੋ ਵਾਲੇ, ਉਹਨਾਂ ਦੀ ਸ਼ਖਸੀਅਤ ਤੋਂ ਬਾਖੂਬੀ ਜਾਣੂ ਨੇ। ਡਾਕਟਰ ਸੁਲੇਮਾਨ ਨਾਜ਼ਰੀ ਸਾਡੀ ਸੁਸਾਇਟੀ ਦੇ ਇੰਟੈਲੈਕਚੁਅਲ ਪਰਸਨ ਜਿਹੜੇ ਆ ਉਹਨਾਂ 'ਚੋਂ ਇੱਕ ਉਹਨਾਂ ਦਾ ਨਾਂ, ਔਰ ਹਮੇਸ਼ਾ ਉਹ ਸਰਗਰਮ ਰਹਿੰਦੇ ਨੇ। ਬਹੁਤ ਸਾਰੇ ਮੇਰੇ ਵਰਗਿਆਂ ਨੂੰ ਮੀਡੀਆ ਦੀ ਉਂਗਲ ਫੜ ਕੇ ਸਿਖਾਉਣ ਵਾਲਿਆਂ 'ਚ ਡਾਕਟਰ ਸਾਹਿਬ ਜਿਹੜੇ ਨੇ ਉਹ ਸ਼ੁਮਾਰ ਨੇ। ਬਹੁਤ ਸਾਰੀਆਂ ਯਾਦਾਂ ਸਾਡੀਆਂ ਜੁੜੀਆਂ ਹੋਈਆਂ। ਹਰ ਵਾਰੀ ਜਦੋਂ ਪ੍ਰੋਗਰਾਮ ਕਰਦੇ ਹਾਂ ਤਾਂ ਇਹ ਗੱਲ ਯਾਦ ਆਉਂਦੀ ਆ ਕਿ ਕਿਸ ਤਰ੍ਹਾਂ ਡਾਕਟਰ ਸਾਹਿਬ ਦੇ ਨਾਲ ਆਪਾਂ ਇਹ ਸਾਰਾ ਕੁਝ ਸਿੱਖ ਰਹੇ ਸੀਗੇ। ਔਰ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਡਾਕਟਰ ਸਾਹਿਬ ਦਾ ਕਿ ਜਦੋਂ ਵੀ ਆਵਾਜ਼ ਮਾਰੀਏ ਆਉਂਦੇ। ਮੈਂ ਚਾਹਾਂਗਾ ਕਿ ਉਹ ਇੱਕ ਦਿਨ ਹਫ਼ਤੇ ਦਾ ਪੱਕਾ ਪ੍ਰੋਗਰਾਮ ਕੋਈ ਜਿਹੜਾ ਉਹਨਾਂ ਦਾ ਫਿਕਸ ਡੇ ਹੋਵੇ ਤਾਂ ਕਰ ਲਿਆ ਕਰਨ, ਤੇ ਸਾਨੂੰ ਵੀ ਚੰਗਾ ਲੱਗੇਗਾ, ਸਾਡੇ ਦਰਸ਼ਕਾਂ ਨੂੰ ਵੀ ਚੰਗਾ ਲੱਗੇਗਾ। ਚਲੋ ਅੱਜ ਅਸੀਂ ਲੇਟ ਹਾਂ ਥੋੜ੍ਹਾ, ਅਤੇ ਡਾਕਟਰ ਸਾਹਿਬ ਨਾਲ ਥੋੜ੍ਹੀ ਜਿਹੀ ਕਰ ਲਈਏ ਗੱਲਬਾਤ। ਸਵਾਗਤ ਹੈ ਡਾਕਟਰ ਨਾਜ਼, ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਬਹੁਤ ਬਹੁਤ ਧੰਨਵਾਦ। ਕੋਈ ਗੱਲ ਨਹੀਂ, ਇੱਦਾਂ ਹੋ ਜਾਂਦਾ ਕਦੀ ਕਦੀ। ਹਾਂਜੀ, ਲੇਟ ਹੋ ਗਏ ਪਰ ਫਿਰ ਵੀ ਦੁਰਸਤ ਅਸੀਂ ਠੀਕ ਹੀ ਹਾਂ। ਆਪਾਂ ਆਲਵੇਜ਼ ਹੀ ਠੀਕ ਹੁੰਨੇ ਸਰ। ਜਦੋਂ ਗਲਤੀ ਮੰਨਣੀ ਨਹੀਂ ਤੇ ਫਿਰ ਠੀਕ ਹੀ ਠੀਕ ਹੈ ਜੀ। ਗਲਤੀ ਮੰਨ ਲੈਣ 'ਚ ਕੋਈ ਗਲਤੀ ਨਹੀਂ ਹੈ, ਟੈਕਨੋਲੋਜੀ ਹੈ। ਫਰਜ਼ ਕਰੋ ਆਪਾਂ ਹੁਣ ਕਰ ਰਹੇ ਹਾਂ ਜੀ ਆਪਣੇ, ਹਾਂਜੀ ਆਪਣੇ ਦਰਸ਼ਕਾਂ ਕੋਲ ਮਾਫੀ ਮੰਗਦੇ ਹਾਂ ਕਿ ਕੁਝ ਇੱਕ ਮਜਬੂਰੀਆਂ ਹੋ ਜਾਂਦੀਆਂ ਕਿਸੇ ਵੇਲੇ, ਜਿਹਦਾ ਕਰਕੇ ਅਸੀਂ ਥੋੜਾ ਜਿਹਾ ਲੇਟ ਜਿਹੜਾ ਸ਼ੋਅ ਜਿਹੜਾ। ਵੈਸੇ ਹਰਜੀਤ ਜੀ ਮੈਂ ਤੁਹਾਡਾ ਕਰਕੇ ਬੈਠਾ, ਨਹੀਂ ਤਾਂ ਮੈਂ ਚੱਲ ਜਾਣਾ ਸੀ। ਹਾਂਜੀ ਡਾਕਟਰ ਸਾਹਿਬ ਮੈਨੂੰ ਪਤਾ। ਸੋ ਡਾਕਟਰ ਸਾਹਿਬ ਆਪਾਂ ਅੱਜ ਬਹੁਤਾ ਲੰਬੇ ਚੌੜੇ ਵਿਸ਼ੇ ਭਾਵੇਂ ਨਾ ਛੇੜੀਏ, ਕੁਝ ਕੁ ਗੱਲਾਂ ਤੁਹਾਡੇ ਨਾਲ ਜ਼ਰੂਰੀ ਕਰਨ ਵਾਲੀਆਂ ਨੇ। ਉਹ ਇਹ ਆ ਕਿ ਅਸੀਂ ਜਿਹੜੇ ਯੁੱਗ ਵਿੱਚ ਜੀ ਰਹੇ ਹਾਂ, ਜਿਹਨੂੰ ਅਸੀਂ ਡੈਮੋਕ੍ਰੇਸੀ ਦਾ ਨਾਂ ਦਿੰਦੇ ਹਾਂ, ਬੜੀਆਂ ਘਾਲਣਾ ਤੋਂ ਬਾਅਦ ਡੈਮੋਕ੍ਰੇਸੀ ਜਿਹੜੀ ਆ ਉਹ ਕੁਝ ਮੁਲਕਾਂ 'ਚ ਆਈ। ਬਹੁਤ ਸਾਰੇ ਮੁਲਕ ਅਜੇ ਵੀ ਨੇ, ਇਸਲਾਮਿਕ ਮੁਲਕ ਨੇ 57-58, ਜਿੱਥੋਂ ਦੇ ਲੋਕ ਤਰਸਦੇ ਨੇ ਕਿ ਅਸੀਂ ਵੀ ਕਿਸੇ ਤਰ੍ਹਾਂ ਇਹ ਕਿੰਗਡਮ ਤੋਂ ਆਜ਼ਾਦ ਹੋਈਏ। ਜਿਹੜੇ ਉੱਥੇ ਡਿਕਟੇਟਰ ਬੈਠੇ ਉਹਨਾਂ ਤੋਂ ਆਜ਼ਾਦੀ ਹਾਸਲ ਕਰੀਏ, ਸਾਡੇ ਕੋਲ ਵੋਟ ਦਾ ਹੱਕ ਹੋਵੇ, ਸਾਡੀਆਂ ਜ਼ਿੰਦਗੀਆਂ ਕੁਝ ਸੁਖਾਲੀਆਂ ਹੋਣ। ਭਾਰਤ ਨੇ ਵੀ ਬੜੀ ਲੰਬੀ ਜਦੋਜਹਿਦ ਤੋਂ ਬਾਅਦ ਅਨੇਕਾਂ ਕੁਰਬਾਨੀਆਂ ਦੇ ਕੇ ਆਜ਼ਾਦੀ ਲਈ ਸੀ। 1947 'ਚ ਬਸਤੀਵਾਦੀ ਯੁੱਗ ਤੋਂ ਛੁਟਕਾਰਾ ਮਿਲਿਆ ਅਤੇ ਲੋਕਾਂ ਨੂੰ ਲੱਗਿਆ ਕਿ ਹੁਣ ਸਾਡਾ ਆਪਣਾ ਸੰਵਿਧਾਨ, ਆਪਣਾ ਦੇਸ਼, ਆਪਣੀ ਆਜ਼ਾਦੀ, ਸਾਰਾ ਕੁਝ ਹੋਏਗਾ। ਸਾਡੀਆਂ ਭਾਸ਼ਾਵਾਂ, ਸਾਡਾ ਮੇਲ ਜੋਲ, ਸਾਡਾ ਭਾਈਚਾਰਾ, ਸਹਿਚਾਰ, ਬੜੇ ਸੋਹਣੇ ਸੋਹਣੇ ਲਫ਼ਜ਼ ਘੜੇ ਗਏ ਸੀਗੇ, ਸੈਕੂਲਰਿਜ਼ਮ, ਕਈ ਕੁਝ। ਅਤੇ ਕੁਝ ਸਮਾਂ ਕਹਿੰਦੇ ਆ ਕਿ ਜਦੋਂ ਸ਼ੁਰੂਆਤੀ ਦੌਰ ਸੀਗਾ, ਇਸ ਤਰ੍ਹਾਂ ਦਾ ਮਾਹੌਲ ਰਿਹਾ ਵੀ, ਲੋਕਾਂ 'ਚ ਜਜ਼ਬਾ ਸੀ, ਜੋਸ਼ ਸੀਗਾ। ਹੌਲੀ ਹੌਲੀ ਭਾਰਤ ਦੀ ਡੈਮੋਕ੍ਰੇਸੀ ਜਿਹੜੀ ਆ ਉਹ ਕਰਾਹੇ ਪੈਂਦੀ ਗਈ। ਵੈਸੇ ਤਾਂ ਦੌਰ ਪੁਰਾਣਾ ਹੀ ਆ। ਅਸੀਂ ਜਦੋਂ ਸਕੂਲਾਂ 'ਚ ਪੜ੍ਹਦੇ ਸੀ ਉਦੋਂ ਹੀ ਅਸੀਂ ਦੇਖਦੇ ਆਉਂਦੇ ਸੀ ਕਿ ਡੈਮੋਕ੍ਰੇਸੀ ਜਿਹੜੀ ਆ, ਭਾਵੇਂ ਨਹੀਂ ਸੀ ਸਾਨੂੰ ਸਮਝ, ਉਹ ਉਸ ਤਰ੍ਹਾਂ ਦੀ ਨਹੀਂ ਸੀ ਜਿੱਦਾਂ ਦੇ ਸਾਡੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੇ ਆਜ਼ਾਦੀ ਮੰਗੀ ਸੀ, ਉਹੋ ਜਿਹੀ ਨਹੀਂ। ਪਰ ਹੁਣ ਇੱਕ ਐਸਾ ਦੌਰ ਆ ਗਿਆ ਜਦੋਂ ਦੀ ਇਹ ਰੈਡੀਕਲ ਫੋਰਸਿਸ, ਕੋਈ ਫਾਸਿਸਟ ਫੋਰਸਿਸ ਜਿਹੜੀਆਂ ਨੇ ਉਹ ਹਾਵੀ ਹੋ ਗਈਆਂ ਭਾਰਤ ਦੇ ਉੱਤੇ, ਅਤੇ ਬਹੁ ਗਿਣਤੀ ਦੇ ਆਸਰੇ ਔਰ ਧਰਮ ਨੂੰ ਆਧਾਰ ਬਣਾ ਕੇ ਜਿਹੜੀ ਪੋਲੀਟਿਕਸ ਚੱਲ ਰਹੀ ਆ, ਉਹਨੇ ਭਾਰਤ ਦੀ ਡੈਮੋਕ੍ਰੇਸੀ ਜਿਹੜੀ ਆ ਉਹਨੂੰ ਲਗਭਗ ਤਬਾਹ ਕਰ ਦਿੱਤਾ। ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਕਮੈਂਟ ਚਾਹੂੰਗਾ ਕਿ ਡੈਮੋਕ੍ਰੇਸੀ ਜਿਹੜੀ ਆ ਦੁਨੀਆ ਭਰ ਵਿੱਚ ਮੰਨਿਆ ਜਾਂਦਾ, ਉਹਦੀਆਂ 100 ਘਾਟਾਂ ਹੋਣਗੀਆਂ ਕਿ ਡੈਮੋਕ੍ਰੇਟਿਕ ਸਿਸਟਮ ਇੱਕ ਐਸਾ ਸਿਸਟਮ ਆ ਜਿੱਥੇ ਤਰੱਕੀ ਵੀ ਹੁੰਦੀ ਆ, ਲੋਕ ਵੀ ਖੁਸ਼ਹਾਲ ਹੁੰਦੇ ਆ, ਸੁਖੀ ਹੁੰਦੇ ਆ। ਹਰ ਸਾਲ ਫੈਕਟਰ ਆਉਂਦੇ ਆ ਜੀ, ਲੋਕਾਂ ਦੇ ਹੈਪੀਨੈਸ ਫੈਕਟਰ, ਅਤੇ ਆਪਾਂ ਦੇਖਦੇ ਹਾਂ ਕਿਹੜੇ ਕਿਹੜੇ ਕੰਟਰੀ ਦੇ ਲੋਕ ਕਿੰਨੇ ਹੈਪੀ ਨੇ। ਸੋ ਭਾਰਤ ਦਾ ਜਿਹੜਾ ਇਹ ਸਾਰੇ ਕਾਸੇ ਦੇ ਵਿੱਚ ਹੈ, ਜਿਹੜਾ ਲੈਵਲ ਉਹਨਾਂ ਦਾ ਗ੍ਰਾਫ, ਉਹ ਦਿਨ ਬ ਦਿਨ ਡਿੱਗਦਾ ਜਾ ਰਿਹਾ, ਔਰ ਕ੍ਰਿਟੀਕਲ ਹਾਲਾਤ ਵੱਲ ਅਸੀਂ ਜਿਹੜੇ ਆ ਵੱਧ ਰਹੇ ਹਾਂ। ਮੈਂ ਤੁਹਾਡੇ ਕਮੈਂਟ ਚਾਹੁੰਦਾ ਹਾਂ ਕਿਉਂਕਿ ਤੁਸੀਂ ਸਟਰਗਲ ਕਰਕੇ ਆਏ ਹੋ। ਜਦੋਂ 70ਵਿਆਂ ਦੇ ਵਿੱਚ ਵੀ ਸਾਨੂੰ ਲੱਗਦਾ ਸੀ ਕਿ ਭਾਰਤ ਦੀ ਡੈਮੋਕ੍ਰੇਸੀ ਨਹੀਂ ਹੈ, ਉੱਥੇ ਵੀ ਡਿਕਟੇਟਰਸ਼ਿਪ ਵਰਗਾ ਕੰਮ ਹੈ। 75 'ਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਤੀ, ਉਸ ਤੋਂ ਬਾਅਦ ਕਈ ਮੂਵਮੈਂਟ ਉੱਠੀਆਂ। ਇੱਕ ਮੂਵਮੈਂਟ ਦਾ ਤੁਸੀਂ ਵੀ ਹਿੱਸਾ ਰਹੇ ਅਤੇ ਬੜੀ ਜਦੋਜਹਿਦ ਕੀਤੀ। ਵੇਖਿਆ ਕਿ ਸਮਾਜ ਨੂੰ, ਸਿਸਟਮ ਨੂੰ ਬਦਲਣ ਲਈ ਕੋਈ ਨਾ ਕੋਈ ਹੰਬਲਾ ਮਾਰਨਾ ਪੈਣਾ। ਨਹੀਂ ਬਦਲਿਆ ਗਿਆ ਅਜੇ ਤੱਕ, ਪਰ ਹੁਣ ਆ ਕੇ ਤਾਂ ਮਤਲਬ ਅਖੀਰ ਹੋ ਗਈ ਆ।
ਤੇ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ? ਬਾਹਰ ਬਹਿ ਕੇ ਆਪਾਂ ਕਿੱਦਾਂ ਵੇਖ ਰਹੇ ਹਾਂ, ਉੱਥੋਂ ਦੇ ਲੋਕ ਕਿੱਦਾਂ ਮਹਿਸੂਸ ਕਰ ਰਹੇ? ਦੋ ਇੱਕ ਚੀਜ਼ਾਂ ਹਰਜੀਤ ਜੀ ਬੜੀਆਂ ਧਿਆਨ ਨਾਲ ਸੋਚਣ ਵਾਲੀਆਂ। ਉਹ ਇਹ ਹੈ, ਇੱਕ ਤਾਂ ਇਹ ਕਿ ਇੱਕ ਵਾਰੀ ਮਖੌਲ ਕਰਨ ਲਈ GB ਸ਼ਾਹ, ਜਾਰਜ ਬਰਨਾਰਡ ਸ਼ਾਹ ਨੇ ਇਦਾਂ ਕਿਹਾ ਸੀ, ਹਾਂਜੀ, ਇੱਕ ਅਮਰੀਕਨ ਪ੍ਰੈਜ਼ੀਡੈਂਟ ਦਾ ਉਹਦੇ ਵਰਡ ਸੀਗੇ, ਡੈਮੋਕ੍ਰੇਸੀ ਇਜ਼ ਬਾਈ ਦਾ ਪੀਪਲ, ਆਫ ਦਾ ਪੀਪਲ ਐਂਡ ਫਾਰ ਦਾ ਪੀਪਲ। ਸਾਰੇ ਸਾਡੀ ਪ੍ਰੈਂਬਲ 'ਚ ਵੀ ਲਿਖਿਆ ਹੋਇਆ, ਸਾਡੇ ਸੰਵਿਧਾਨ ਦੀ ਪ੍ਰੈਂਬਲ 'ਚ ਵੀ ਇਹ ਸ਼ਬਦ ਬਰਨਾਰਡ ਸ਼ਾਹ ਦੇ ਦਰਜ ਨੇ। ਠੀਕ ਹੈ ਨਾ। ਤੇ ਜਾਰਜ ਬਰਨਾਰਡ ਸ਼ਾਹ ਨੂੰ, ਜਿਨ੍ਹਾਂ ਨੂੰ ਫਿਰ ਉਹਨਾਂ ਨੇ 8 ਮਹੀਨੇ ਕੈਦ ਵੀ ਕਰਤਾ ਬ੍ਰਿਟਿਸ਼ ਲੋਕਾਂ ਨੇ, 20ਵੀਂ ਸਦੀ ਦੇ ਵਿੱਚ ਉਹ ਹੋਏ, ਤੇ ਉਹਨਾਂ ਨੇ ਇਹ ਕਿਹਾ ਸੀ ਕਿ ਇਟ ਇਜ਼ ਨਾਟ ਗਵਰਨਮੈਂਟ ਬਾਈ ਦਾ ਪੀਪਲ, ਇਟਸ ਏ ਗਵਰਨਮੈਂਟ ਬਾਈ ਦਾ ਪੀਪਲ, BUY। ਹਾਂਜੀ ਖਰੀਦੋ, ਹਾਂਜੀ, ਜਦੋਂ ਖਰੀਦ ਲੈਨੇ then you are of the people, of OFF, ਜੀ, of the people, and then you are for the people, not for FAR, for the people। ਔਰ ਖਾਸ ਕਰਕੇ ਇਹ ਗੱਲਾਂ ਜਿਹੜੀਆਂ ਜਿੰਨੀਆਂ ਆਪਣੇ ਡਿਵੈਲਪਿੰਗ ਕੰਟਰੀਜ਼ ਉਹਨਾਂ ਦੇ ਵਿੱਚ ਇਦਾਂ ਹੀ ਹੋਈਆਂ। ਅਸਲ ਵਿੱਚ ਅਸੀਂ ਉਦੋਂ ਛੋਟੇ ਸੀ, ਤੁਸੀਂ ਤਾਂ ਸ਼ਾਇਦ ਪੈਦਾ ਵੀ ਨਹੀਂ ਹੋਏ ਹੋਣਗੇ ਜਾਂ ਬਹੁਤ ਹੀ ਛੋਟੇ ਹੋ। ਮੈਂ 1947-48 ਦੇ ਬਾਅਦ ਦੀਆਂ ਗੱਲਾਂ ਕਰਦਾ ਕਿ ਸਾਡੇ ਸਾਹਮਣੇ ਜੋ ਕੁਝ ਹੋਇਆ ਅਸੀਂ ਉਹ ਵੇਖਿਆ। ਮੈਂ ਉਦੋਂ ਕੋਈ 8-9 ਸਾਲ ਦਾ ਸੀ ਜੀ। ਤਾਂ ਮੈਂ ਮਹਿਸੂਸ ਕਰਦਾ ਕਿ ਜੇ ਸਾਨੂੰ ਇਹ ਚੁੰਗਣੀ ਦਿੱਤੀ ਗਈ, ਜਿੱਦਾਂ ਬੱਚਾ ਰੋਂਦਾ ਤੇ ਅਸੀਂ ਉਹਨੂੰ ਇੱਕ ਚੁੰਗਣੀ ਦੇ ਦਿੰਦੇ, ਮਿਲਾਇਆ ਤੇ ਵਿਚਾਰ ਕਰੀ ਜਾ, ਇੱਥੇ ਆਪਣਾ ਟਾਈਮ ਗੁਜ਼ਾਰੀ ਜਾ, ਤਾਂ ਰੋਵੇ ਨਾ। ਤੇ ਹੁਣ ਤਾਂ ਇਹ ਸਾਨੂੰ ਇਹੋ ਹੀ ਦੱਸੀ ਜਾ ਰਿਹਾ ਕਿ ਨਹੀਂ ਜੀ, ਅਸੀਂ ਹੁਣ ਏਡੀ ਵੱਡੀ ਕੰਟਰੀ ਦੇ ਵਿੱਚ ਇੰਨੇ ਬੜੇ ਲੋਕ, 1.3 ਬਿਲੀਅਨ ਲੋਕ ਆ, ਹੁਣ ਅਸੀਂ ਉਹਨਾਂ ਨੂੰ ਹੌਲੀ ਹੌਲੀ ਸਹੀ ਕਰਾਂਗੇ। ਉਹ ਹੌਲੀ ਹੌਲੀ ਸਹੀ ਕਾਹਦੇ ਕਰਨੇ ਆ? ਸਾਡੇ ਨਾਲ ਚੀਨ ਹੀ ਬੈਟਰ ਆ। ਬੇਸ਼ੱਕ ਮੈਂ ਕਮਿਊਨਿਜ਼ਮ ਨਾਲ ਬਿਲੀਵ ਨਹੀਂ ਕਰਦਾ ਇਸ ਵੇਲੇ। ਚੀਨ ਨੇ ਮਸਲਾ ਚੰਗਾ ਜਾਂ ਮਾੜਾ ਇਸ ਵੇਲੇ ਦੁਨੀਆ ਦੀ ਵੱਡੀ ਇਕਨੋਮੀ ਦੇ ਨਾਲ ਟੱਕਰ ਲੈ ਰਿਹਾ। ਤੇ ਹਿੰਦੁਸਤਾਨ ਦੇ ਵਿੱਚ ਇਹ ਆ ਕਿ ਜਿਹੜਾ ਕਰੈਕਟਰ ਹੈ ਨਾ ਸਾਡੇ ਲੋਕਾਂ ਦਾ, ਇੱਕ ਜਿਹਨੂੰ ਤੁਸੀਂ ਨੇਸ਼ਨ ਕਹਿੰਦੇ, ਉਹ ਬਣੀ ਨਹੀਂ। ਮੈਂ ਉਹਨੂੰ ਐਕਸਪਲੇਨ ਕਰੂੰਗਾ। ਅਸਲ ਦੇ ਵਿੱਚ ਉਹ ਲਫ਼ਜ਼ ਬੜੇ ਗਹਿਰੇ ਆ ਔਰ ਹੈਗੇ, ਮੁਸ਼ਕਿਲ ਹੈ। ਨੇਸ਼ਨ ਨੂੰ ਡਿਫਾਈਨ ਕਰਦਿਆਂ ਰੂਸ਼ੀਓ, ਇੱਕ ਬਹੁਤ ਵੱਡਾ ਫਿਲਾਸਫਰ ਰਸ਼ੀਆ ਹੁੰਦਾ, ਫਰਾਂਸ ਦਾ, ਉਹ ਕਹਿੰਦਾ ਐਨੀ country which is a heterogeneous mass। heterogeneous mass ਦਾ ਮਤਲਬ ਵੱਖ-ਵੱਖ ਭਾਂਤਾਂ ਦੇ ਸਿਵਲਾਈਜੇਸ਼ਨ ਜਾਂ ਉਹਨਾਂ ਦਾ ਕਲਚਰ ਜਾਂ ਉਹਨਾਂ ਦਾ ਧਰਮ ਜਾਂ ਉਹਨਾਂ ਦੇ ਵਿਚਾਰਧਾਰਾ, ਜਿਹੜੀ ਅਲੱਗ-ਅਲੱਗ ਵਿਚਾਰਧਾਰਾ, ਵਿਖਰੀ ਹੋਈ ਵਿਚਾਰਧਾਰਾ, ਉਹ ਇੱਕ ਹੋਮੋਜਨਸ ਕੰਟਰੀ ਕਦੀ ਵੀ ਨਹੀਂ ਬਣ ਸਕਦੀ। ਹੋਮੋਜਨਸ ਮਤਲਬ ਇੱਕ ਧਾਰਾ, ਇੱਕ ਕਿਸਮ, ਉਹ ਨਹੀਂ ਹੋ ਸਕਦਾ ਔਰ ਹਿੰਦੁਸਤਾਨ 'ਚ ਨਹੀਂ ਬਣਨਾ। ਅੱਜ ਵੀ ਜੇ ਮੈਂ ਹਿੰਦੁਸਤਾਨ ਨੂੰ ਇਹ ਦੇਖਾਂ ਤਾਂ ਮੈਨੂੰ ਇਹ ਲੱਗਦਾ ਕਿ 9ਵੀਂ ਸਦੀ ਦੇ ਵਿੱਚ, 900 ਦੇ ਵਿੱਚ, ਤੇ ਮੁਹੰਮਦ ਬਿਨ ਕਾਸਿਮ ਹਿੰਦੁਸਤਾਨ 'ਚ ਪਹਿਲਾ ਅਰਬੀ ਬੰਦਾ ਆਇਆ ਜਿਹਨੇ ਹਮਲਾ ਕੀਤਾ ਮੁਲਤਾਨ ਤੱਕ, ਸਿੰਧ ਤੱਕ ਦੇ। ਸਰ ਮੇਰੇ ਖਿਆਲ 7ਵੀਂ ਸਦੀ ਦੇ ਅਖੀਰ ਜਿਹੇ 7ਵੀਂ ਸਦੀ 'ਚ, 7ਵੀਂ ਸਦੀ ਤੋਂ ਲੈ ਕੇ ਮੁਹੰਮਦ ਬਿਨ ਕਾਸਿਮ। ਹਾਂਜੀ। ਤੇ ਹੁਣ ਉਹਦੀ ਸਿਚੁਏਸ਼ਨ, ਥੈਂਕ ਯੂ ਫॉर ਕਰੈਕਟਿੰਗ ਮੀ, ਉਦੋਂ ਤੋਂ ਲੈ ਕੇ ਹਾਲਾਤ ਉਹੀ ਆ ਜਿਹੜੇ ਅੱਜ ਵੀ ਆ, ਉਹੀ ਆ। ਤੇ ਮੈਨੂੰ ਇਦਾਂ ਲੱਗਦਾ ਕਿ ਜਦੋਂ ਉਹਨੇ ਮੁਹੰਮਦ ਬਿਨ ਕਾਸਿਮ ਨੇ ਹਮਲਾ ਕੀਤਾ ਤੇ ਉਦੋਂ ਵੀ ਪੋਜੀਸ਼ਨ ਇਹ ਸੀ ਕਿ ਨਾਲ ਦੇ ਰਾਜਸਥਾਨ ਨੇ ਜਾਂ ਬਾਕੀ ਜਿਹੜੇ ਰਾਜੇ ਸੀ, ਕਦੀ ਉਹਨਾਂ ਦੀ ਸਪੋਰਟ ਨਹੀਂ ਕੀਤੀ, ਉਹ ਸਗੋਂ ਉਹਨਾਂ ਨੂੰ ਇਨਵਾਈਟ ਕਰਦੇ ਸੀ। ਉਹਦੇ ਬਾਅਦ ਜਦੋਂ ਫਿਰ ਹਮਲੇ ਹੁੰਦੇ ਰਹੇ ਤੇ ਜੈਪਾਲ ਜਿਹੜਾ ਸੀਗਾ ਬਾਦਸ਼ਾਹ, ਉਹ ਦੂਜੇ ਬਾਦਸ਼ਾਹਾਂ ਦੇ ਖਿਲਾਫ ਲੜਦਾ ਰਿਹਾ ਔਰ ਉਹਨਾਂ ਨੂੰ ਇਨਵਾਈਟ ਕਰਦਾ ਰਿਹਾ। ਹਾਂਜੀ, ਤਾਂ ਮੇਰਾ ਮਤਲਬ ਹਿੰਦੁਸਤਾਨ ਇੱਕ ਐਸੀ ਸਿਚੁਏਸ਼ਨ 'ਚ ਅੱਜ ਲੰਘ ਰਿਹਾ ਕਿ ਜੇ ਇਹਨਾਂ ਨੇ ਆਪਣੇ ਆਪ ਨੂੰ ਨਾ ਸੰਭਾਲਿਆ, ਆਰਥਿਕ ਤੌਰ 'ਤੇ, ਸੋਸ਼ਲ ਤੌਰ 'ਤੇ, ਪੋਲੀਟੀਕਲ ਤੌਰ 'ਤੇ, ਤੇ ਇਹਦੀਆਂ ਉਹੀ ਰਿਆਸਤਾਂ ਜਾਂ ਉਹੀ ਇਹਦੇ ਸਿਚੁਏਸ਼ਨ, ਫਰੈਗਮੈਂਟੇਸ਼ਨ ਹੋ ਜਾਏਗੀ ਜਿਹੜੀ ਅੱਜ ਤੋਂ ਪਹਿਲੀ ਸਦੀ ਦੇ ਪਹਿਲੇ ਦਹਾਕਿਆਂ ਦੇ ਵਿੱਚ ਸੀ। ਹਾਂਜੀ, ਤਾਂ ਮੈਂ ਮਹਿਸੂਸ ਕਰਦਾ ਕਿ ਹਿੰਦੁਸਤਾਨ ਇੱਕ ਕੈਰਿਸਮਾ ਜਾਂ ਇੱਕ ਐਸੇ ਚਮਤਕਾਰ ਵਿੱਚ ਦੀ ਲੰਘ ਰਿਹਾ ਜਿੱਥੇ ਉਹਨੂੰ ਇਹ ਨਜ਼ਰ ਆਉਂਦਾ ਜੀ ਅਸੀਂ ਕਰ ਦਿਆਂਗੇ। ਕਰਨ ਵਾਲਾ ਕੌਣ ਹੈ? ਤੁਹਾਡੇ 'ਚੋਂ ਕੁਛ ਨਹੀਂ ਕਰਨ ਵਾਲਾ। ਤੁਸੀਂ ਆਪਣੇ ਲੋਕਾਂ ਦੇ ਉੱਤੇ, ਤੁਸੀਂ ਜ਼ਿਕਰ ਕੀਤਾ ਕਿ ਅੱਗੇ ਤਾਂ ਸਾਡੇ ਤੇ ਜ਼ੁਲਮ ਕਰਦੇ ਸੀ ਬ੍ਰਿਟਿਸ਼ ਕਹਿੰਦੇ, ਅਸੀਂ ਮੁਗਲ ਕਹਿੰਦੇ, ਉਹਨਾਂ ਤੋਂ ਪਹਿਲਾਂ ਜਿਹੜੀਆਂ ਅਫਗਾਨਿਸਤਾਨ ਤੋਂ ਫੋਰਸਿਸ, ਅੱਜ ਸਾਡੇ ਤੇ ਟਾਰਚਰ ਕੌਣ ਕਰਦਾ? ਦੈਟਸ ਏ 100% ਸਟਰਲਿੰਗ ਕੁਐਸਚਨ। ਅੱਜ ਸਾਨੂੰ ਕੌਣ ਮਾਰਦਾ?
ਜੀ। ਅੱਛਾ ਡਾਕਟਰ ਸਾਹਿਬ, ਤੁਸੀਂ ਜ਼ਿਕਰ ਕੀਤਾ ਹੈ ਕਿ ਜਿੱਥੇ ਵੱਖ-ਵੱਖ ਕੌਮਾਂ, ਵੱਖ-ਵੱਖ ਧਰਮ, ਵੱਖ-ਵੱਖ ਫਿਰਕੇ, ਵੱਖ-ਵੱਖ ਕਬੀਲੇ ਹੋਣ, ਤੁਸੀਂ ਕੋਟ ਕੀਤੀ ਆ ਕਿਸੇ ਦੀ ਕੋਟ ਵੀ ਕਿ ਉਹ ਇੱਕ ਦੇਸ਼ ਨਹੀਂ ਬਣ ਸਕਦਾ ਕਦੀ। ਪਰ ਕਿਉਂਕਿ ਹੁਣ ਮਲਟੀ ਕਲਚਰਲਿਜ਼ਮ ਦਾ ਯੁੱਗ ਹੈ, ਸਾਡੇ ਇਹਨਾਂ ਮੁਲਕਾਂ ਦੇ ਵਿੱਚ ਵੀ ਵੇਖੋ, ਜਿਹੜੇ ਇਹਨਾਂ ਮੁਲਕਾਂ ਦੀ ਮੈਂ ਕਹਿੰਦਾ, ਪਿਛਲੀ ਵਾਰ ਵੀ ਮੈਂ ਗੱਲ ਕਰਦਾ ਸੀ ਕਿ ਸਲੂਟ ਹੈ ਇਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਗਰੀਬ ਮੁਲਕਾਂ ਦੇ ਲੋਕਾਂ ਨੂੰ, ਵੱਖਰੀਆਂ ਵੱਖਰੀਆਂ ਨਸਲਾਂ ਨੂੰ, ਵੱਖਰੀਆਂ ਵੱਖਰੀਆਂ ਜ਼ਬਾਨਾਂ ਬੋਲਣ ਵਾਲਿਆਂ ਨੂੰ, ਵੱਖਰੇ ਵੱਖਰੇ ਰੰਗ ਵਾਲਿਆਂ ਨੂੰ ਆਪਣੇ 'ਚ ਜਜ਼ਬ ਕਰ ਰਹੇ ਆ। ਅਤੇ ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ 100 ਜਿਹੜੇ ਰੰਗ ਖਿੜਨ ਦਿਓ, 100 ਵਿਚਾਰ ਭਿੜਨ ਦਿਓ, ਅਤੇ ਇੱਕ ਗੁਲਦਸਤਾ ਹੈ ਖਾਸ ਕਰਕੇ ਭਾਰਤ। ਅਤੇ ਭਾਰਤ ਮਲਟੀਕਲਚਰਿਜ਼ਮ ਜਿਹੜਾ ਹੈ ਉਹ ਪਹਿਲਾਂ ਤੋਂ ਹੀ ਉੱਥੇ ਚੱਲਿਆ ਆ ਰਿਹਾ, ਲੱਖ ਕਹਿ ਲਈਏ। ਅਤੇ ਹੁਣ ਦੀ ਵਿਚਾਰਧਾਰਾ ਵਾਲੇ ਤਾਂ ਕਹਿੰਦੇ ਆ ਇੱਕ ਦੇਸ਼, ਇੱਕ ਭਾਸ਼ਾ, ਇੱਕ ਦੇਸ਼, ਇੱਕ ਧਰਮ, ਇੱਕ ਦੇਸ਼, ਇੱਕ ਵਿਧਾਨ, ਇੱਕ ਦੇਸ਼, ਇੱਕ, ਮਤਲਬ ਹਰ ਚੀਜ਼ ਨੂੰ ਉਹ ਏਕੀਕਰਨ ਦੇ ਨਾਅਰੇ ਥੱਲੇ ਜਿਸ ਤਰੀਕੇ ਨਾਲ ਲੋਕਾਂ ਦੀਆਂ ਜਿਹੜੀਆਂ ਤਾਕਤਾਂ ਸੀਗੀਆਂ, ਸ਼ਕਤੀਆਂ ਥੱਲੇ ਤੱਕ, ਪੰਚਾਇਤ ਲੈਵਲ ਤੱਕ, ਜਿਹਨੂੰ ਅਸੀਂ ਫੈਡਰਲ ਸਟਰਕਚਰ ਕਹਿੰਦੇ ਆ, ਉਹਨੂੰ ਜਿੱਦਾਂ ਕੁਚਲ ਦਿੱਤਾ ਗਿਆ ਹੈ, ਜਿਸ ਤਰ੍ਹਾਂ ਉਹ ਕਰ ਰਹੇ ਨੇ। ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਡੈਮੋਕ੍ਰੇਸੀ ਦੀ ਅਸਲ ਰੂਹ ਹੈ ਉਹ ਕਿਤੇ ਨਾ ਕਿਤੇ ਮਾਰ ਨਹੀਂ ਦਿੱਤੀ ਗਈ? ਡੈਮੋਕ੍ਰੇਸੀ ਮੇਰੇ ਖਿਆਲ ਦੇ ਵਿੱਚ ਇਸੇ ਗੱਲ ਤੇ ਮਾਰ ਖਾਂਦੀ ਹੈ ਕਿ ਜਿਹਨੂੰ ਅਸੀਂ ਕਹਿੰਦੇ ਨਾ ਕਿ ਗੁਲਦਸਤਾ। ਹਾਂਜੀ। ਗੁਲਦਸਤਾ ਉਦੋਂ ਬਣਦਾ, ਬਹੁਤ ਸੋਹਣਾ ਲੱਗਦਾ, ਜਦੋਂ ਇੱਕ ਇੱਕ ਟਾਹਣੀ ਤੋਂ ਫੁੱਲ ਤੋੜ ਕੇ ਇੱਕ 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 ਵਾਜ਼ ਦੇ ਵਿੱਚ ਰੱਖ ਦਿੱਤੇ ਜਾਂਦੇ। ਅਸੀਂ ਟੁੱਟੇ ਤਾਂ ਹੈ ਨਹੀਂ। ਹੁਣ ਮੈਨੂੰ ਤੁਸੀਂ ਦੱਸੋ ਕਿ ਇਹ ਮਲਟੀਕਲਚਰਿਜ਼ਮ ਕਿਸ ਕਿਸਮ ਦਾ ਹੋਇਆ ਕਿ ਅੱਜ ਤੋਂ 500 ਸਾਲ ਦੀ ਸਿਵਲਾਈਜੇਸ਼ਨ ਜਿਹੜੀ ਅੱਜ ਕੈਨੇਡਾ ਦੀ ਮੈਂ ਗੱਲ ਕਰਦਾ, ਅਸੀਂ ਬਣਾਈ ਆ, ਇਹਨਾਂ ਲੋਕਾਂ ਨੇ ਬਣਾਈ ਆ। ਅਸੀਂ ਚਾਹੁੰਦੇ ਮਲਟੀਕਲਚਰਿਜ਼ਮ ਦਾ ਮਤਲਬ ਹੈ ਕਿ ਉਹਨੂੰ ਤੋੜ ਕੇ ਨਵੀਂ ਗ੍ਰਾਫਟ ਕੀਤੀ ਜਾਏ। ਬਈ ਜਿਹੜੀਆਂ ਚੰਗੀਆਂ ਚੀਜ਼ਾਂ ਉਹਨਾਂ 'ਚ, ਉਹਨਾਂ ਨੂੰ ਪਸੰਦ ਕਰੋ, ਉਹਨਾਂ ਦੇ ਨਾਲ ਚੱਲੋ। 500 ਸਾਲ ਉਹ ਕਮਲੇ ਬਣੇ ਰਹੇ। ਹੁਣ ਅੱਜ ਹੀ ਮੈਂ ਇੱਕ, ਤੁਸੀਂ ਮੇਰੇ ਫੇਸਬੁੱਕ 'ਤੇ ਨਹੀਂ ਤਾਂ ਤੁਸੀਂ ਪੜ੍ਹਨਾ ਸੀ, ਮੈਂ ਇੱਕ ਗੱਲ ਪਾ ਕੇ ਆਇਆ। ਮੈਂ ਕਿਹਾ ਕਿ ਅੱਜ ਮੈਂ ਉਦੋਂ ਪੀਲ ਬੋਰਡ ਦੇ, ਐਜੂਕੇਸ਼ਨ ਬੋਰਡ ਦੇ ਵਿੱਚ ਇੱਕ ਮੈਂਬਰ ਸੀ, ਛੋਟਾ ਜਿਹਾ। ਤਾਂ ਉਦੋਂ ਮੈਂ ਇਹ ਗੱਲ ਕਹੀ ਸੀ, ਉਹ ਮੈਨੂੰ ਅੱਜ ਤੁਹਾਡੇ ਕੁਐਸਚਨ ਤੋਂ ਯਾਦ ਆ ਗਈ। ਉਹਦੇ ਵਿੱਚ ਇਹ ਮੈਂ ਕਿਹਾ ਸੀ ਕਿ ਮੈਂ ਇਸ ਗੱਲ ਦੇ ਫੇਵਰ 'ਚ ਨਹੀਂ, ਜੇ ਇੱਥੇ ਲੋਕ ਆਏ ਆ ਅਤੇ ਤੁਸੀਂ ਬੇਸ਼ੱਕ ਕ੍ਰਿਸਚਨ ਜਿਹੜਾ ਵੈਲਿਊ ਆ ਜਾਂ ਲਾਰਡਸ ਪ੍ਰੇਅਰ ਹਟਾ ਦਿਓ, ਪਰ ਉਸ ਗੈਪ ਨੂੰ ਫਿਲ ਕਿਵੇਂ ਕਰਨਾ? ਫਿਲ ਇਸ ਤਰ੍ਹਾਂ ਕਰੋ ਕਿ ਬਾਕੀ ਧਰਮਾਂ ਦਾ ਵੀ ਧਰਮ ਜਾਂ ਉਹਨਾਂ ਦੇ ਐਥਿਕਸ ਐਂਡ ਮੋਰਲ ਪੜ੍ਹਾਓ। ਤੇ ਜੇ ਉਹਨੂੰ ਕੱਢ ਦਿੱਤਾ ਤੇ ਕੱਢ ਕੇ ਹੁਣ ਉਹਨੂੰ ਉਸ ਗੈਪ ਨੂੰ ਕੱਢਣਾ ਫਿਲ ਕਰ ਰਹੇ, ਤੁਸੀਂ ਕਰ ਰਹੇ ਉਹਨੂੰ ਫਿਲ ਸੈਕਸ਼ੂਅਲ ਪਰਵਰਸ਼ਨ ਨਾਲ, ਹੋਮੋਸੈਕਸ਼ੁਅਲਿਟੀ ਨਾਲ, ਲੈਸਬੀਨਿਜ਼ਮ ਨਾਲ, ਜਿਹੜਾ ਸਕੂਲਾਂ ਦੇ ਵਿੱਚ 5-6 ਸਾਲ ਦੇ ਬੱਚਿਆਂ ਤੋਂ ਪੜ੍ਹਾਉਣਾ ਸ਼ੁਰੂ ਕਰ ਰਹੇ। ਇਸ ਲਈ ਇਸੇ ਗੱਲ ਦੇ ਉੱਤੇ 1918 2 ਅਕਤੂਬਰ ਨੂੰ ਇਨਕਲਾਬ ਆਇਆ ਰਸ਼ੀਆ ਦੇ ਵਿੱਚ। ਉਹਦੇ ਫੇਲ ਹੋਣ ਦਾ ਇੱਕੋ ਹੀ ਸਬਬ ਸੀ ਕਿ ਉਹ ਇੱਕ ਸਦੀ ਵੀ ਨਾ ਕੱਢ ਸਕਿਆ। ਉਹਨਾਂ ਨੇ ਕੀ ਕੀਤਾ ਕਿ ਜੋ ਕੁਛ ਬਣਿਆ ਸੀ ਉਹਨੂੰ ਢਾਹ ਦਿਆ। ਮਤਲਬ ਹਰ ਕੌਮ ਦੀ, ਹਰ ਮੁਲਕ ਦੀ ਜਿਹੜੀ ਅਸਲ 'ਚ ਸਟਰਕਚਰ ਹੁੰਦਾ ਨਾ, ਤੁਸੀਂ ਕਹਿੰਦੇ ਕਿ ਜਿਹੜੀ ਬੋਨ, ਆਪਣੀ ਕਮਰ ਦੀ ਬੋਨ, ਉਹ ਤਾਂ ਹੁੰਦਾ ਉਹਦਾ ਸਰਮਾਇਆ। ਸਰਮਾਏਦਾਰਾਂ ਨੂੰ ਉਹਨੇ ਕਤਲ ਕਰਤਾ, ਸਰਮਾਇਆ ਖਤਮ ਕਰਤਾ। Who is going to govern the country and run it? It failed miserably. ਹਾਂਜੀ। ਤਾਂ ਹਿੰਦੁਸਤਾਨ ਦੇ ਵਿੱਚ ਵੀ ਅੱਜ ਜੇ ਤਾਂ ਅਸੀਂ ਇੱਕ ਕੌਮ ਆ, ਦੇ ਆਰ ਸਿੱਖਸ, ਦੇ ਆਰ ਕ੍ਰਿਸਚਨ, ਦੇ ਆਰ ਮੁਸਲਿਮਸ, ਜੇ ਤਾਂ ਅਸੀਂ ਉਹਨਾਂ ਨੂੰ ਬਰਾਬਰਤਾ ਦੇ ਕੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਤੇ ਕੰਟਰੀ ਰਹੂਗੀ। ਜੇ ਨਹੀਂ ਚੱਲਣਾ, ਉਹਨਾਂ ਦੇ ਹੱਕ ਖੋਹਣੇ ਆ। ਅਰੇ ਪਿਛਲੇ ਹਫ਼ਤੇ ਚਰਚ ਦੇ ਵਿੱਚ ਜਾ ਵੜੇ ਗੁੰਡੇ, ਜਾ ਕੇ ਉਹਨਾਂ ਨੇ ਪਾਦਰੀ ਨੂੰ ਕੁੱਟਿਆ, ਮਾਰਿਆ, ਕੁੱਟਿਆ, ਜ਼ਖਮੀ ਕਰਕੇ ਤੇ ਮੋੜਿਆ। ਐਂਡ ਨੋ ਵਨ ਈਵਨ, ਜਦੋਂ ਉਹ ਗਏ ਰਿਕਾਰਡ ਕਰ ਆਪਣੇ ਥਾਣੇ ਦੇ ਵਿੱਚ ਰਿਪੋਰਟ, ਤਾਂ ਕਿਸੇ ਨੇ ਰਿਪੋਰਟ ਤੱਕ ਨਹੀਂ ਲਈ। ਸੋ ਇਹ ਜਿਹੜੀਆਂ ਚੀਜ਼ਾਂ ਇੱਕ ਮੁਲਕ ਲਈ ਇਹ ਸਿਹਤਮੰਦ ਡੈਮੋਕ੍ਰੇਸੀ ਨਹੀਂ ਪੈਦਾ ਕਰ ਸਕਦਾ। ਤੇ ਡੈਮੋਕ੍ਰੇਸੀ ਦੇ ਉਹ ਖਿਲਾਫ ਹੈ ਜਿਹੜੇ ਉਹ ਕਹਿੰਦੇ ਅਸੀਂ ਨੈਸ਼ਨਲਿਜ਼ਮ, ਇਹਨੂੰ ਹਿੰਦੂਤਵ ਦੇ ਕਿ ਹਿੰਦੂ ਦਾ ਮੁਲਕ ਬਣਾਉਣਾ। ਇਸ ਲਈ ਵੀ ਡੈਮ ਕੇਅਰ ਕੀ ਹੁੰਦਾ ਕੀ ਨਹੀਂ। ਇਹ ਨਹੀਂ ਉਹ ਜਾਣਦੇ ਕਿ ਇੱਕ ਦਿਨ ਇਹਦੀ ਬਰਬਾਦੀ ਹੋਊਗੀ, ਬਹੁਤ ਬੁਰੀ ਤਰ੍ਹਾਂ। ਅੱਛਾ ਡਾਕਟਰ ਸਾਹਿਬ, ਇੱਕ ਬੜਾ ਸਵਾਲ ਭਖਿਆ ਸੀਗਾ, ਮੈਂ ਤੁਹਾਡੇ ਕੋਲ ਫਿਰ ਇਹ ਪੁੱਛਣਾ ਚਾਹੁੰਦਾ, ਕਿਉਂਕਿ ਤੁਸੀਂ ਜਿਹੜੇ ਰਿਲੀਜਨ ਹੈ ਉਹਦੇ ਬਾਰੇ ਬਰੀਕੀ ਨਾਲ ਚੀਜ਼ਾਂ ਨੂੰ ਸਮਝਦੇ ਹੋ। ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ, ਜਿੱਦਾਂ ਅਸੀਂ ਕਹਿ ਰਹੇ ਹੁਣੇ ਤੁਸੀਂ ਸ਼ਬਦ ਵਰਤਿਆ ਕ੍ਰਿਸਚਨ, ਮੁਸਲਿਮ, ਸਿੱਖ, ਹਿੰਦੂ ਕੌਮ ਹੈ,
ਕਿ ਕੌਮ ਭਾਰਤੀ ਕੌਮ ਹੈ ਸਾਡੀ ਜਾਂ ਜਿਹੜਾ ਸਾਡਾ ਧਰਮ ਹੈ ਉਹ ਸਾਡੀ ਕੌਮ ਹੈ। ਇਹ ਇੱਕ ਬੜਾ ਗੁੰਝਲਦਾਰ ਸਵਾਲ ਹੈ ਜਿਹਦਾ ਵੱਖ-ਵੱਖ ਵਿਦਵਾਨ ਵੱਖਰੀ ਵੱਖਰੀ ਤਰ੍ਹਾਂ ਉਹਦੀ ਡੈਫੀਨੇਸ਼ਨ ਦੱਸਦੇ ਨੇ ਕਿ ਜਿਹੜਾ ਧਰਮ ਹੈ ਤੇ ਕੌਮ ਹੈ ਇਹਦਾ ਕੋਈ ਨਿਖੇੜਾ ਕੀਤਾ ਜਾ ਸਕਦਾ ਹੈ ਜਾਂ ਇਹ ਦੋਨੇ ਚੀਜ਼ਾਂ ਕੋਈ ਮਿਲਗੋਭਾ ਹੈ ਜਾਂ ਇੰਡੀਪੈਂਡੈਂਟਲੀ ਮਤਲਬ ਆਪਾਂ ਜਦੋਂ ਲੋਕ ਸਿੱਖ ਕੌਮ ਸ਼ਬਦ ਵਰਤਦੇ ਜੀ। ਹਾਂਜੀ ਹਾਂ, ਇੱਕ ਤਾਂ ਤੁਹਾਡੇ ਪਿੰਡ ਦੀ ਤੁਸੀਂ ਮੈਨੂੰ ਇਹ ਗੱਲ ਦੱਸੀ ਸੀ ਬਹੁਤ ਹਾਂਜੀ ਕਿ ਉੱਥੇ ਹਿੰਦੂ ਰਹਿੰਦੇ ਸੀ ਤੇ ਜਿੱਦਣ ਸਾਡੀ ਉਹ ਸੰਗਰਾਮ ਹੁੰਦੀ ਸੀ ਤੇ ਉਹ ਸਾਰਾ ਪ੍ਰਸ਼ਾਦ ਵਗੈਰਾ ਸਾਰਾ ਤੇ ਇੰਤਜ਼ਾਮ ਕਰਦੇ। ਹਾਂਜੀ ਅਲਟੀਮੇਟਲੀ ਜਦੋਂ ਹਾਲਾਤ ਪੋਲੀਟੀਕਲ ਲੋਕਾਂ ਨੇ ਉਸ ਗੱਲ ਤੇ ਲਿਆ ਕੇ ਖੜੀ ਕਰਤੀ ਤੇ ਉਸ ਪਿੰਡ ਦੇ ਵਿੱਚ ਜਿਹੜੇ ਹਿੰਦੂ ਸੀ ਉਹ ਕਤਲ ਹੋਏ। ਯਾਦ ਹੈ ਤੁਸੀਂ ਮੈਨੂੰ ਦੱਸਿਆ ਜੀ 12 ਹਿੰਦੂਆਂ ਦਾ ਕਤਲ ਸਾਡੇ ਪਿੰਡ 'ਚ ਸਭ ਤੋਂ ਪਹਿਲੀ ਵੱਡੀ ਘਟਨਾ ਹੋਈ ਸੀ। ਜੇ ਸਾਡੇ ਦਰਸ਼ਕ ਇਸ ਗੱਲ ਨੂੰ ਯਾਦ ਰੱਖਿਆ ਹੋਵੇ ਤਾਂ 1987 ਦੇ ਵਿੱਚ ਇੱਕ ਮਾਸ ਕਿਲਿੰਗ 12 ਹਿੰਦੂ ਵੀਰਾਂ ਨੂੰ ਬਾਹਰ ਕੱਢ ਕੇ ਦੀਵਾਰ ਨਾਲ ਖੜੇ ਕਰਕੇ ਗੋਲੀਆਂ ਨਾਲ ਉਡਾ ਦਿੱਤਾ ਗਿਆ ਸੀਗਾ। ਤੇ ਉਹ ਘਟਨਾ ਜਿਹੜੀ ਆ ਉਹ ਮੇਰੇ ਖਿਆਲ 'ਚ ਪਹਿਲੀ ਵੱਡੀ ਘਟਨਾ ਸੀ ਔਰ ਮੈਂ ਸਮਝਦਾ ਕਿ ਉਹ ਇੱਕ ਗੁਰੂਆਂ ਦੀ ਉਹ ਪਵਿੱਤਰ ਧਰਤੀ ਜਿਹਨੂੰ ਕਹਿੰਦੇ ਆ ਜਿਨ੍ਹਾਂ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਸੀ। ਤੇ ਸਾਡਾ ਨਗਰ ਜਿਹੜਾ ਉਹ ਅੰਮ੍ਰਿਤਸਰ ਨਗਰੀ ਤੋਂ ਬਿਲਕੁਲ ਨੇੜੇ ਆ ਜਗਦੇਵ ਕਲਾਂ, ਉਹ ਇੱਕ ਕਲੰਕ ਸੀਗਾ ਜੀ। ਉੱਤੇ ਬਹੁਤ ਸਾਰੀਆਂ ਮੂਵੀ ਬਣੀਆਂ ਫਿਨਲੈਂਡ ਤੋਂ, ਬਹੁਤ ਸਾਰੇ ਲੋਕਾਂ ਤੇ ਬਣਾਈਆਂ ਡਾਕੂਮੈਂਟਰੀ, ਦੂਰਦਰਸ਼ਨ ਤੇ ਵੀ ਆ ਗਈ। ਪੰਜਾਬ ਦਾ ਦੂਜਾ ਅਧਿਆਏ ਉਹ ਸਾਰੀ ਉਸ ਸਟੋਰੀ ਦੇ ਉੱਤੇ ਸੀਗੀ ਜੀ ਡਾਕਟਰ ਸਾਹਿਬ। ਦੇਖੋ ਮੈਂ ਤੁਹਾਨੂੰ ਉਹਦੇ ਬਾਅਦ ਦੀਆਂ ਗੱਲਾਂ ਦੱਸਾਂ। ਹਾਂਜੀ ਮੇਰੀ ਸੁਰਤ ਦੀਆਂ ਗੱਲਾਂ ਤੇ ਮੈਨੂੰ ਪਤਾ ਮੈਂ ਛੋਟਾ ਜਿਹਾ ਸੀ ਨਾਨਕਿਆਂ ਨੇ ਰਹਿੰਦਾ ਸੀ। ਉਦੋਂ ਕੰਸਕ੍ਰਿਪਸ਼ਨ ਹੁੰਦੀ ਸੀ ਬ੍ਰਿਟਿਸ਼ ਲੋਕਾਂ ਦੀ ਤੇ 18 ਸਾਲ ਦਾ ਹਰ ਬੱਚਾ ਜਿਹੜਾ ਸੀਗਾ ਉਹ ਜਵਾਨ ਬੰਦਾ ਉਹ ਆਰਮੀ 'ਚ ਜਾਂਦਾ ਸੀ ਤੇ ਮੇਰੇ ਫਾਦਰ ਸਾਹਿਬ ਵੀ ਅਸੀਂ ਨਾਨਕਿਆਂ ਦੇ ਰਹਿੰਦੇ ਸੀ। ਤੇ ਮੈਨੂੰ ਪਤਾ ਕਿ ਪਿੰਡ ਦਾ ਜੁਲਾਏ ਤੋਂ ਲੈ ਕੇ ਚੌਕੀਦਾਰ ਤੋਂ ਲੈ ਕੇ ਉਹ ਮੁਸਲਮਾਨ ਹੁੰਦੇ ਸੀ, ਤਰਖਾਨ ਸਾਰੇ। ਉਹਨਾਂ ਨੂੰ ਸਾਰਿਆਂ ਨੂੰ ਅਸੀਂ ਕਹਿੰਦੇ ਸੀ ਤਾਇਆ ਹਰਨਾਮਾ, ਆ ਤਾਇਆ ਮੁਹੰਮਦਾ, ਆ ਚਾਚਾ ਜਿਹੜਾ ਹੈਗਾ ਹਕੀਮ। ਦੇਰ ਵਾਜ਼ ਨੋ ਡਿਫਰੈਂਸ। ਇਹ ਡਿਫਰੈਂਸ ਪੈਦਾ ਕੀਤਾ ਗਿਆ ਪੋਲੀਟੀਕਲੀ ਜਦੋਂ ਮਾਰ ਪਈ, ਜਦੋਂ ਮਤਲਬ 1947 ਅੱਜ ਤਾਈਂ ਵੀ ਮੈਂ ਕਦੀ ਕਿਸੇ ਨੂੰ ਹਰਜੀਤ ਜੀ ਨੇ ਇਹ ਕਹਿੰਦਾ ਨਹੀਂ ਸੁਣਿਆ ਜਦੋਂ ਆਜ਼ਾਦੀ ਆਈ ਉਹ ਕਹਿੰਦੇ ਜਦੋਂ ਵੰਡ ਹੋਈ, ਉਹ ਜਦੋਂ ਜੀ ਰੌਲੇ ਪਏ, ਉਹ ਜਦੋਂ ਜੀ ਮਤਲਬ ਗੜਬੜਾਂ ਹੋਈਆਂ, ਉਹ ਜਦੋਂ ਜੀ ਹਿੰਦੂਆਂ ਮੁਸਲਮਾਨ ਦੇ ਫਸਾਦ ਹੋਏ। ਇਹਦਾ ਮਤਲਬ ਕਿ that was planted in us that we are not a country, we are different people, we are Hindus, we are Sikh, we are Muslim. ਅਦਰਵਾਈਜ਼ ਉਦੋਂ ਪਹਿਲਾਂ ਸਾਰੇ ਦੇ ਸਾਰੇ ਇਕੱਠੇ ਰਹਿੰਦੇ ਸੀ, ਇੱਕ ਜਗ੍ਹਾ ਤੇ ਰਹਿੰਦੇ ਸੀ। ਅੱਜ ਵੀ ਜਦੋਂ ਪਾਕਿਸਤਾਨ ਤੁਸੀਂ ਤਾਂ ਜਾ ਕੇ ਆਏ ਹੋ, ਲੋਕ ਤੁਹਾਨੂੰ ਜੱਫੀਆਂ ਪਾਉਂਦੇ, ਮੈਂ ਨਹੀਂ ਗਿਆ, ਤੁਹਾਨੂੰ ਜੱਫੀਆਂ ਪਾਉਂਦੇ, ਲੋਕ ਮਿਲਦੇ, ਖਾਣੇ ਤੁਹਾਨੂੰ ਖਵਾਉਂਦੇ। ਦੇ ਵਾਂਟ ਟੂ ਬੀ ਟੂਗੈਦਰ। ਇਸ ਲਈ ਇਹ ਜਿਹੜੀ ਆ ਡੈਮੋਕ੍ਰੇਸੀ ਦੀ ਛਿੱਲ ਲਾਉਣ ਵਾਲਾ ਹੁੰਦੀ। ਇੱਕ ਗੱਲ ਕਰਕੇ ਮੈਂ ਖਤਮ ਕਰੂੰਗਾ, ਫਿਰ ਤੁਸੀਂ ਅੱਗੇ ਜੋ ਸਵਾਲ ਕਰੋ। ਡੈਮੋਕ੍ਰੇਸੀ ਇਜ਼ ਆਲਵੇਜ਼ ਹਾਈਜੈਕਡ ਬਾਈ ਰਿਲੀਜਨ। ਰਿਲੀਜਨ ਜਦੋਂ ਉਹਨੂੰ ਹਾਈਜੈਕ ਕਰਦਾ ਤਾਂ ਫਿਰ ਉਹਨੂੰ ਉਹ ਇੱਕ ਨੈਸ਼ਨਲਿਜ਼ਮ ਦੀ ਸਪਿਰਿਟ ਦੇ ਕੇ ਉਹਨੂੰ ਵੱਖ-ਵੱਖ ਤਰੀਕਿਆਂ 'ਚ ਵੰਡ ਕੇ ਰੱਖ ਦਿੰਦਾ ਤੇ ਉਹਦੇ ਉੱਤੇ ਉਹ ਫਾਇਦਾ ਚੁੱਕਦਾ। ਇਹ ਹਿੰਦੁਸਤਾਨ ਦੀ ਅੱਜ ਹਾਲਤ। ਬਿਲਕੁਲ। ਅੱਛਾ ਡਾਕਟਰ ਸਾਹਿਬ, ਅਸਲ ਦੇ ਵਿੱਚ ਚਲੋ ਠੀਕ ਤੁਸੀਂ ਕਹਿ ਰਹੇ ਹੋ, ਇਹਦਾ ਮਤਲਬ ਹੈ ਜਦੋਂ ਸਾਡੀ ਪੂਰੀ ਸਮੁੱਚੀ ਭਾਰਤੀ ਕੌਮ ਸੰਕਟ ਵਿੱਚ ਸੀ, ਬਸਤੀਵਾਦ ਦੀ ਗੁਲਾਮੀ ਦਾ ਯੁੱਗ ਸੀਗਾ, ਤੇ ਤੁਸੀਂ ਜਿਵੇਂ ਦੱਸਿਆ ਤਾਇਆ ਹਮੀਦਾ, ਚਾਚਾ ਫਲਾਣਾ ਤੇ ਆਪਾਂ ਮਿਲ ਜੁਲ ਕੇ ਰਹਿੰਦੇ ਸੀ ਤੇ ਅਸੀਂ ਉਸ ਆਜ਼ਾਦੀ ਵਾਸਤੇ ਇਕੱਠਿਆਂ ਨੇ ਸੰਘਰਸ਼ ਵੀ ਕੀਤਾ ਸੀ। ਜਦੋਂ ਆਪਾਂ ਦੇਖਦੇ ਹਾਂ ਉਸ ਦਾ ਸਮਿਆਂ ਦੇ ਜਿਹੜੇ ਲੀਡਰ ਸੀਗੇ, ਭਾਵੇਂ ਬਾਅਦ ਵਿੱਚ ਇੱਕ ਵੰਡ, ਬੜੀ ਤਿੱਖੀ ਵੰਡ ਕੀਤੀ ਗਈ ਇਸਲਾਮ ਦੇ ਨਾਂ ਤੇ, ਦੋ ਕੌਮਾਂ ਦੇ ਸਿਧਾਂਤ ਦੇ ਉੱਤੇ, ਕਿਉਂਕਿ ਜਦੋਂ ਕੌਮ ਦੀ ਗੱਲ ਕਰਦੇ ਆ ਨਾ ਬਾਰ-ਬਾਰ, ਫਿਰ ਧਰਮ ਨੂੰ ਕੌਮ ਕਹਿ ਦਿੰਦੇ ਆ ਤੇ ਫਿਰ ਕਿਤੇ ਗੜਬੜ ਜੀ ਜ਼ਰੂਰ ਹੁੰਦੀ ਨਜ਼ਰ ਆਉਂਦੀ ਆ। ਇਸ ਸਿਧਾਂਤ ਨੇ ਭਾਰਤ ਦਾ ਬਹੁਤ ਵੱਡਾ ਨੁਕਸਾਨ ਕੀਤਾ ਸੀ। ਜਿਹੜੀ ਸਾਡੀ ਪਾਰਟੀਸ਼ਨ ਹੋਈ 47 'ਚ, ਭਾਰਤ ਦਾ ਨਾ ਕਹੀਏ, ਮੈਂ ਕਹੂੰਗਾ ਪੰਜਾਬ ਦਾ ਤੇ ਬੰਗਾਲ ਦਾ ਵੱਡਾ ਨੁਕਸਾਨ ਕੀਤਾ ਸੀਗਾ। ਬਾਕੀ ਭਾਰਤ ਵਾਸੀਆਂ ਨੂੰ ਸ਼ਾਇਦ ਕੋਈ ਬਹੁਤਾ ਉਹਦੀ ਸੇਕ ਨਾ ਲੱਗਿਆ ਹੋਵੇ। 10 ਲੱਖ ਤੋਂ ਵੱਧ ਪੰਜਾਬੀ ਇਹਦੀ ਭੇਟ ਚੜ੍ਹ ਗਏ ਸੀਗੇ। ਤੇ ਚਲੋ ਵੱਖਰੀ ਗੱਲ ਆ ਵੀ ਬੰਗਲਾਦੇਸ਼ ਵਾਲੇ ਪਾਸੇ, ਬੰਗਲਾਦੇਸ਼ ਬਣਨ ਕਰਕੇ ਇੱਦਾਂ ਦਾ ਨਹੀਂ ਸੀ ਹੋਇਆ, ਘੱਟ ਮੌਤਾਂ ਹੋਈਆਂ ਹੋਣਗੀਆਂ, ਪਰ ਜਿਹੜੀ ਕੱਟ ਵੱਢ ਆ ਉਹ ਸਾਰੇ ਹਿੰਦੁਸਤਾਨ 'ਚ ਹੋਈ। ਉਹ ਸਮੇਂ ਅੱਜ ਵੀ ਜਦੋਂ ਲੋਕੀ ਯਾਦ ਕਰਦੇ ਆ ਰੌਂਗਟੇ ਖੜੇ ਹੁੰਦੇ ਆ, ਵੱਡਿਆਂ ਕੋਲ ਸੁਣੀਆਂ ਗੱਲਾਂ ਚੇਤੇ ਆਉਂਦੀਆਂ ਨੇ। ਪਰ ਇੰਨੇ ਸਾਲਾਂ ਦੇ ਬਾਅਦ ਵੀ ਅਸੀਂ ਸੰਭਲ ਨਹੀਂ ਸਕੇ। ਉਹਨੂੰ ਪਛਤਾਤਾਪ ਕਰਨ ਦੀ ਬਜਾਏ ਹੁਣ ਅਸੀਂ ਹੋਰ ਤੀਬਰਤਾ ਨਾਲ ਧਰਮਾਂ ਦੀ ਫਿਲਾਸਫੀ ਨੂੰ ਅੱਗੇ ਲੈ ਕੇ ਆ ਰਹੇ ਹਾਂ। ਪੰਜਾਬ ਦੇ ਇੱਕ ਛੋਟੇ ਜਿਹੇ ਖਿੱਤੇ 'ਚ ਕੁਝ ਲੋਕ ਉੱਠੇ ਜਿਹੜੇ ਕਹਿੰਦੇ ਸਾਨੂੰ ਖਾਲਿਸਤਾਨ ਚਾਹੀਦਾ ਆ।
ਇਸੇ ਤਰ੍ਹਾਂ ਹੀ ਜਿਹੜੀ ਬਹੁ ਗਿਣਤੀ ਆ, ਜਿਹੜੀ ਅੱਗੇ ਹੀ ਸਾਰੇ ਸ਼ਾਸਨ ਦੇ ਉੱਤੇ ਕਾਬਜ ਹੈ, ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਬਹੁਤ ਵਿਤਕਰਾ ਹੋ ਗਿਆ, ਅਸੀਂ ਤੇ ਹਿੰਦੂਤਵ ਵਾਲੀ ਫਿਲਾਸਫੀ ਲੈ ਕੇ ਆਵਾਂਗੇ, ਦੇਸ਼ ਨੂੰ ਹਿੰਦੂ ਰਾਜ ਬਣਾਵਾਂਗੇ। ਯਾਨੀ ਕਿ ਆਪਾਂ ਪੁਰਾਣੀ 47 ਦੀ ਵੰਡ ਨੂੰ, ਇਹ ਦਰਦ ਨੂੰ ਭੁੱਲਣ ਦੀ ਬਜਾਏ, ਉਹਦੇ ਤੋਂ ਸਿੱਖਿਆ ਲੈਣ ਦੀ ਬਜਾਏ ਸਗੋਂ ਉਲਟ ਦਿਸ਼ਾ ਨੂੰ ਨਹੀਂ ਤੁਰ ਪਏ ਕਿਤੇ। ਆਈ ਐਗਰੀ ਵਿਦ ਯੂ। ਮਿਸਾਲ ਦੇ ਤੌਰ 'ਤੇ ਮੈਂ ਤੁਹਾਨੂੰ ਮਿਸਾਲ ਦਿੰਦਾ ਕਿ ਪੁਰਾਣੇ ਵਕਤਾਂ ਦੇ ਵਿੱਚ ਦੇਖੋ ਸਾਡੇ ਸਾਹਮਣੇ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗੀ ਤਰ੍ਹਾਂ ਤੁਸੀਂ ਵਾਕਫ ਹੈ, ਜਦ ਉੱਥੇ ਸਾਨੂੰ ਐਕਸੈਪਟ ਕਰਕੇ ਤੁਰਨਾ ਪਊ ਕਿ ਉੱਥੇ ਹਿੰਦੂ ਜਿਹੜਾ ਉਹ ਮੈਜੋਰਟੀ 'ਚ ਹੈ, ਠੀਕ ਹੈ ਜੀ। ਨਹੀਂ, ਉਹ ਐਕਸੈਪਟ ਕਰੀਏ ਨਾ ਕਰੀਏ, ਜ਼ਮੀਨੀ ਹਕੀਕਤ ਆ, ਬਹੁਤ ਗਿਣਤੀ ਹੈ ਸਾਰੂ। ਬਿਲਕੁਲ ਠੀਕ ਹੈ। ਹੁਣ ਜਦੋਂ ਉਹਨੇ ਦੇਖਿਆ ਯਾਰੋ ਠੀਕ ਆ, ਕੁਰਬਾਨੀਆਂ ਬਹੁਤ ਦਿੱਤੀਆਂ, ਸਭ ਤੋਂ ਵੱਡੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ। ਜਦੋਂ ਵੰਡ ਹੋਈ ਤੇ ਉਦੋਂ ਵੀ ਉਹ ਕੱਟ ਕੇ ਇੱਕ ਹਿੱਸਾ ਈਸਟ ਪਾਕਿਸਤਾਨ ਬਣਾ ਕੇ ਬਹਿ ਗਿਆ ਤੇ ਇੱਕ ਬਹਿ ਗਿਆ ਵੈਸਟ, ਤੇ ਉਹਦੇ 'ਚ ਕੱਟ ਵੱਧ ਕਿਹਦੀ ਹੋਈ? ਪੰਜਾਬ ਦੀ ਤੇ ਬੰਗਾਲ ਦੀ, ਠੀਕ ਹੈ। ਮੁੜ ਕੇ ਹਾਲਾਤ ਇਹ ਕਸ਼ਮੀਰ ਆਪਣੇ ਆਪ ਨੂੰ ਅਲੱਗ ਬਣਾਉਣਾ ਚਾਹੁੰਦਾ, ਮੁਸਲਮਾਨ ਅਲੱਗ ਬਣਾ ਕੇ ਬਹਿ ਗਏ, ਸਿੱਖ ਖਾਲਿਸਤਾਨ ਮੰਗਦੇ। ਇੱਕ ਰਿਵਾਈਵਲਿਜ਼ਮ ਹਿੰਦੂਇਜ਼ਮ ਦੇ ਵਿੱਚ ਜਿਹੜਾ ਪੈਦਾ ਹੋਇਆ ਉਹ ਇਹ ਸੀ ਕਿ ਵਾਈ ਨਾਟ ਮੀ, ਮੇਰੇ ਨਾਲ ਕੀ ਧੱਕਾ ਹੋ ਰਿਹਾ ਕਿ ਮੈਂ ਮੈਜੋਰਟੀ 'ਚ ਯਾਰ, ਸਾਰੇ ਵੰਡ ਕੇ ਰੱਖੀ ਜਾ ਰਹੇ। ਔਰ ਮੈਂ ਸੋਚਦਾ ਇੱਕ ਇਹਦਾ ਇਹ ਕਾਜ਼ ਵੀ ਸੀ ਕਿ ਹਿੰਦੂ ਰਿਵਾਈਵਲਿਜ਼ਮ ਆਉਣ ਦਾ ਇੱਕ ਵੱਡਾ ਸਬਬ ਇਹ ਸੀ ਕਿ ਮੈਂ ਮੈਜੋਰਟੀ 'ਚ ਹੁੰਦਿਆਂ ਮੈਂ ਸਾਰਿਆਂ ਦੇ ਥੱਲੇ ਲੱਗਾ ਹੋਇਆ। ਹਾਂਜੀ, ਸੋ ਇਹ ਚੀਜ਼ਾਂ ਬੜੀਆਂ ਕੰਪਲੈਕਸ ਆ। ਪਰ ਮੇਰੇ ਸਾਹਮਣੇ ਜਿਹੜੀ ਚੀਜ਼ ਹੈਗੀ ਆ, ਮੈਂ ਉਸ ਖਿੱਤੇ 'ਚ ਜੰਮਿਆ, ਉਸ ਮਿੱਟੀ ਦਾ ਬਣਿਆ ਹੋਇਆ। ਮੈਨੂੰ ਦੁੱਖ ਹੁੰਦਾ ਕਿ ਇਸ ਮੁਲਕ ਨੇ ਜੇ ਇਸ ਕਿਸਮ ਦੀ ਫਿਲਾਸਫੀ ਜਿਹੜੀ ਆ ਨੈਸ਼ਨਲਿਜ਼ਮ ਸਪਿਰਿਟ ਨੂੰ ਬਣਾ ਰਿਹਾ ਆ, ਤਾਂ ਉਭਾਰ ਰਿਹਾ ਕਿ ਇਸ ਨਾਅਰੇ ਦੇ ਹੇਠਾਂ ਅਸੀਂ ਜੀਣਾ, ਤੇ ਬਾਕੀ ਜਿਹੜੀਆਂ ਮਾਈਨੋਰਟੀਜ਼ ਆ ਉਹ ਉੱਥੇ ਸਫਰ ਕਰਨੀਆਂ ਬੁਰੀ ਤਰ੍ਹਾਂ। ਅਲਟੀਮੇਟਲੀ ਉਹ ਮਾਈਨੋਰਟੀਜ਼ ਇੱਕ ਥਾਂ ਹੋ ਕੇ, ਅੱਜ ਵੀ ਜੇ ਮਾਈਨੋਰਟੀਜ਼ ਔਰ ਜਿਹੜੀਆਂ ਮਤਲਬ ਦਲਿਤ ਕਲਾਸਿਸ ਇਕੱਠੀਆਂ ਹੋ ਜਾਣ ਤਾਂ ਹਿੰਦੂਆਂ ਦੇ ਸਾਹਮਣੇ ਕੁਝ ਵੀ ਨਹੀਂ ਰਹਿ ਜਾਂਦਾ। ਤੇ ਅਲਟੀਮੇਟਲੀ ਜੇ ਪ੍ਰੈਸ਼ਰ ਵੱਧਦਾ ਗਿਆ ਤੇ ਹੋਣਾ ਇਹ ਹੋਈ ਆ। ਡਾਕਟਰ ਸਾਹਿਬ, ਕੱਲੇ ਹਿੰਦੂਆਂ ਦੀ ਗੱਲ ਨਹੀਂ ਆ, ਖਾਸ ਕਰਕੇ ਜਿਹੜੀ ਆਪਣੇ ਆਪ ਨੂੰ ਸਭ ਤੋਂ ਉੱਚ ਸ਼੍ਰੇਣੀ ਕਹਿੰਦੀ ਆ ਬ੍ਰਾਹਮਣ, ਉਹ ਤਾਂ ਕਹਿੰਦੇ ਆ 4% 5% ਵੀ ਨਹੀਂ। ਤੇ ਜਿੱਥੇ ਮਰਜ਼ੀ ਦੇਖ ਲਓ ਤੁਸੀਂ, ਕਿਸ ਤਰੀਕੇ ਨਾਲ ਉਹ ਜਿਹੜੀ ਉਹ ਪੁਰਾਣੀ ਪ੍ਰਥਾ ਹੈ ਇਹਨਾਂ ਦੀ ਮਨੂੰ ਸਿਮਰਤੀ ਵਾਲੀ ਬ੍ਰਾਹਮਣਵਾਦ ਨੂੰ ਜਿਸ ਤਰੀਕੇ ਨਾਲ ਉਭਾਰਿਆ ਗਿਆ, ਜਿਸ ਤਰੀਕੇ ਨਾਲ ਬ੍ਰਾਹਮਣੀ ਜਿਹੜਾ ਕਲਚਰ ਹੈ ਉਹਨੂੰ ਦੁਬਾਰਾ ਅੱਗੇ ਲਿਆਂਦਾ ਗਿਆ, ਜਿਸ ਤਰੀਕੇ ਨਾਲ ਜਿੰਨੀਆਂ ਜਗ੍ਹਾ ਨੇ, ਤੁਸੀਂ ਅੱਜ ਵੇਖ ਲਓ ਜਿੰਨੇ ਵੱਡੇ ਸੰਵਿਧਾਨਕ ਅਦਾਰੇ ਆ ਉਹਨਾਂ ਦੇ ਮੁਖੀ, ਕੱਲ੍ਹ ਹੀ ਮੈਂ ਦੇਖ ਰਿਹਾ ਸੀ, ਇੱਕ ਖਬਰ ਵੇਖ ਰਿਹਾ ਸੀਗਾ ਕਿ ਜਿਹੜੇ ਵੀ ਵਿਧਾਨਕ ਅਦਾਰੇ ਦੀ ਗੱਲ ਕਰਦੇ ਆ, ਕੋਈ ਮਿਸ਼ਰਾ ਬੈਠਾ ਹੈ, ਕੋਈ ਸ੍ਰੀਵਾਸਤਵਾ ਬੈਠਾ ਹੈ, ਕੋਈ ਦੂਜਾ ਬੈਠਾ ਹੈ। ਯਾਨੀ ਕਿ ਰਿਪਰੈਜ਼ੈਂਟੇਸ਼ਨ ਜਿਹੜੀ 3-4% ਲੋਕ ਨੇ ਉਹਨਾਂ ਦੀ ਇੰਨੀ ਜ਼ਿਆਦਾ ਉਹਨਾਂ ਕਰਤੀ ਕਿ ਘੱਟੋ ਘੱਟ ਆਉਣ ਵਾਲੇ 20-25 ਸਾਲ ਤੁਸੀਂ ਉਸ ਚੱਕਰ 'ਚੋਂ ਨਿਕਲ ਨਹੀਂ ਸਕਦੇ। ਵੈਰੀ ਟਰੂ। ਔਰ ਉਹਨਾਂ 20-25 ਸਾਲਾਂ 'ਚ ਹੋਣ ਵਾਲਾ ਇਹ ਆ ਕਿ ਅਲਟੀਮੇਟਲੀ ਇੱਕ ਕਹਿੰਦੇ ਬਿੱਲੀ ਨੂੰ ਵੀ ਤੰਗ ਕਰੋ ਤਾਂ ਇੱਕ ਦਿਨ ਉਹ ਤੁਹਾਡੇ ਗਲ ਪੈ ਜਾਂਦੀ। ਅਲਟੀਮੇਟਲੀ ਹੋਣ ਵਾਲਾ ਸਿਲਸਿਲਾ ਇਹ ਕਿ ਜਿਹੜੀ ਦਲਿਤ ਕਲਾਸਿਸ ਉਹ ਅਜੇ ਵੀ ਮੈਜੋਰਟੀ 'ਚ ਆ, ਤਾਂ ਮਾਈਨੋਰਟੀਜ਼ ਜੇ ਇਕੱਠੀਆਂ ਹੋ ਕੇ, ਸਿੱਖ ਆ ਉੱਥੇ, ਹਿੰਦੂ ਇਸਲਾਮ ਜੇ ਇਕੱਠੇ ਹੋ ਕੇ ਇਸ ਸੰਘਰਸ਼ ਦੇ ਵਿੱਚ ਇਸ ਜਿਹੜੀ ਬਿੱਦਤ ਨੂੰ ਦੂਰ ਕਰਨ ਦੇ ਲਈ ਇੱਕ ਸੰਘਰਸ਼ ਕਰਨ, ਤੇ ਇਹ ਸਾਰੇ ਦੇ ਸਾਰੇ ਨੂੰ ਨੱਥ ਪਾਈ ਜਾ ਸਕਦੀ। ਜੇ ਉਹ ਆਪਸ ਨੂੰ ਇਕੱਠੇ ਹੋ ਕੇ ਨਹੀਂ ਚੱਲਣਗੇ, ਹੁਣ ਤੁਸੀਂ ਕਿਸਾਨ ਮੋਰਚੇ 'ਚ ਹੀ ਦੇਖੋ ਕਿ ਉੱਥੇ ਇੱਕ ਪਾਸੇ ਤੇ ਕਿਸਾਨ ਇਕੱਲਾ ਖੜਾ, ਇੱਕ ਪਾਸੇ ਉਹਨੂੰ ਡਿਵਾਈਡ ਕਰਨ ਵਾਲੀਆਂ ਕਈ ਪਾਰਟੀਆਂ, ਮਾਰਕਸਿਸਟ ਵੀ ਆ, ਮਾਰਕਸਿਸਟ ਦੇ ਵਿੱਚ ਉਹ ਵੀ ਆ ਕਿ ਰਾਈਟਿਸਟ ਕਿਹੜੇ ਆ, ਲੈਫਟਿਸਟ ਕਿਹੜੇ ਆ, ਯੂਨੀਅਨਿਸਟ ਕਿਹੜੇ ਆ। ਉਹਨਾਂ ਨੇ ਆਪਣੇ ਸੰਘਰਸ਼ ਨੂੰ ਯੂਨਿਟੀ ਦੀ ਇੱਕ ਲੜੀ ਦੇ ਵਿੱਚ ਪਰੋ ਕੇ ਤਾਂ ਨਹੀਂ ਲੜ ਰਹੇ, ਉਹ ਲੜ ਰਹੇ ਆਪਣੇ ਸੰਘਰਸ਼ ਨੂੰ। ਉਹਦੇ ਵਿੱਚ ਜਿਹੜੀ ਆ ਉਹ ਸਭ ਤੋਂ ਵੱਡੀ ਡਿਫੀਟ ਜਿਹੜੀ ਕਿਸਾਨ ਦੀ ਹੋਈ ਔਰ ਹੋ ਵੀ ਰਹੀ ਜੀ। ਅੱਛਾ, ਨਹੀਂ ਜੀ ਡਾਕਟਰ ਸਾਹਿਬ, ਤੁਸੀਂ ਪੋਲੀਟੀਕਲ ਪਾਰਟੀਆਂ ਦਾ ਜ਼ਿਕਰ ਕਰ ਰਹੇ ਹੋ, ਪਰ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਜਿੰਨੀਆਂ ਵੀ ਵੱਖ-ਵੱਖ ਸੋਚਾਂ ਦੇ ਲੋਕ ਆ, ਉਹਨਾਂ ਨੇ ਤੇ ਅਪਰੂਵ ਕਰ ਦਿੱਤਾ ਕਿ ਜੇ ਅਸੀਂ ਇਕੱਠੇ ਹੋ ਕੇ ਸੰਘਰਸ਼ ਲੜੀਏ ਤੇ ਸਾਡਾ ਟਾਰਗੇਟ ਉਹੀ ਹੋਵੇ, ਉਹ ਤੋਂ ਥਿੜਕੀਏ ਨਾ, ਜਿਹੜੀਆਂ ਗੱਲਾਂ ਨੂੰ ਅਸੀਂ ਲੈ ਕੇ ਚੱਲੇ ਸੀ, ਤੇ ਫਿਰ ਸਫਲਤਾ ਕਿਤੇ ਨਾ ਕਿਤੇ ਸਫਲਤਾ ਜਿਹੜੀ ਆ ਉਹ ਮਿਲ ਸਕਦੀ ਆ। ਅਲਟੀਮੇਟਲੀ ਉਹਨਾਂ ਨੂੰ ਕਰਨਾ ਪੈਣਾ, ਨਹੀਂ ਤਾਂ ਕੀ ਹੋਊਗਾ ਜੇ ਇਹ ਗੱਲ ਹੁੰਦੀ ਨਾ, ਤੇ ਅੱਜ ਕਿਸਾਨ ਇੱਕ ਵਿਦਆਊਟ ਮਾਰਕਸਿਸਟ, ਵਿਦਆਊਟ ਯੂਨੀਅਨਿਸਟ, ਰਾਈਟਿਸਟ, ਕਿਸਾਨ ਪਾਰਟੀ ਖੜੀ ਕਰਕੇ
ਪੰਜਾਬ ਨੂੰ ਆਪਣੇ ਹੱਥਾਂ 'ਚ ਲੈ ਕੇ ਠੀਕ ਤਰੀਕੇ ਨਾਲ ਚਲਾ ਸਕਦਾ। ਉਹ ਹੋਣੀ ਨਹੀਂ ਇਹਨਾਂ ਦੀ, ਨਹੀਂ ਹੋ ਸਕਦੀ। ਬਿਲਕੁਲ ਡਾਕਟਰ ਸਾਹਿਬ, ਇੱਕ ਤੁਸੀਂ ਜ਼ਿਕਰ ਕੀਤਾ ਆਜ਼ਾਦੀ ਤੋਂ ਪਹਿਲਾਂ ਜਦੋਂ ਸਰ ਛੋਟੂ ਰਾਮ ਮੁਰੀਦ ਸੀ ਤੇ ਲਿਆਕਤ ਖਾਨ ਵਗੈਰਾ ਸੀਗੇ, ਯੂਨੀਅਨਿਸਟ ਪਾਰਟੀ ਬਣੀ ਸੀਗੀ ਜਿਹੜੀ ਯੂਨੀਅਨਿਸਟ, ਤੇ ਉਦੋਂ ਕਹਿੰਦੇ ਆ ਕਿ ਉਹ ਕਿਸਾਨ ਪੱਖੀ ਪਾਰਟੀ ਸੀ ਤੇ ਉਹਨਾਂ ਨੇ ਜਿਹੜੇ ਉਦੋਂ ਸਰ ਛੋਟੂ ਰਾਮ ਰਾ ਨੇ ਕੁਝ ਉਦੋਂ ਕੰਮ ਕੀਤੇ, 25-30 ਦੇ ਕਰੀਬ ਬਿੱਲ ਉਹਨਾਂ ਬਣਵਾ ਲਏ ਸੀ ਜਿਹੜੇ ਕਿਸਾਨੀ ਹਿੱਤਾਂ ਨੂੰ ਸਮਰਪਿਤ ਸੀਗੇ। ਉਹੋ ਜਿਹਾ ਮਾਹੌਲ ਤੁਹਾਨੂੰ ਕਿਤੇ ਬਣਦਾ ਦਿਖਦਾ ਹੈ ਕਿ ਆਉਣ ਵਾਲੇ ਸਮੇਂ 'ਚ ਕੋਈ ਐਸੀ ਪੋਲੀਟੀਕਲ ਪਾਰਟੀ ਬਣ ਸਕਦੀ ਆ ਜਿਸ 'ਚ ਡੋਮੀਨੇਟ ਭਾਰਤ ਦੀ ਕਿਸਾਨੀ ਕਰੂਗੀ ਬਿਨਾਂ ਭੇਦ ਤੋਂ ਕਿ ਉਹ ਕ੍ਰਿਸਚਨ ਆ, ਸਿੱਖ ਹੈ, ਮੁਸਲਮਾਨ ਹੈ, ਹਿੰਦੂ ਆ, ਕਿਸਾਨ ਦਾ ਮਤਲਬ ਕਿਸਾਨ ਹੈ? ਕੋਈ ਇਦਾਂ ਦੀ ਸੰਭਾਵਨਾ ਨਜ਼ਰ ਆਉਂਦੀ? ਇਹਦੇ ਵਿੱਚ ਹਰਜੀਤ ਸਿੰਘ ਜੀ, ਇਹਦੇ 'ਚ ਮੈਂ ਇਹ ਦੁੱਖ ਨਾਲ ਕਹਿਣਾ ਚਾਹੁੰਦਾ ਕਿ ਜੇ ਅੱਜ ਪੰਜਾਬ ਦਾ ਕਿਸਾਨ ਤਾਂ ਬਾਕੀ ਸੂਬਿਆਂ ਦਾ ਕਿਸਾਨ ਲੜ ਰਿਹਾ, ਤੇ ਜਿਹੜੀਆਂ ਉੱਥੇ ਕਲਾਸਿਸ ਹੈ, ਦਲਿਤ ਕਲਾਸਿਸ ਹੈ, ਕ੍ਰਿਸਚਨਸ ਹੈਗੇ, ਮੁਸਲਮਾਨ, ਉਹ ਤਮਾਸ਼ਾ ਦੇਖ ਰਹੇ ਆ। ਵਾਈ ਦੇ ਆਰ ਨਾਟ ਸਟੈਂਡਿੰਗ? ਬੇਸ਼ੱਕ ਉਹ ਨਾ ਵੀ ਹੋਣ ਕਿਸਾਨ, ਪਰ ਉਹ ਇਹ ਤਾਂ ਮਹਿਸੂਸ ਕਰ ਰਿਹਾ ਕਿ ਉਹ ਇੱਕ ਸੰਘਰਸ਼ ਲੜ ਰਿਹਾ ਕਿਸਾਨ, ਜਿਹਦੇ ਵਿੱਚ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁਚਲਿਆ ਜਾ ਸਕਦਾ। ਤੇ ਵਾਈ ਦੇ ਆਰ ਨਾਟ ਸਪੋਰਟਿੰਗ? ਮੇਰਾ ਇੱਕ ਸਟਰਲਿੰਗ ਕੁਐਸਚਨ। ਔਰ ਮੈਂ ਕਦੀ ਸਟੇਟਮੈਂਟ ਨਹੀਂ ਸੁਣਦਾ ਦਲਿਤ ਲੋਕਾਂ ਦੀ, ਦਲਿਤ ਲੀਡਰਾਂ ਦੀ, ਜਾਂ ਇਸਲਾਮ ਦੇ ਲੋਕਾਂ ਦੀ, ਜਾਂ ਮਤਲਬ ਹੋਰ ਕਿਸੇ ਦੀ, ਸਵਾਏ ਕਿ ਪੰਜਾਬੀ ਵਿਚਾਰੇ ਉਸ ਚੱਕੀ ਦੇ ਵਿੱਚ ਪਿਸ ਹੋ। ਡਾਕਟਰ ਸਾਹਿਬ, ਅਸੀਂ ਕੱਲ੍ਹ ਹੀ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਇਹ ਸਵਾਲ ਖੜਾ ਕੀਤਾ ਸੀਗਾ ਕਿ ਹਿੰਦੁਸਤਾਨ ਦੇ ਵਿੱਚ ਇੱਕ ਐਸੀ ਐਲੀਟ ਕਲਾਸ ਵੀ ਹੈ ਜਿਹੜੀ ਸ਼ਹਿਰੀ ਮੱਧ ਵਰਗ ਜਿਹਨੂੰ ਕਹਿੰਦੇ ਆ, ਜਿਹਦੇ ਬਾਜ਼ਾਰ ਵੱਲ ਦੁਨੀਆ ਵੇਖ ਰਹੀ ਆ, ਤੇ ਉਹਨਾਂ ਨੂੰ ਮਾੜੀ ਜੀ ਝਰੀਟ ਵੀ ਆ ਜਾਂਦੀ ਹੈ ਨਾ, ਤੇ ਉਹ ਮੋਮਬੱਤੀਆਂ ਲੈ ਕੇ ਜਗਾਉਣ ਤੁਰ ਪੈਂਦੇ ਆ, ਦੇਸ਼ ਭਗਤੀ ਦੇ ਗੀਤ ਗਾਉਂਦੇ ਹੋਏ ਝੰਡੇ ਲੈ ਕੇ ਨਿਕਲਦੇ ਆ। ਪਰ ਜਦੋਂ ਅਸੀਂ ਵੇਖਿਆ ਪਿੱਛੇ CAA ਦੇ ਵਿਰੁੱਧ ਇੱਕ ਮੂਵਮੈਂਟ ਉੱਠੀ ਸੀਗੀ ਤੇ ਉਹ ਲੋਕ ਕਿਤੇ ਅੰਦਰ ਹੀ ਦੜੇ ਬੈਠੇ ਰਹੇ। ਹੁਣ ਕਿਸਾਨ ਮੂਵਮੈਂਟ ਸਾਲ ਦੀ ਚੱਲ ਰਹੀ ਆ, ਜਿਹਨੂੰ ਅਸੀਂ ਸੋ ਕਾਲਡ ਸਿਵਲ ਸੁਸਾਇਟੀ ਕਹਿੰਦੇ ਆ। ਉਹ ਸਿਵਲ ਸੁਸਾਇਟੀ ਕਿੱਥੇ ਆ? ਉਹ ਲੋਕ ਅੱਜ ਕਿਉਂ ਨਹੀਂ ਅੱਗੇ ਆ ਰਹੇ? ਉਹਨਾਂ ਨੂੰ ਕਿਉਂ ਨਹੀਂ ਦਿਖਦਾ ਕਿਸਾਨ ਦਾ ਦਰਦ? ਹਾਲਾਂਕਿ ਉਹ ਸਾਰੇ ਬੰਦੇ ਕਿਸਾਨੀ ਪ੍ਰੋਡਕਟ ਦੇ ਉੱਤੇ ਡਿਪੈਂਡੈਂਟ ਨੇ, ਤੇ ਜਿਹੜਾ ਭਾਰਤ ਦੀ ਇਕਨੋਮੀ ਆ, ਭਾਵੇਂ ਕਹਿਣ ਨੂੰ ਅੱਜ 10-5% ਹੀ ਉਹਦੇ ਵਿੱਚ ਕਿਸਾਨੀ ਦਾ ਜਿਹੜਾ ਵਾ ਉਹ ਕਿਹਾ ਜਾਂਦਾ GDP 'ਚ ਹਿੱਸਾ ਹੈ, ਪਰ ਤਾਣਾ ਬਾਣਾ ਸਾਡਾ ਇਦਾਂ ਦਾ ਹੈ ਕਿ ਉਹਨੂੰ ਅਸੀਂ ਅਮਰੀਕਾ, ਕੈਨੇਡਾ, ਇੰਗਲੈਂਡ ਨਾਲ ਨਹੀਂ ਜੋੜ ਕੇ ਵੇਖ ਸਕਦੇ, ਕਿਉਂਕਿ ਸਾਡੀ ਆਮ ਵਸੋਂ ਰੂਰਲ ਏਰੀਏ 'ਚ ਰਹਿਣ ਕਰਕੇ ਖੇਤੀ ਨਾਲ ਸਿੱਧੇ ਜਾਂ ਸਿੱਧੇ ਤੌਰ 'ਤੇ ਜੁੜੀ ਆ। ਤੇ ਉਹਨਾਂ ਲੋਕਾਂ ਨੂੰ ਇਹ ਕਿਉਂ ਨਹੀਂ ਸਮਝ ਆ ਰਹੀ ਜਿਹੜੇ ਆਪਣੇ ਆਪ ਨੂੰ ਸਿਵਲ ਸੁਸਾਇਟੀ ਕਹਿੰਦੇ ਆ, ਇੰਟੈਲੈਕਚੁਅਲ ਹੋਣ ਦਾ ਦਮ ਭਰਦੇ ਆ, ਉਹ ਲੋਕ ਕਿੱਥੇ ਨੇ? ਕੱਲ ਮੈਂ ਸਵਾਲ ਉਠਾਇਆ ਸੀ ਇਹ ਵੀ। ਸਭ ਤੋਂ ਵੱਡਾ ਜਿਹੜਾ ਅਪੋਰਚੁਨਿਸਟ ਹੁੰਦਾ ਨਾ, ਮੌਕਾ ਪ੍ਰਸਤ, ਹਾਂਜੀ, ਇਸ ਹਾਲਾਤ ਦੇ ਵਿੱਚ ਈਵਨ ਜਿੱਥੇ ਆਪਾਂ ਰਹਿੰਦੇ ਹਾਂ, ਬੈਸਟ ਡੈਮੋਕ੍ਰੇਸੀ ਇਨ ਦਾ ਵਰਲਡ, ਕੈਨੇਡਾ, ਅਮਰੀਕਾ ਜਾਂ ਯੂਰਪ ਔਰ ਇੰਗਲੈਂਡ ਵਗੈਰਾ, ਉੱਥੇ ਵੀ ਜਿਹੜਾ ਮੌਕਾ ਪ੍ਰਸਤੀ ਦਾ ਜਜ਼ਬਾ ਨਾ, ਉਹ ਇੰਨਾ ਭਾਰੂ ਆ ਕਿ ਉਹਨੂੰ ਨਹੀਂ ਗਵਾਉਣਾ ਚਾਹੁੰਦੇ। ਖਾਸ ਕਰਕੇ ਉਹ ਮੁਲਕ ਜਿਹੜੇ ਹੁਣੇ ਜਿਹੜੇ ਆਜ਼ਾਦ ਹੋਏ ਆ, ਉਹ ਕੀ ਕਰਦੇ ਕਿ ਜਿਹੜਾ ਸਭ ਤੋਂ ਵੱਡਾ ਗੁਲਾਮੀ ਦਾ ਇੱਕ ਵੱਡਾ ਤੌਕ ਗਲ ਦੇ ਵਿੱਚ ਇੱਕ ਰੱਸੀ ਪਈ ਹੁੰਦੀ, ਉਹ ਇਹ ਆ ਕਿ ਉਹ ਮੌਕਾ ਪ੍ਰਸਤ ਬਣ ਜਾਂਦਾ। ਮੌਕਾ ਪ੍ਰਸਤੀ 'ਚ ਉਹ ਬੇਸ਼ੱਕ ਕੋਈ ਇੰਟੈਲੈਕਚੁਅਲ ਆ, ਉਹ ਕਿਸੇ, ਮੈਂ ਕਈ ਜਾਣਦਾ ਉਹਨਾਂ ਲੋਕਾਂ ਨੂੰ ਜਿਹੜੇ ਵਾਈਸ ਚਾਂਸਲਰ ਆ ਜਾਂ ਜਿਹੜੇ ਹੈੱਡ ਆਫ ਦਾ ਡਿਪਾਰਟਮੈਂਟ, ਮੈਨੂੰ ਦੁੱਖ ਹੁੰਦਾ ਇਹ ਕਹਿੰਦਿਆਂ ਹੋਇਆ ਕਿ ਜਦੋਂ ਮੈਂ ਉਹਨਾਂ ਨਾਲ ਇਹ ਗੱਲ ਕਰਦਾ ਤਾਂ ਉਹ ਕਹਿੰਦੇ ਜੀ ਦੇਖੋ ਜੀ ਅਸੀਂ ਆਪਣਾ ਕੰਮ ਚਲਾਉਣਾ, ਉਹ ਆਪਣਾ ਚਲਾਈ ਜਾਵੇ। ਉਹ ਐਡੇ, ਮੈਨੂੰ ਇੱਕ ਬਹੁਤ ਵੱਡੇ ਵਾਈਸ ਚਾਂਸਲਰ ਦੀ ਗੱਲ ਹੈ, ਤੁਹਾਨੂੰ ਪਤਾ ਹੋਣਾ, ਇੱਥੇ ਆਇਆ ਸੀ ਬੋਪਾ ਰਾਏ ਸਾਹਿਬ, ਯਾਦ ਹੈ ਤੁਹਾਨੂੰ? ਹਾਂਜੀ ਹਾਂਜੀ। ਬੋਪਾ ਰਾਏ ਸਾਹਿਬ ਨੇ ਮੈਨੂੰ ਇੱਕ ਵਾਰੀ ਬੁਲਾਇਆ ਉੱਥੇ ਯੂਨੀਵਰਸਿਟੀ ਦੇ ਵਿੱਚ। ਮੈਂ 7 ਕੁ ਦਿਨ ਉਹਨਾਂ ਦਾ ਮਹਿਮਾਨ ਸੀਗਾ ਉੱਥੇ ਯੂਨੀਵਰਸਿਟੀ ਦੇ ਵਿੱਚ। ਅਤੇ ਉਹਦੇ ਬਾਅਦ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹ ਕਹਿੰਦੇ ਦੇਖੋ ਜੀ ਮੈਂ ਪਹਿਲਾਂ DC ਰਿਹਾ, ਹੁਣ ਮੈਂ ਵਾਈਸ ਚਾਂਸਲਰ, ਮੈਂ ਕਦ ਤੋਂ ਐਵੇਂ ਜਥੇਦਾਰਾਂ ਨਾਲ ਗੜਬੜ ਪਾਉਣੀ ਆ, ਕੀ ਪਤਾ ਕੱਲ੍ਹ ਮੈਨੂੰ ਉਹ ਗਵਰਨਰ ਲਾ ਦੇਣ ਕਿਤੇ। ਕੈਨ ਯੂ ਇਮੈਜਿਨ ਕਿ ਜੇ ਇਹ ਹਾਲਾਤ ਹੈ ਇੱਕ ਵਾਈਸ ਚਾਂਸਲਰ ਦਾ, ਆਉਣ ਵਾਲੇ ਵਕਤ ਦੇ ਵਿੱਚ ਇੱਦਾਂ ਦੇ ਬਾਕੀ ਹੋਣਗੇ ਉੱਥੇ। ਅੱਛਾ ਡਾਕਟਰ ਸਾਹਿਬ, ਵੈਸੇ ਜਿਹੜੀਆਂ ਸੰਵਿਧਾਨਕ ਸੰਸਥਾਵਾਂ ਸੀਗੀਆਂ ਭਾਰਤ ਦੀਆਂ, ਚਾਹੇ ਉਹ ਇਲੈਕਸ਼ਨ ਕਮਿਸ਼ਨ ਹੋਵੇ, ਘੱਟ ਗਿਣਤੀ ਕਮਿਸ਼ਨ ਹੋਵੇ, ਹਿਊਮਨ ਰਾਈਟਸ ਕਮਿਸ਼ਨ ਹੋਵੇ, ਜਾਂ ਫਿਰ ਜਿਹੜਾ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਕਮਿਸ਼ਨ ਹੋਵੇ, ਬਹੁਤ ਸਾਰੀਆਂ ਸੰਸਥਾਵਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਆਪਾਂ ਜੇ ਵੇਖੀਏ ਤਾਂ ਇੱਕ ਉਹਨਾਂ ਨੂੰ ਇੰਡੀਪੈਂਡੈਂਸ ਮਿਲੀ ਹੋਈ ਸੀ ਕਿਤੇ ਨਾ ਕਿਤੇ। ਤੇ ਜਿਹੜੀ ਮੌਜੂਦਾ ਦੌਰ ਦੀ ਗੌਰਮੈਂਟ ਆਈ ਆ, ਉਹਨੇ ਜਿੱਦਾਂ ਮੈਂ ਪਹਿਲਾਂ ਸ਼ਬਦ ਵਰਤਿਆ ਕਿ ਉਹਨਾਂ ਆਪਣੇ ਬੰਦਿਆਂ ਦੀ ਘੁਸਪੈਠ ਕਰਕੇ ਲਗਭਗ ਸਾਰਾ ਕੁਝ ਹਾਈਜੈਕ ਕਰ ਲਿਆ।
ਤੇ ਇਹਦੇ ਬਾਵਜੂਦ ਵੀ ਕਦੀ ਸੁਪਰੀਮ ਕੋਰਟ ਵੱਲੋਂ ਕੋਈ ਝੌਂਕਾ ਐਸਾ ਆ ਜਾਂਦਾ, ਲੱਗਦਾ ਹੈ ਕਿ ਸੁਪਰੀਮ ਕੋਰਟ ਜਿਹੜੀ ਆ ਕਦੀ 100 ਚੋਂ ਇੱਕ ਦਾ ਫੈਸਲਾ ਐਸਾ ਦੇ ਦਿੰਦੀ ਆ ਜਿਹਦੇ ਨਾਲ ਸਾਡੀ ਫਿਰ ਥੋੜੀ ਜਿਹੀ ਆਸ ਵੱਧ ਜਾਂਦੀ ਆ। ਜਿਹੜੇ ਪਿਛਲੇ ਜਿਹੜੇ ਸਾਡੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੀਗੇ, ਜਿਹੜੇ ਬਾਅਦ ਚ MP ਬਣ ਗਏ, ਉਹਨਾਂ ਤੋਂ ਬਹੁਤ ਵੱਡੀਆਂ ਉਮੀਦਾਂ ਲੋਕੀ ਪਾਲ ਕੇ ਬੈਠੇ ਸੀ, ਕਿਉਂਕਿ ਉਹਨਾਂ ਨੇ ਜੱਜ ਰਹਿੰਦਿਆਂ ਹੋਇਆਂ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਸੁਪਰੀਮ ਕੋਰਟ 'ਚ ਸਭ ਅੱਛਾ ਨਹੀਂ ਚੱਲ ਰਿਹਾ। ਤੇ ਗਗੋਈ ਸਾਹਿਬ ਦੀ ਮੈਂ ਗੱਲ ਕਰ ਰਿਹਾ, ਤੇ ਜਿਸ ਤਰੀਕੇ ਨਾਲ ਆਖਰੀ ਦਿਨ ਉਹ ਰਾਮ ਮੰਦਰ ਵਾਲਾ ਫੈਸਲਾ ਦੇ ਕੇ ਚਲੇ ਗਏ, ਤੇ ਜਿਹੜਾ ਉਹ ਫੈਸਲਾ ਜਿਹੜੇ ਕਿਸੇ ਵਿਅਕਤੀ ਨੇ ਪੜ੍ਹਿਆ ਹੋਵੇ ਉਹਨੂੰ ਪਤਾ ਹੈ ਕਿ ਜੋ ਉਹਨਾਂ ਭੂਮਿਕਾ ਬੰਨੀ ਉਹ 'ਚ ਸਾਰਾ ਕੁਝ ਕਿਹਾ ਕਿ ਜਿਹੜੀ ਕੋਰਟ ਹੈ ਉਹ ਭਾਵਨਾਵਾਂ ਦੇ ਆਧਾਰ ਤੇ ਨਹੀਂ ਚੱਲਦੀ। ਅਸੀਂ ਇਹ ਨਹੀਂ ਸਾਬਤ ਕਰ ਸਕੇ ਕਿ ਇੱਥੇ ਕੋਈ ਮੰਦਰ ਹੁੰਦਾ ਸੀਗਾ। ਮਸਜਿਦ ਬਾਰੇ ਉਹਨਾਂ ਬਹੁਤ ਕੁਝ ਕਿਹਾ, ਤੇ ਅਖੀਰ 'ਚ ਬਹੁ ਗਿਣਤੀ ਦੇ ਦਬਾਅ ਥੱਲੇ ਫੈਸਲਾ ਉਹੋ ਹੀ ਦੇ ਗਏ ਜਿਹੜਾ ਬਹੁ ਗਿਣਤੀ ਨੂੰ ਸੂਟ ਕਰਦਾ ਸੀਗਾ। ਤੇ ਹੁਣ ਵਾਲੇ ਜਿਹੜੇ ਜਸਟਿਸ ਆਏ ਨਵੇਂ, ਉਹਨਾਂ ਤੋਂ ਵੀ ਥੋੜ੍ਹੀਆਂ ਜਿਹੀਆਂ ਉਮੀਦਾਂ ਬੱਝੀਆਂ ਨੇ। ਜਿੱਦਾਂ ਉਹਨਾਂ ਨੇ ਹੁਣ ਸੂਓ ਮੋਟੋ ਨੋਟਿਸ ਲਿਆ ਆ, ਖਾਸ ਕਰਕੇ ਲਖੀਮਪੁਰ ਖੇੜੀ ਜੋ ਘਟਨਾਵਾਂ ਆਈਆਂ ਉਹਦੀਆਂ, ਤੇ ਕਾਫੀ ਝਾੜ ਚੰਮ ਪਾਈ ਆ ਉਹਨਾਂ ਨੇ ਯੂਪੀ ਦੀ ਗਵਰਨਮੈਂਟ ਨੂੰ। ਭਾਵੇਂ ਉਹ ਵਕਤੀ ਤੌਰ ਤੇ ਲੱਗੇ ਕਾਗਜ਼ੀ ਆ, ਪਰ ਇਹਨਾਂ ਚੀਜ਼ਾਂ ਦੇ ਕੋਈ ਨਾ ਕੋਈ ਮੀਨਿੰਗ ਤੇ ਹੁੰਦੇ ਆ ਨਾ ਜੀ। ਹਾਂਜੀ, ਇੱਕ ਫਰੇਜ਼ ਆਉਂਦੀ ਹੈਗੀ ਇੰਗਲਿਸ਼ ਦੇ ਵਿੱਚ, ਉਹਨੂੰ ਕਹਿੰਦੇ ਹੌਗ ਵਾਸ਼ਿੰਗ। ਆ ਜਿਹੜੇ ਹੁੰਦੇ ਨਾ ਜਿਨ੍ਹਾਂ ਦੇ ਉੱਤੇ ਕੰਡੇ ਹੁੰਦੇ, ਕੀ ਕਹਿੰਦੇ ਉਹਨਾਂ ਨੂੰ, ਜਾਨਵਰ ਜੇ ਚੂਹੇ ਵਰਗੇ, ਹੌਗ ਵਾਸ਼ਿੰਗ। ਉਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਕੰਡਿਆਂ ਨੂੰ ਸੌਫਟ ਕਰਨ ਦੀ ਗੱਲ ਆ। ਇਸ ਕਿਸਮ ਦੀਆਂ ਜਿਹੜੀਆਂ ਸਰਕਾਰਾਂ ਉਹ ਕੀ ਕਰਦੀਆਂ ਕਿ ਇੱਕ ਦੋ ਫੈਸਲੇ ਜਾਂ ਇੱਕ ਦੋ ਗੱਲਾਂ ਐਸੀਆਂ ਕਰ ਜਾਣੀਆਂ ਜਿਨ੍ਹਾਂ ਦੇ ਨਾਲ ਲੋਕਾਂ ਦੇ ਮੂੰਹ ਬੰਦ ਹੋ ਜਾਣ। ਅਸਲ ਦੇ ਵਿੱਚ ਉਹ ਕਰ ਕੁਛ ਨਹੀਂ ਹੁੰਦੇ, ਲੋਕਾਂ ਨੂੰ ਖੁਸ਼ ਕਰਨ ਲਈ ਕਰ ਰਹੇ। ਕਰਨਾ ਕਰਾਉਣਾ ਅਲਟੀਮੇਟਲੀ ਉਹਨਾਂ ਨੇ ਉਹੀ ਹੋਣਾ ਜਿਹੜੀ ਉਸ, ਕਿਉਂਕਿ ਜਿਸ ਗਵਰਨਮੈਂਟ ਨੇ, ਜਿਸ ਸਰਕਾਰ ਨੇ ਉਹਨਾਂ ਨੂੰ ਚੀਫ ਜਸਟਿਸ ਬਣਾਇਆ, ਆਪਣੇ ਬੰਦੇ ਭਰਤੀ ਕੀਤੇ ਆ, ਅਮਰੀਕਾ 'ਚ ਵੀ ਇੱਦਾਂ ਹੁੰਦੀ, ਇੱਥੇ ਵੀ ਹੁੰਦੀ, ਉਹ ਉਹਨਾਂ ਦੇ ਖਿਲਾਫ ਕਿਉਂ ਵੋਟ ਦੇਣਗੇ? ਉਹ ਕੋਈ ਨਾ ਕੋਈ ਐਸਾ ਕੇਸ ਜਾਂ ਐਸਾ ਸ਼ੋਸ਼ਣ ਛੱਡ ਦੇਣਗੇ ਕਿ ਲੱਖੋ ਜੀ ਅਸੀਂ ਲੋਕ ਪੱਖੀ ਲੋਕ ਆ, ਅਸੀਂ ਸਾਰਾ ਕੰਮ ਜਿਹੜਾ ਲੋਕਾਂ ਲਈ ਕਰਦੇ ਜੀ। ਅੱਛਾ ਡਾਕਟਰ ਸਾਹਿਬ, ਇੱਕ ਫੈਨੋਮਨਾ ਜਿਹੜਾ ਹੋ ਰਿਹਾ ਉਹ ਵਰਲਡ ਵਾਈਡ ਚੱਲ ਰਿਹਾ ਇਸ ਵੇਲੇ, ਜਿਹਦੇ ਕਰਕੇ ਜਿਹੜੇ ਐਕਸਟ੍ਰੀਮ ਰਾਈਟ ਗਰੁੱਪ ਨੇ ਉਹ ਕਾਫੀ ਜ਼ਿਆਦਾ ਡੋਮੀਨੇਟ ਕਰ ਰਹੇ ਆ ਵਰਲਡ ਨੂੰ। ਉਹ ਹੈ ਨੈਸ਼ਨਲਿਜ਼ਮ, ਜਿੱਥੇ ਇੱਕ ਪਾਸੇ ਇਹ ਲੱਗਦਾ ਕਿ ਰਾਸ਼ਟਰਵਾਦ ਬੜਾ ਦੇਸ਼ ਭਗਤੀ ਵਾਲਾ ਕੰਮ ਹੈ, ਦੂਜੇ ਪਾਸੇ ਇੱਦਾਂ ਲੱਗਦਾ ਹੈ ਕਿ ਨੈਸ਼ਨਲਿਜ਼ਮ ਇੱਕ ਖਤਰਨਾਕ ਵਿਚਾਰਧਾਰਾ ਹੈ ਜਿਹੜੀ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀ, ਉਹ ਫਾਸ਼ਿਜ਼ਮ ਵੱਲ ਲੈ ਜਾਂਦੀ ਆ। ਤੁਹਾਡੇ ਤੇ ਕੀ ਕਮੈਂਟ ਨੇ? ਜੀ ਡਾਕਟਰ ਸਾਹਿਬ, ਉਹਨੂੰ ਕੱਟ ਦਿਓ ਜੀ। ਓ ਯਾਰ ਜੁੰਡੀ ਦੇ ਬਣਾਏ ਰੌਂਦ ਵਰਗੇ, ਯਾਰ ਜੁੰਡੀ ਦੇ ਬਣਾਏ ਰੌਂਦ ਵਰਗੇ, ਓਏ ਪਾੜਦੇ ਸਰੀਰ ਬੱਲਿਆ ਸੰਦ ਮਾਰ ਲੈ ਲਸਾਂਸਾਂ ਤੇ ਝਾੜ ਲੈ ਸੰਦ ਮਾਰ ਲੈ ਲਸਾਂਸਾਂ ਤੇ ਝਾੜ ਲੈ। ਓ ਦੋਗਲੇ ਜੇ ਖਾਂਦੇ ਖਾਰਨੇ ਓ ਪੰਜਾਂ ਉੱਤੇ ਕੇਸ ਚੱਲਦੇ ਜੀ, ਬਾਕੀ ਬਾਹਰ ਨੇ, ਓ ਬਾਕੀ ਬਾਹਰ ਨੇ, ਓ ਬਾਕੀ ਬਾਹਰ ਨੇ। ਓ ਸਾਡੇ ਪੈਰੀ ਹੱਥ ਲਾਉਂਦੀਆਂ ਦਲੇਰੀਆਂ, ਸਾਡੇ ਪੈਰੀ ਹੱਥ ਲਾਉਂਦੀਆਂ ਦਲੇਰੀਆਂ, ਵੇ ਮੌਤ ਸੌਂਦੀ ਪਾ ਕੇ ਜੱਫੀਆਂ ਸਾਡੇ ਨੈਣਾਂ 'ਚ, ਓ ਨੈਣਾਂ 'ਚ ਬਲੱਡ ਪਾਵੇ ਕਿੱਕਲੀ, ਸਾਡੇ ਨੈਣਾਂ 'ਚ ਬਲੱਡ ਪਾਵੇ ਕਿੱਕਲੀ। ਓ ਸ਼ੇਰ ਵਿੱਚ ਰਹਿੰਦੇ ਹੋਸ਼ ਨੇ ਓ ਕੁੱਡਾਂ ਵਿੱਚ ਰਹਿਣ ਲੱਗਦੇ ਓਏ ਖਰਗੋਸ਼ ਨੇ, ਓ ਖਰਗੋਸ਼ ਨੇ, ਓ ਖਰਗੋਸ਼ ਨੇ।
ਲੋਕੀ ਕਹਿੰਦੇ ਪਿਆਰ ਨਾਲ ਮਾਣ ਮਾਣ ਨੇ ਲੋਕੀ ਆਖਦੇ ਕਹਿੰਦੇ ਪਿਆਰ ਨਾਲ ਮਾਣ ਮਾਣ ਨੇ ਵੇ ਗੋਨਿਆਣਾ ਪਿੰਡ ਬੱਲਿਆ ਵੇ ਸ਼ੌਂਕੀ ਮੱਟ ਤੋਂ ਫੜੀ ਨਾ ਕਦੇ ਗੱਟ ਤੋਂ ਸ਼ੌਂਕੀ ਮੱਟ ਤੋਂ ਫੜੀ ਨਾ ਕਦੇ ਗੱਟ ਤੋਂ ਦੇ 4 ਦਿਨ ਵੱਧ ਕੱਟਣੇ ਓਏ ਕੱਟਣੇ ਹੋ ਬਿਰਲਾ ਚਲਾਉਂਦਾ ਅਸਲੇ ਜੀ ਸੌਖੇ ਰੱਖਣੇ ਸੌਖੇ ਰੱਖਣੇ ਸੌਖੇ ਰੱਖਣੇ ਚਿੱਟੀਆਂ ਕਾਲੀਆਂ ਵੱਡੀਆਂ ਵੱਡੀਆਂ ਪੱਬ ਨਿਕਲ ਗਈ ਵੇਖ ਕੇ ਗੱਡੀਆਂ ਚਿੱਟੀਆਂ ਕਾਲੀਆਂ ਵੱਡੀਆਂ ਵੱਡੀਆਂ ਪੱਬ ਨਿਕਲ ਗਈ ਵੇਖ ਕੇ ਗੱਡੀਆਂ ਇੰਜ ਲੱਗਦਾ ਰਿਆ ਸੀਨੇ ਉੱਤੇ ਇੰਜ ਲੱਗਦਾ ਰਿਆ ਸੀਨੇ ਉੱਤੇ ਕੋਈ ਜਿੱਦਾਂ ਗੋਲੀ ਵੱਜਦੀ ਰਹੀ ਓ ਮੈਂ ਤੇ ਸਿਰੀ ਰੋਂਦੇ ਰਹਿ ਜਦੋਂ ਦੀ ਬੋਲੀ ਲੱਗਦੀ ਰਹੀ ਓ ਮੈਂ ਤੇ ਸਿਰੀ ਰੋਂਦੇ ਰਹਿ ਜਦੋਂ ਦੀ ਬੋਲੀ ਲੱਗਦੀ ਰਹੀ ਮੈਂ ਤੇ ਸਿਰੀ ਰੋਂਦੇ ਰਹਿ ਜਦੋਂ ਦੀ ਬੋਲੀ ਅਸੀਂ ਕਾਵਾਂ ਰੌਲੀ ਨਹੀਂ ਪਾਉਂਦੇ, ਨਾ ਹੀ ਹੁੰਦੇ ਹਾਂ TRP ਦੀ ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਵੇਖਣਾ ਨਾ ਭੁੱਲਣਾ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਵਿਦ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝ। ਸਭ ਤੋਂ ਪਹਿਲਾਂ ਦਸਾਂਝ ਸਾਹਿਬ ਦਾ ਕਰੀਏ ਸਵਾਗਤ। ਦਸਾਂਝ ਸਾਹਿਬ ਵੈਲਕਮ ਜੀ, ਜੀ ਆਇਆਂ ਨੂੰ ਸ਼ੋਅ ਦੇ ਵਿੱਚ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ ਜੀ ਹਰਜੀਤ ਗਿੱਲ ਜੀ। ਜੀ ਦਸਾਂਝ ਸਾਹਿਬ, ਅੱਜ ਲੱਗਦਾ ਸਵੇਰੇ ਸਵੇਰੇ ਕੌਫੀ ਚਾਹ ਪੀ ਲਈ ਆ। ਅੱਜ ਆਵਾਜ਼ ਤੁਹਾਡੀ ਜਿਹੜੀ ਆ ਕਾਫੀ ਗੜਕਵੀਂ ਲੱਗ ਰਹੀ ਆ। ਮੇਰੇ ਦਰਸ਼ਕਾਂ ਦੀ ਰੋਜ਼ ਸ਼ਿਕਾਇਤ ਹੁੰਦੀ ਆ ਕਿ ਉਹਨਾਂ ਨੂੰ ਕਿਆ ਕਰੋ ਕਿ ਥੋੜਾ ਜਲਦੀ ਉੱਠ ਕੇ ਫਰੈਸ਼ ਹੋ ਜਾਇਆ ਕਰਨ, ਸੁਸਤੀ ਦੇਖ ਲੱਗਦੀ ਪ੍ਰੋਗਰਾਮ 'ਚ। ਅੱਜ ਦੀ ਆਵਾਜ਼ ਮੈਨੂੰ ਲੱਗ ਰਹੀ ਆ ਕਿ ਪ੍ਰੋਗਰਾਮ 'ਚ ਜਾਣ ਪਾਏਗੀ ਜ਼ਰੂਰ। ਮੈਂ ਕੱਲ ਵੀ ਯਾਦ ਕਰਾਇਆ ਸੀ ਤੇ ਅੱਛਾ ਲੱਗਦਾ ਹੈ ਜਦੋਂ ਤੁਸੀਂ ਉਹ ਦਬਦਬੇ ਨਾਲ ਗੱਲ ਕਰਦੇ ਹੋ ਜਿਹੋ ਜਿਹੀ ਖਬਰ ਹੁੰਦੀ ਆ। ਔਰ ਵਿਚਾਰ ਤੁਹਾਡੇ ਬਹੁਤ ਵਧੀਆ। ਅੱਜ ਵੀ ਮੈਨੂੰ ਕੁਝ ਦੋਸਤ ਕਹਿ ਰਹੇ ਸੀਗੇ ਬਹੁਤ ਜ਼ਿਆਦਾ ਨੌਲੇਜ ਆ ਦਸਾਂਝ ਰਾਂ ਕੋ, ਪਰ ਆਵਾਜ਼ ਦੀ ਕਿਤੇ ਨਾ ਕਿਤੇ ਕਮੀ ਆ, ਪਤਾ ਨਹੀਂ ਬੁਝਿਆ ਬੋਲਦੇ ਆ। ਮੈਂ ਕਿਹਾ ਕੋਈ ਨਹੀਂ, ਉਹਨਾਂ ਨੂੰ ਕਾਇਮ ਕਰਦੇ ਆ। ਅਸਲ 'ਚ ਬਹੁਤ ਜਲਦੀ ਸਵੇਰਾ ਹੁੰਦਾ ਤੇ ਸੁਸਤੀ ਖੜਾ ਨਹੀਂ ਛੱਡਦੀ ਲੱਗਦੀ ਹੈ ਜੀ। ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੁੰਦੀ। ਸਵਾਲ ਤਾਂ ਇਹ ਹੁੰਦਾ ਵੀ ਜਿੱਦਾਂ ਦਾ ਕੋਈ ਪ੍ਰੋਗਰਾਮ ਚੱਲ ਰਿਹਾ ਹੁੰਦਾ ਉਹਦੇ 'ਚ ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਹੁੰਦੀਆਂ ਉਹਦੇ ਮੁਤਾਬਕ ਟੋਨ ਜਿਹੜੀ ਆ ਬਦਲ ਜਾਂਦੀ ਆ। ਹਾਂਜੀ ਤੇ ਦੂਜੀ ਗੱਲ ਮੈਨੂੰ ਲੱਗਦਾ ਟੈਕਨੀਕਲੀ ਵੀ ਸਾਡੇ ਵਾਲੇ ਮਾਮਲੇ 'ਚ ਥੋੜੀ ਪ੍ਰੋਬਲਮ ਹੈ। ਮੈਂ ਟੈਕਨੀਕਲ ਪ੍ਰੋਬਲਮ ਹੁਣ ਕੋਈ ਨਹੀਂ ਰਹੀ ਸਰ, ਹੁਣ ਟੈਕਨੀਕਲ ਕੋਈ ਪ੍ਰੋਬਲਮ ਨਹੀਂ, ਆਪਣਾ ਬਿਲਕੁਲ ਬੈਲੈਂਸ ਜਾ ਰਹੀ ਆ, ਬਿਲਕੁਲ ਆਵਾਜ਼ ਠੀਕ ਜਾ ਰਹੀ, ਸਭ ਕੁਝ ਠੀਕ ਹੈ। ਮੇਰੇ ਵੱਲੋਂ ਮੈਂ ਕਹਿੰਦਾ ਮੇਰੇ ਵੱਲੋਂ ਪ੍ਰੋਬਲਮ ਹੈ। ਮੈਂ ਕਿਸੇ ਕਿਸਮ ਦਾ ਕੋਈ ਲੈਪਲ ਨਹੀਂ ਲਾਇਆ ਹੋਇਆ। ਨਹੀਂ ਸਰ, ਤੁਹਾਡੀ ਵੌਇਸ ਕੁਆਲਿਟੀ ਦੀ ਗੱਲ ਕਰ ਰਹੇ ਆ। ਆਵਾਜ਼ ਤੁਹਾਡੀ ਪੂਰੀ ਜਾਂਦੀ ਆ, ਪਰ ਜਿਹੜਾ ਤੁਹਾਡਾ ਹੁੰਦਾ ਨਾ ਜੀ ਉਹ ਸੁਸਤੀ ਵਾਲਾ, ਜਿੱਦਾਂ ਲੱਗਦਾ ਕਿ ਇੱਕ ਵੇ ਆਫ ਟਾਕਿੰਗ, ਕਿ ਜਿੱਦਾਂ ਤੁਸੀਂ ਬੁਝੇ ਮਨ ਨਾਲ ਗੱਲ ਕਰ ਰਹੇ ਹੋ ਤਾਂ ਆਵਾਜ਼ ਨਹੀਂ ਘਟ ਜਾ ਰਹੀ। ਅੱਜ ਕੱਲ੍ਹ ਤੁਹਾਡੀ ਆਵਾਜ਼ ਪੂਰੀ ਜਾ ਰਹੀ ਆ, ਪਰ ਤੁਹਾਡਾ ਅੰਦਾਜ਼ ਰੇਡੀਓ ਤੇ ਬੜਾ ਕੜਕਵਾ ਹੁੰਦਾ ਸੀ, ਬੜਾ ਵਧੀਆ ਹੁੰਦਾ ਸੀ, ਪਰ ਢਿੱਲਾ ਕਿਉਂ ਅੱਜ ਕੱਲ੍ਹ? ਮੈਨੂੰ ਇਹ ਨਹੀਂ ਸਮਝ ਆਉਂਦੀ। ਨਹੀਂ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਤੇ ਏਦਾਂ ਦੀ ਗੱਲ ਨਹੀਂ ਹੈਗੀ। ਅਸਲ 'ਚ ਥੋੜਾ ਫਰਕ ਰਹਿ ਜਾਂਦਾ ਜਦੋਂ ਤੁਸੀਂ ਸਟੂਡੀਓ 'ਚ ਬੈਠ ਕੇ ਗੱਲ ਕਰਦੇ ਹੋ, ਹੋਰ ਢੰਗ ਨਾਲ ਕਰਦੇ ਹੋ, ਤੇ ਜਦੋਂ ਏਦਾਂ ਤੁਸੀਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਹੋ ਤੇ ਕੋਈ ਕਿਸੇ ਹੋਰ ਵਿਧੀ ਨਾਲ ਕਰ ਰਹੇ ਹੋ ਤੇ ਕਈ ਵਾਰੀ ਹੋ ਸਕਦਾ ਉਸ ਤਰ੍ਹਾਂ ਦੇ ਐਕਸਪ੍ਰੈਸ਼ਨ ਨਾ ਬਣ। ਅੱਜ ਮੈਨੂੰ ਕੁਝ ਦੋਸਤਾਂ ਦੋ ਦੇ ਫੋਨ ਆਏ ਸੀ, ਉਹ ਆਪਣੇ ਪ੍ਰੋਗਰਾਮ ਨੂੰ ਬਹੁਤ ਪਸੰਦ ਕਰਦੇ ਆ, ਤੁਹਾਡੀ ਜਿਹੜੀ ਗੱਲਬਾਤ ਉਹਦੇ ਅੰਦਾਜ਼ ਤੋਂ ਵੀ ਪ੍ਰਭਾਵਿਤ ਨੇ, ਪਰ ਕਹਿੰਦੇ ਕਿ ਉਹਨਾਂ ਨੂੰ ਕਹੋ ਕਿ ਥੋੜਾ ਜਿਹਾ ਜੋਸ਼ ਨਾਲ ਬੋਲਿਆ ਕਰ। ਮੈਂ ਔਨ 에ਅਰ ਹੀ ਕਹਿਤਾ, ਪਲੀਜ਼ ਡੋਂਟ ਮਾਈਂਡ। ਨਹੀਂ ਕੋਈ ਗੱਲ ਨਹੀਂ। ਉਹ ਜੋਸ਼ ਦਾ ਹੁਣ ਮਸਲਾ
ਮਸਲਾ ਇਹ ਆ ਵੀ ਅਸਲ ਦੇ ਚ ਨਾ ਜੀ ਸਾਡੀ ਪ੍ਰੋਬਲਮ ਇਹ ਬਣ ਗਈ ਆ ਓਵਰਆਲ। ਮੈਂ ਕਿਸੇ ਨੂੰ ਨਹੀਂ ਕਹਿ ਰਿਹਾ, ਇੱਥੇ ਸਾਡੇ ਜਿਹੜੇ ਜਿੰਨੇ ਵੀ ਚੈਨਲ ਵਾਲੇ ਦੂਜੇ ਤੀਜੇ ਉਹ ਬੜਾ ਚੀਕ ਚੀਕ ਕੇ ਬੋਲਦੇ ਆ ਤੇ ਲੋਕਾਂ ਨੂੰ ਵੀ ਉਦਾਂ ਦੀ ਆਦਤ ਹੋ ਗਈ ਆ ਵੀ ਖੜਾ ਇਹੀ ਹੁੰਦਾ ਪ੍ਰੋਗਰਾਮ ਕਰਨ ਦਾ ਤਰੀਕਾ ਨਾ। ਤੇ ਉਹਦੇ ਚ ਨਾ ਜਿਹੜਾ ਜ਼ਿਆਦਾ ਉੱਚੀ ਬੋਲਣ ਦੇ ਨਾਲ ਪ੍ਰੋਬਲਮ ਇਹ ਆ ਜਾਂਦੀ ਆ ਵੀ ਲੌਜਿਕ ਕਿਤੇ ਹੋਰ ਰਹਿ ਜਾਂਦਾ ਤੇ ਤੁਸੀਂ ਕੁਝ ਹੋਰ ਹੀ ਗੱਲਾਂ ਕਰਨ ਲੱਗ ਪੈਂਦੇ ਹੋ ਨਾ। ਵੀ ਉਹ ਜਿਹੜਾ ਬ੍ਰੇਕਿੰਗ ਅਤੇ ਬਿਗ ਬ੍ਰੇਕਿੰਗ ਵਾਲੇ ਮਾਮਲੇ ਚ ਉਹ ਬੁਰਾ ਲੱਗਦਾ ਜੀ, ਚੀਕ ਕੇ ਨਿਊਜ਼ ਪੜ੍ਹਨਾ ਤੇ ਬਹੁਤ ਬੁਰਾ ਲੱਗਦਾ। ਪਰ ਖੈਰ ਕੋਈ ਗੱਲ ਨਹੀਂ, ਸਭ ਦੀ ਆਪਣੀ ਆਪਣੀ ਪਸੰਦ। ਦੂਜੀ ਦੇ ਇੱਥੇ ਹਾਲੇ ਵੀ ਆਪਣੀ ਆਪਣੀ ਟੈਕਨੀਕਲ ਪ੍ਰੋਬਲਮ ਹੈ, ਦਰਸ਼ਕਾਂ ਨੂੰ ਨਹੀਂ ਪਤਾ ਇਸ ਗੱਲ ਦਾ। ਪਰ ਮੈਨੂੰ ਇਹ ਫੀਲ ਹੁੰਦਾ ਵੀ ਜਦੋਂ ਹੁਣ ਮੈਂ ਗੱਲ ਕਰ ਰਿਹਾ ਤੇ ਮੈਨੂੰ ਤੁਸੀਂ ਨਹੀਂ ਦਿਖਾਈ ਦਿੰਦੇ, ਮੈਂ ਇਕੱਲਾ ਹੀ ਆ। ਮੈਂ ਦੋ ਥਾਵਾਂ ਤੇ ਦਿਖਾਈ ਦੇ ਰਿਹਾ, ਮੈਂ ਸਕਰੀਨ ਤੇ ਦੋਨੇ ਥਾਵਾਂ ਤੇ ਮੈਂ ਹੀ ਆ। ਇਹ ਤੁਹਾਨੂੰ ਚੈੱਕ ਕਰਾਉਣਾ ਪੈਣਾ ਜੀ, ਤੁਹਾਡੇ ਸਿਸਟਮ 'ਚ ਕੋਈ ਗੜਬੜ ਆ। ਜਦੋਂ ਅਸੀਂ ਇੱਥੇ ਲੋਕਲ ਕਰਦੇ ਹੁਣੇ ਡਾਕਟਰ ਨਾਜ਼ ਮੇਰੇ ਨਾਲ ਗਏ ਨੇ, ਡਾਕਟਰ ਸ਼ਾਰਦਾ ਕਰਦੇ ਨੇ, ਕਾਲੋ ਸਾਹਿਬ ਕਰਦੇ ਨੇ, ਡਾਕਟਰ ਹਰਦੀਪ ਕਰਦੇ ਨੇ। ਇਹ ਪ੍ਰੋਬਲਮ ਨਹੀਂ, ਮੈਂ ਬਾਰ-ਬਾਰ ਪੁੱਛਿਆ ਸਭ ਨੂੰ ਕਿ ਤੁਹਾਨੂੰ ਇਹ ਦਿੱਕਤ ਨਹੀਂ ਆ ਰਹੀ। ਕਹਿੰਦੇ ਨਹੀਂ ਜੀ ਕਲੀਅਰ, ਆਪਾਂ ਦੋਨੇ ਇੱਕ ਦੂਜੇ ਨੂੰ ਦੇਖ ਰਹੇ ਹਾਂ, ਹਰ ਚੀਜ਼ ਨਜ਼ਰ ਆ ਰਹੀ ਆ। ਤੁਹਾਡੇ ਤੁਸੀਂ ਇੱਕ ਵਾਰੀ ਚੈੱਕ ਕਰਾਓ ਕਿ ਕੀ ਗੜਬੜ ਆ ਕਿ ਇਦਾਂ ਹੋ ਰਿਹਾ। ਕੋਈ ਨਹੀਂ, ਮੈਂ ਕਿਸੇ ਟੈਕਨੀਸ਼ੀਅਨ ਕੋਲੋਂ ਇੱਕ ਵਾਰੀ ਪੁੱਛੋ, ਕਿਉਂਕਿ ਸਾਨੂੰ ਕਿਤੇ ਵੀ ਹੋਰ ਪ੍ਰੋਬਲਮ ਨਹੀਂ ਆਈ। ਮੈਂ ਇੰਡੀਆ 'ਚ ਵੀ ਬਾਕੀ ਲੋਕਾਂ ਨਾਲ ਗੱਲ ਕੀਤੀ ਆ, ਕਿਸੇ ਨੇ ਇਹ ਨਹੀਂ ਕੀਤੀ, ਸਿਰਫ ਤੁਹਾਡੇ ਨਾਲ ਹੀ ਇਹ ਦਿੱਕਤ ਦਾ ਕਿਤੇ ਹੈ। ਕਿਤੇ ਥੋੜੀ ਜਿਹੀ ਤੁਸੀਂ ਕਿਹਾ ਸਲਾਹ ਲੈ ਲਓ ਟੈਕਨੀਕਲ ਬੰਦੇ ਕੋਲੋਂ। ਹੋ ਸਕਦਾ ਮੈਨੂੰ ਸੈਟਿੰਗ ਕਰਨੀ ਪਵੇ ਕੋਈ, ਕਿਉਂਕਿ ਆਪਾਂ ਤਕਨੀਕੀ ਤੌਰ ਤੇ ਚਲੋ ਕੋਈ ਨਹੀਂ ਆਪਾਂ ਗੱਲ। ਅੱਛਾ ਚਲੋ ਜੀ, ਆਪਾਂ ਕਰੀਏ ਖਬਰਾਂ ਤੇ ਚਰਚਾ ਸ਼ੁਰੂ ਕਰੀਏ। ਸਭ ਤੋਂ ਪਹਿਲੀ ਖਬਰ ਜਿਹੜੀ ਤੁਸੀਂ ਮੈਨੂੰ ਭੇਜੀ ਹੋਈ ਆ, ਅਫਗਾਨਿਸਤਾਨ 'ਚ ਜਿਹੜਾ ਜੁਮੇ ਦੀ ਨਮਾਜ਼ ਫਰਾਈਡੇ ਵਾਲੇ ਦਿਨ ਹੁੰਦੀ ਆ, ਉਹ 'ਚ ਬੰਬ ਧਮਾਕਾ ਹੋਇਆ। ਅਫਗਾਨੀਆਂ ਦੀ ਮੇਰੇ ਖਿਆਲ ਕਿਸਮਤ 'ਚ ਹੀ ਲਿਖਿਆ ਗਿਆ ਕਿ ਉਹ ਸ਼ਾਂਤੀ ਨਾਲ ਜਾਂ ਦੁਨੀਆ ਦੇ ਬਾਕੀ ਹਿੱਸਿਆਂ ਵਾਂਗੂ ਉਹ ਨਹੀਂ ਜੀ ਪਾਉਣਗੇ। ਸਰਕਾਰ ਭਾਵੇਂ ਕੋਈ ਆ ਜੇ, ਇਹ ਕੰਮ ਉੱਥੇ ਜਿਹੜਾ ਆ ਉਹ ਚੱਲਦਾ ਹੀ ਰਹੇਗਾ ਲੱਗਦਾ। ਔਰ ਬੜਾ ਲੰਬਾ ਉਹਨਾਂ ਲੋਕਾਂ ਨੇ ਸੰਘਰਸ਼ ਕੀਤਾ, ਥੋੜ੍ਹਾ ਜਿਹਾ ਸਾਹ ਆਇਆ ਸੀਗਾ। ਤਾਲਿਬਾਨ ਦੇ ਆਉਣ ਨਾਲ ਫਿਰ ਉੱਥੇ ਸਿਵਲ ਵਾਰ ਦੇ ਜਿਹੜੇ ਆ ਖਦਸ਼ੇ ਉਹ ਬਹੁਤ ਵੱਧ ਗਏ। ਕੱਲ੍ਹ ਪਰਸੋਂ ਤੁਸੀਂ ਖਬਰ ਦਿੱਤੀ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਵਾਅਦੇ ਕੀਤੇ ਸੀ, ਉਹਦੇ ਬਾਵਜੂਦ ਉਹ ਘੱਟ ਗਿਣਤੀਆਂ ਵਾਸਤੇ ਵੀ ਉਹਨਾਂ ਦਾ ਨਜ਼ਰੀਆ ਉਹੀ ਆ ਜਿਹੜਾ 20 ਸਾਲ ਪੁਰਾਣਾ ਸੀ। ਤੇ ਆਪੋ ਵਿੱਚ ਵੀ ਜਿਹੜੀ ਉਹਨਾਂ ਦੀ ਗੁੱਟਬੰਦੀ ਆ, ਆਪੋ ਵਿੱਚ ਵੀ ਉਹਨਾਂ ਦਾ ਜਿਹੜਾ ਇੱਕ ਤਿੱਖੀ ਲੜਾਈ ਆ ਸੱਤਾ ਨੂੰ ਲੈ ਕੇ, ਉਹ ਅਜੇ ਚੱਲ ਰਹੀ ਆ। ਤੇ ਅੱਜ 100 ਦੇ ਕਰੀਬ ਬੰਦੇ ਦਾ ਨਮਾਜ਼ ਪੜ੍ਹਦਿਆਂ ਮਰ ਜਾਣਾ ਤੇ 60 ਤੋਂ ਜ਼ਿਆਦਾ ਲੋਕਾਂ ਦਾ ਜ਼ਖਮੀ ਹੋਣਾ ਇੱਕ ਦੁਖਦਾਈ ਖਬਰ ਹੈ ਜੀ। ਬੇਹੱਦ ਦੁਖਦਾਈ ਹੈ ਜੀ। ਤੇ ਇਹ ਕੁੰਦੂਜ਼ ਇਲਾਕਾ ਹੈ ਉੱਥੇ ਕਾਬਲ ਤੇ ਅਫਗਾਨਿਸਤਾਨ ਦੇ ਵਿੱਚ, ਜਿੱਥੇ ਇਹ ਬੰਬ ਧਮਾਕਾ ਹੋਇਆ ਨਮਾਜ਼ੀਆਂ ਦੇ ਉੱਤੇ। ਇੱਕ ਕਿਸਮ ਦਾ ਬਹੁਤ ਜ਼ਬਰਦਸਤ ਹਮਲਾ ਸੀ ਇਹ। ਪਹਿਲ ਤਾਂ ਜਦੋਂ ਸ਼ੁਰੂ 'ਚ ਖਬਰ ਆਈ ਤਾਂ ਕਿਸੇ ਵੀ ਜਥੇਬੰਦੀ ਨੇ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਲਈ। ਹੁਣ ਖਬਰ ਆਈ ਹੈ ਤੇ ਵੀ IS ਜਿਹੜਾ ਇਸਲਾਮਿਕ ਸਟੇਟ ਦਾ ਜਿਹੜਾ ਗਰੁੱਪ ਉੱਥੇ ਕੰਮ ਕਰਦਾ, ਉਹਨੇ ਇਹਦੀ ਜ਼ਿੰਮੇਵਾਰੀ ਲੈ ਲਈ ਹੈ। ਸੋ ਇਹ ਤਾਲਿਬਾਨ ਦਾ ਕੰਮ ਨਹੀਂ ਹੈ। ਤਾਲਿਬਾਨ ਦੇ ਨੂੰ ਜਿਹੜੀਆਂ ਕੁਝ ਤਾਕਤਾਂ ਜਿਹੜੀਆਂ ਚੈਲੰਜ ਕਰਦੀਆਂ ਨੇ ਉੱਥੇ, ਜਿਹੜੀਆਂ ਤਾਲਿਬਾਨ ਦੇ ਵਿੱਚੋਂ ਨਿਕਲੀਆਂ ਹੋਈਆਂ, ਉਹਨਾਂ ਵੱਲੋਂ ਇਹ ਕਾਰਾ ਕੀਤਾ ਗਿਆ। ਤੇ ਪਰ ਮਨੁੱਖ ਤਾਂ ਮਨੁੱਖ ਹੈ, ਲਹੂ ਤਾਂ ਲਹੂ ਹੈ। ਤੇ ਇਸ ਤਰ੍ਹਾਂ ਮਨੁੱਖਤਾ ਦਾ ਘਾਣ ਜਿਹੜਾ ਆ ਉਹ ਐ ਲੱਗਦਾ ਕਿ ਅਫਗਾਨਿਸਤਾਨ ਦੇ ਲੋਕਾਂ ਦੀ ਹੋਣੀ ਬਣ ਚੁੱਕਾ ਹੈ। ਬਹੁਤ ਤਕਲੀਫਦੇਹ ਆ, ਬਹੁਤ ਦੁਖਦਾਇਕ ਹੈ। ਸਾਡੇ ਗੁਆਂਢ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਹੈ ਤਾਂ ਉਹਦਾ ਸਿੱਧੇ ਤੌਰ ਦੇ ਉੱਤੇ ਸੇਕ ਜਿਹੜਾ ਆ ਗੁਆਂਢੀਆਂ ਨੂੰ ਲਾਜ਼ਮੀ ਤੌਰ ਤੇ ਲੱਗਣਾ ਹੀ ਹੁੰਦਾ। ਸੋ ਬਹੁਤ ਹੀ ਜ਼ਿਆਦਾ ਹਾਲਤ ਜਿਹੜੇ ਆ ਉਹ ਵੱਧ ਤੋਂ ਵੀ ਬਦਤਰ ਹੋ ਚੁੱਕੇ ਨੇ। ਥੋੜੇ ਦਿਨ ਪਹਿਲਾਂ ਹੀ ਅਸੀਂ ਘੱਟ ਗਿਣਤੀਆਂ ਦੀ ਗੱਲ ਕੀਤੀ ਸੀ, ਉੱਥੇ ਵੀ ਕਿਵੇਂ ਘੱਟ ਗਿਣਤੀਆਂ ਜਿਹੜੀਆਂ ਉਹ ਰਡਾਰ ਤੇ ਨੇ। ਈਵਨ ਜਿਹੜਾ ਕਾਬੁਲ ਦੇ ਵਿੱਚ ਗੁਰੂ ਘਰ ਆ, ਉੱਥੇ ਵੀ ਦਾਖਲ ਹੋ ਕੇ ਇੱਕ ਧੜੇ ਨੇ ਜਿਹਦੇ ਬਾਰੇ ਹਾਲੇ ਵੀ ਸਪਸ਼ਟ ਨਹੀਂ ਕਿ ਉਹ ਤਾਲਿਬਾਨ ਦਾ ਹੀ ਧੜਾ ਸੀ ਕੋਈ ਜਾਂ ਕੋਈ ਹੋਰ ਵਿਰੋਧੀ ਧੜਾ ਸੀ। ਉਹਦਾ ਉਦੋਂ ਕਿਹਾ ਗਿਆ ਸੀ ਕਿ ਉਹ ਤਾਲਿਬਾਨ ਦਾ ਇੱਕ ਧੜਾ ਸੀ, ਕਿਹੜਾ ਧੜਾ ਸੀ ਕੁਝ ਪਤਾ ਨਹੀਂ। ਉੱਥੇ ਜਿਹੜੇ ਸ਼ਰਧਾਲੂ ਸੀਗੇ ਜਾਂ ਸ਼ਰਨਾਰਥੀ ਹੈਗੇ ਆ, ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ, ਬਦਸਲੂਕੀ ਕੀਤੀ ਗਈ। ਸੋ ਕੋਈ ਵੀ ਉੱਥੇ ਸੇਫ ਨਹੀਂ ਹੈ ਇਸ ਵੇਲੇ। ਤੇ ਮੁਸਲਮਾਨ ਹੋ ਕੇ ਵੀ ਉੱਥੇ ਕੋਈ ਸੇਫ ਨਹੀਂ ਹੈ, ਕਿਉਂਕਿ ਮੁਸਲਮਾਨਾਂ ਦੇ ਅੰਦਰ ਵੀ ਲੜਾਈ ਹੈ ਸ਼ੀਆ ਤੇ ਸੁੰਨੀ ਦੀ। ਸੋ ਬਹੁਤ ਅਜੀਬ ਜਿਹੀ ਸਥਿਤੀ ਬਣੀ ਹੋਈ ਹੈ। ਚਾਹੁੰਦੇ ਕੀ ਨੇ ਲੋਕ, ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਜਿਹੜੇ ਮਾਸੂਮ ਲੋਕ ਨੇ, ਨਿਰਦੋਸ਼ ਲੋਕ ਨੇ, ਉਹਨਾਂ ਨੂੰ ਮਾਰ ਕੇ, ਕਿਸੇ ਨੂੰ ਨਮਾਜ਼ ਅਦਾ ਕਰਦੇ ਹੋਏ ਨੂੰ ਮਾਰ ਕੇ ਕੀ ਮਿਲਦਾ ਹੋਏਗਾ ਕਿਸੇ ਨੂੰ। ਤੇ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਉਹਨਾਂ ਦਾ ਮਕਸਦ ਕੀ ਹੈ। ਜੇ ਤੁਹਾਡਾ ਮੁਕਾਬਲਾ ਆ ਕਿਸੇ ਨਾਲ ਤੁਸੀਂ ਲੜਦੇ ਹੋ, ਜਾਂ ਜਿਹੜੇ ਲੋਕ ਸੱਤਾ 'ਚ ਆ ਗਏ ਨੇ, ਹਕੂਮਤ 'ਚ ਆ ਗਏ, ਉਹਨਾਂ ਦੇ ਖਿਲਾਫ ਤੁਹਾਡੀ ਲੜਾਈ ਹੈ,
ਤਾਂ ਉਹਦਾ ਲੜਾਈ ਦਾ ਤਰੀਕਾ ਕੋਈ ਹੋਰ ਹੁੰਦਾ। ਜੇ ਤੁਸੀਂ ਹਥਿਆਰਬੰਦ ਵੀ ਲੜਾਈ ਲੜਨੀ ਹੈ ਤਾਂ ਉਹਨਾਂ ਨਾਲ ਲੜ ਲਓ ਭਾਈ, ਉਹਨਾਂ ਕੋਲ ਵੀ ਹਥਿਆਰ ਹੈ, ਤੁਹਾਡੇ ਕੋਲ ਵੀ ਹਥਿਆਰ ਹੈ। ਮਾਸੂਮ ਨਿਰਦੋਸ਼ ਤੇ ਸ਼ਰਧਾ ਨਾਲ ਸਿਰ ਝੁਕਾਏ ਹੋਏ ਲੋਕਾਂ ਨੂੰ ਇਸ ਤਰ੍ਹਾਂ ਉਹਨਾਂ ਦਾ ਕਤਲੇਆਮ ਕਰ ਦੇਣਾ, ਇਹ ਕਿੱਧਰ ਦੀ ਕੋਈ ਕਹਿ ਲਓ ਵੀ ਧਾਰਮਿਕਤਾ ਆ। ਤੇ ਇਹਦੇ ਤੇ ਸਵਾਲ ਹੀ ਰਹੇਗਾ, ਸਦਾ ਸਵਾਲ ਰਹੇਗਾ। ਇਹੀ ਸਾਰੀ ਦੁਨੀਆ ਦੇ ਵਿੱਚ ਅਸੀਂ ਦੇਖਿਆ ਵੀ ਧਰਮ ਦੇ ਨਾਂ ਦੇ ਉੱਤੇ ਧਰਮ ਦਾ ਧੰਦਾ ਕਰਨ ਵਾਲੇ ਲੋਕ ਕਿਵੇਂ ਅੰਦਰ ਜਨੂਨ ਭਰ ਕੇ ਆਪਣੇ ਹੀ ਲੋਕਾਂ ਨੂੰ ਕਤਲ ਕਰਨ ਤੱਕ ਦੀਆਂ ਸਥਿਤੀਆਂ ਜਿਹੜੀਆਂ ਬਣਾ ਦਿੰਦੇ ਆ। ਇਹੀ ਹੋਣੀ ਜਿਹੜੀ ਅਫਗਾਨਿਸਤਾਨ ਦੀ ਦਿਖਾਈ ਦਿੰਦੀ ਜੀ। ਜੀ ਬਿਲਕੁਲ। ਔਰ ਆਪਾਂ ਹੁਣ ਗੱਲ ਕਰੀਏ ਕਿਸਾਨ ਮੋਰਚੇ ਵੱਲ ਆਉਂਦੇ ਹਾਂ ਆਪਾਂ, ਕੁਝ ਘਟਨਾਵਾਂ ਜਿਹੜੀਆਂ ਹਨ ਉਹਨਾਂ ਦੇ ਉੱਤੇ ਵੀ ਗੱਲ ਕਰਨੀ ਆ, ਸੁਪਰੀਮ ਕੋਰਟ ਤੇ ਵੀ ਗੱਲ ਤੁਹਾਡੇ ਨਾਲ ਕਰਨੀ ਆ। ਪਰ ਇੱਕ ਖਬਰ ਜਿਹੜੀ ਆ, ਗੁਜਰਾਤ ਦੀ ਜਿਹੜੀ ਬੰਦਰਗਾਹ ਸੀ ਅਡਾਨੀ ਹੀਰਾਂ ਦੇ ਕੰਟਰੋਲ ਦੇ ਵਿੱਚ, ਉੱਥੋਂ ਪਿਛਲੇ ਦਿਨੀ ਇੱਕ ਬਹੁਤ ਵੱਡੀ ਖੇਪ ਨਸ਼ਿਆਂ ਦੀ ਫੜੀ ਗਈ ਸੀ ਤੇ ਕਿਹਾ ਜਾ ਰਿਹਾ ਹੈ ਕਿ ਉਹਦੇ ਕਨੈਕਸ਼ਨ ਹੁਣ ਪੰਜਾਬ ਨਾਲ ਜੁੜਨ ਲੱਗੇ ਆ। ਤੇ ਜਿਹੜੇ ਅਕਾਲੀ ਆਗੂ ਕਹਿ ਰਹੇ ਨੇ ਅਨਵਰ ਮਸੀਹ, ਉਹਨਾਂ ਦੇ ਘਰ ਕੋਈ ਛਾਪੇਮਾਰੀ ਹੋਈ ਆ। ਮੈਂ ਅਨਵਰ ਮਸੀਹ ਹੋਰਾਂ ਨੂੰ ਪਰਸਨਲੀ ਮਿਲਿਆ ਹੋਇਆ, ਜਾਣਦਾ ਬੜੀ ਅੱਛੀ ਤਰ੍ਹਾਂ। ਬਹੁਤ ਸਧਾਰਨ ਜਿਹਾ ਵਿਅਕਤੀ ਸੀ। ਜਦੋਂ ਬਰਨਾਲਾ ਮਿਨਿਸਟਰੀ ਸੀਗੀ ਤੇ ਇਹ ਵਿਅਕਤੀ ਨੂੰ ਖਾਦੀ ਬੋਰਡ ਦਾ ਮੈਂਬਰ ਪਾਇਆ ਗਿਆ ਸੀਗਾ। ਮੈਨੂੰ ਯਾਦ ਹੈ ਪ੍ਰੋਫੈਸਰ ਭਾਰਦਵਾਜ ਜੀ ਨੇ ਸਾਡੇ ਮਿੱਤਰ ਉਦੋਂ ਚੇਅਰਮੈਨ ਬਣਾਏ ਗਏ ਸੀ ਖਾਦੀ ਬੋਰਡ ਦੇ, ਤੇ ਅਸੀਂ ਕਾਫੀ ਉਹਨਾਂ ਨਾਲ ਮੇਲ ਤੋਲ ਸੀਗਾ ਤੇ ਉਹਨਾਂ ਦਿਨਾਂ 'ਚ ਇਸ ਵਿਅਕਤੀ ਨੂੰ ਮੈਂ ਮਿਲਿਆ ਸੀਗਾ। ਮੇਰੀ ਸਮਝ ਤੋਂ ਬਾਹਰ ਹੈ ਕਿ ਸਧਾਰਨ ਜਿਹਾ ਗਰੀਬੜਾ ਜਿਹਾ ਵਿਅਕਤੀ ਇਸ ਤਰ੍ਹਾਂ ਦੇ ਧੰਦੇ 'ਚ ਕਿਸ ਤਰ੍ਹਾਂ ਆਇਆ ਹੋਵੇਗਾ, ਕਿਹਦੇ ਲਈ ਉਹ ਟੂਲ ਬਣ ਕੇ ਵਰਤਿਆ ਜਾ ਰਿਹਾ ਹੋਵੇਗਾ, ਕਿ ਕੀ ਸੱਚਮੁੱਚ ਹੀ ਉਹ ਹੁਣ ਸਮਗਲਰ ਬਣ ਗਿਆ ਹੋਵੇਗਾ ਉਹ ਵਿਅਕਤੀ। ਮੇਰੇ ਮੰਨਣ 'ਚ ਇਹ ਗੱਲ ਇੱਦਾਂ ਦੀ ਆ ਨਹੀਂ ਰਹੀ ਜਿਸ ਤਰੀਕੇ ਨਾਲ ਮੈਂ ਉਸ ਸਧਾਰਨ ਵਿਅਕਤੀ ਨੂੰ ਵੇਖਿਆ ਹੋਇਆ ਜੀ। ਦੇਖੋ, ਸਧਾਰਨਤਾ ਜਿਹੜੀ ਆ ਉਹ ਠੀਕ ਹੈ ਗੱਲ ਤੁਹਾਡੀ, ਕਿ ਜਦੋਂ ਤੁਸੀਂ ਇੱਕ ਵਿਅਕਤੀ ਨੂੰ ਬਹੁਤ ਹੀ ਸਧਾਰਨ ਲਹਿਜੇ 'ਚ ਦੇਖਦੇ ਹੋ ਤੇ ਸਧਾਰਨ ਵਸਤਰ ਪਾਏ ਦੇਖਦੇ ਹੋ, ਸਧਾਰਨ ਗੱਲਬਾਤ ਕਰਦਿਆਂ ਦੇਖਦੇ ਹੋ, ਤੇ ਉਹਦੀ ਸ਼ੁਰੂਆਤੀ ਜੀਵਨ ਦੇ ਵਿੱਚ ਦੇਖਦੇ ਹੋ ਕਿ ਕਿਸੇ ਇੱਕ ਬੋਰਡ ਦਾ ਉਹਨੂੰ ਮੈਂਬਰ ਲੈ ਲਿਆ ਜਾਂਦਾ, ਖਾਦੀ ਬੋਰਡ ਦਾ ਤੁਸੀਂ ਜ਼ਿਕਰ ਕੀਤਾ, ਜਿੱਥੇ MC ਭਾਰਤਵਾਜ ਚੇਅਰਮੈਨ ਲਾਏ ਗਏ, ਉਦੋਂ ਬਿਲਕੁਲ ਠੀਕ ਹੈ ਤੁਹਾਡੀ ਗੱਲ, ਉਹ ਇਸੇ ਤਰ੍ਹਾਂ ਦਾ ਹੋਏਗਾ ਅਨਵਰ ਮਸੀਹ। ਪਰ ਜਦੋਂ ਬੰਦਾ ਹੌਲੀ ਹੌਲੀ ਸਤਾ ਤੇ ਜਾਂਦਾ ਹੈ ਤੇ ਸਤਾ ਦੀਆਂ ਜਿਹੜੀਆਂ ਉਹ ਸਾਰੀਆਂ ਬਿਮਾਰੀਆਂ, ਜਿਹੜਾ ਤਾਂ ਕੋਈ ਬੰਦਾ ਪੱਕਾ ਹੁੰਦਾ, ਆਪਣੇ ਜ਼ਮੀਰ ਦਾ ਪੱਕਾ ਹੁੰਦਾ ਤੇ ਛਿੜਕਣ ਵਾਲਾ ਨਹੀਂ ਹੁੰਦਾ, ਉਹ ਜਾਂ ਤਾਂ ਕੁਝ ਸਮਾਂ ਉੱਥੇ ਕੱਟਦਾ ਹੈ ਤੇ ਫਿਰ ਉਹਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਮੇਰੇ ਮੇਚ ਨਹੀਂ, ਤਾਂ ਫਿਰ ਉੱਥੋਂ ਬਾਹਰ ਨਿਕਲ ਆਉਂਦਾ ਹੈ। ਪਰ ਜਿਹੜਾ ਉੱਥੇ ਸਾਰਾ ਕੁਝ ਸਤਾ ਦੀਆਂ ਉਹ ਸਾਰੀਆਂ ਜਿਹੜੀਆਂ ਬਿਮਾਰੀਆਂ ਦੇ ਵਿੱਚੋਂ ਲੰਘਦਾ ਹੋਇਆ ਹੌਲੀ ਹੌਲੀ ਉਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਫਿਰ ਉਹਦੀ ਬਿਮਾਰੀ ਵੱਧਦੀ ਚਲੀ ਜਾਂਦੀ ਹੈ ਤੇ ਫਿਰ ਸਾਰਾ ਕੁਝ ਉਹ ਕਰਨ ਲੱਗ ਪੈਂਦਾ ਹੈ, ਜਾਂ ਉੱਥੋਂ ਜੋ ਕੁਝ ਕਰਵਾਇਆ ਜਾਂਦਾ ਤੇ ਉਹਦੇ ਚੋਂ ਹਿੱਸੇਦਾਰ ਬਣਦਾ ਚਲਿਆ ਜਾਂਦਾ। ਸ਼ਾਇਦ ਅਨਵਰ ਮਸੀਹ ਦੀ ਕਹਾਣੀ ਦੇ ਵਿੱਚ ਏਦਾਂ ਹੀ ਕੁਝ ਹੋਇਆ ਲੱਗਦਾ ਹੈ। ਅਨਵਰ ਮਸੀਹ ਅੱਜ ਕੱਲ੍ਹ ਜੇਲ੍ਹ 'ਚ ਹੈ, ਘਰ ਨਹੀਂ ਸੀ ਉਹ ਜਦੋਂ ਛਾਪਾ ਮਾਰਿਆ ਗਿਆ। ਅਨਵਰ ਮਸੀਹ 2 ਸਾਲ ਤੋਂ ਜੇਲ੍ਹ 'ਚ ਹੈ। 2 ਸਾਲ ਪਹਿਲਾਂ 2020 ਦੀ ਗੱਲ ਹੈ ਜਾਂ ਸ਼ੁਰੂ ਦੇ ਵਿੱਚ ਜਨਵਰੀ ਦੀ, ਉਹਦੇ ਕੋਲੋਂ ਪੌਣੇ 200 ਕਿਲੋ ਯਾਨੀ ਪੌਣੇ 2 ਕੁਇੰਟਲ ਜਿਹੜਾ ਡਰੱਗ ਫੜਿਆ ਗਿਆ ਸੀ। ਤੇ ਉਸ ਤੋਂ ਬਾਅਦ ਉਹ ਜੇਲ੍ਹ 'ਚ ਹੈ ਤੇ ਹੁਣ ਜਿਹੜਾ 3000 ਕਰੋੜ ਦੀ ਜਾਂ 3000 ਕਿਲੋ ਸ਼ਾਇਦ ਉਹ ਜਿਹੜੀ ਫੜੀ ਗਈ ਅਡਾਨੀ ਦੀ ਬੰਦਰਗਾਹ ਦੇ ਉੱਤੋਂ ਜਿਹੜੀ ਹੈਰੋਇਨ, ਉਹਦਾ ਜਿਹੜਾ ਮਾਮਲਾ ਪਹਿਲਾਂ ਤਾਂ ਦਵਾਇਆ ਗਿਆ। ਆਪਾਂ ਨੂੰ ਪਤਾ ਹੈ ਕਿ ਹੋਰ ਗੱਲਾਂ ਜਿਹੜੀਆਂ ਆ ਭਾਰਤ ਦੇ ਵਿੱਚ ਜ਼ਿਆਦਾ ਸੁਰਖੀਆਂ ਬੜੀਆਂ, ਕਿਉਂਕਿ ਉਹ ਬੰਦਰਗਾਹ ਅਡਾਨੀ ਦੀ ਸੀ, ਇਸ ਕਰਕੇ ਉਹ ਗੱਲ ਬਹੁਤੀ ਚੱਲੀ ਨਹੀਂ। ਤੇ ਹੁਣ ਉਹਨੂੰ ਪੰਜਾਬ ਕਨੈਕਸ਼ਨ ਕਿਹਾ ਜਾ ਰਿਹਾ ਕਿ ਉਹਦੇ 'ਚ ਕਿਤੇ ਨਾ ਕਿਤੇ ਅਨਵਰ ਮਸੀਹ ਭਾਵੇਂ ਜੇਲ੍ਹ 'ਚ ਹੈ, ਉਹਦੀ ਕੋਈ ਭੂਮਿਕਾ ਹੋ ਸਕਦੀ ਹੈ, ਉਹਦਾ ਜੇ ਕੋਈ ਗਰੋਹ ਆ ਜਾਂ ਉਹਦੇ ਲੋਕ ਆ ਉਹਨਾਂ ਦੀ ਭੂਮਿਕਾ ਹੋ ਸਕਦੀ ਹੈ। ਸੋ ਕੱਲ ਛਾਪਾ ਜਿਹੜਾ ਮਾਰਿਆ ਗਿਆ ਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹਦਾ ਘਰ ਹੈ ਤੇ ਉੱਥੋਂ ਜੋ ਦੱਸਿਆ ਜਾ ਰਿਹਾ ਹੈ ਕਿ ਕੁਝ ਕਾਗਜ਼ਾਤ ਜਿਹੜੇ ਆ ਉਹ ਉੱਥੋਂ ਲੈ ਕੇ ਉਹ ਆਪਣੇ ਅਟੈਚੀ 'ਚ ਬੰਦ ਕਰਕੇ ਉਹ ਲੈ ਗਏ ਨੇ। ਦੱਸਿਆ ਕੁਝ ਨਹੀਂ ਕੀ ਆ ਉਹਨਾਂ ਕਾਗਜ਼ਾਤਾਂ ਦੇ ਵਿੱਚ, ਕੀ ਆ ਕੀ ਨਹੀਂ। ਇੰਨਾ ਜ਼ਰੂਰ ਆਈ ਖਬਰ ਕਿ ਕੋਈ ਕਨੈਕਸ਼ਨ ਉਹਦੇ ਨਾਲ ਹੋ ਸਕਦਾ ਹੈ। ਐਡੇ ਵੱਡੇ ਧੰਦੇ ਦੇ ਵਿੱਚ ਅੰਮ੍ਰਿਤਸਰ ਦੇ ਇਸ ਵਿਅਕਤੀ ਦਾ ਹੱਥ ਹੋ ਸਕਦਾ ਜਿਹੜਾ ਅੱਜ ਵੀ ਜੇਲ੍ਹ 'ਚ ਹੈ। ਤਾਂ ਇਹ ਬੜੀ ਸੱਚਮੁੱਚ ਗੱਲ ਠੀਕ ਹੈ ਤੁਹਾਡੀ, ਹੈਰਾਨੀ ਪੈਦਾ ਕਰਦਾ। ਉਹ ਵਿਅਕਤੀ ਜਿਹੜਾ ਬਹੁਤ ਸਧਾਰਨ ਸੀ ਅੱਜ ਤੋਂ 20-25 ਸਾਲ ਪਹਿਲਾਂ, ਤੇ ਉਹ ਇਸ ਤਰ੍ਹਾਂ ਦੇ ਧੰਦੇ 'ਚ ਇਸ ਲੈਵਲ ਤੇ ਪਹੁੰਚ ਗਿਆ ਹੋਵੇ ਤੇ ਸੱਚਮੁੱਚ ਇਹ ਹੈਰਾਨੀ ਵੀ ਹੈ। ਤੇ ਇਹਦੀਆਂ ਤਾਰਾਂ ਜਾਂ ਇਹਦੀਆਂ ਪਰਤਾਂ ਖੁੱਲਣਗੀਆਂ
ਤੇ ਫਿਰ ਅਸੀਂ ਇਹਨੂੰ ਬਿਹਤਰ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾ ਸਕਾਂਗੇ। ਜੀ ਬਿਲਕੁਲ। ਹਾਲਾਤ ਦਸਾਂ ਸਾਹਿਬ ਇਦਾਂ ਦੇ ਆ ਵੀ ਕਿਸੇ ਵੀ ਵਿਅਕਤੀ ਨੂੰ ਟੰਗਿਆ ਜਾ ਸਕਦਾ, ਕਿਸੇ ਵੀ ਕੰਮ 'ਚ ਹੋ ਸਕਦਾ ਉਹ ਕਿਸੇ ਵੱਡੇ ਅਕਾਲੀ ਲੀਡਰ ਦਾ ਮੋਹਰਾ ਬਣ ਕੇ ਕੰਮ ਕਰ ਰਿਹਾ ਹੋਵੇ। ਮੈਂ ਵੇਖਦਾ ਆਪਾਂ ਬਾਰਡਰ ਬੈਲਟ ਤੇ ਰਹਿਣ ਵਾਲੇ ਲੋਕ ਆ, ਮੈਂ ਬਚਪਨ ਤੋਂ ਸੁਣਦੇ ਆਏ ਆ ਕਿ ਕਈ ਲੋਕ ਹੁੰਦੇ ਸੀ ਪਾਂਡੀ, ਉਹਨਾਂ ਦਾ ਸ਼ਬਦ ਵਰਤਿਆ ਜਾਂਦਾ ਸੀ। ਸਮਗਲਰ ਕੋਈ ਹੋਰ ਹੁੰਦਾ ਸੀ, ਉਹਨਾਂ ਦਾ ਕੰਮ ਆਰ ਪਾਰ ਸਮਾਨ ਪਹੁੰਚਾਉਣਾ ਹੁੰਦਾ ਸੀਗਾ ਤੇ ਉਹਨਾਂ ਨੂੰ ਹੀ ਲੋਕ ਵੱਡੇ ਸਮਗਲਰ ਗਿਣਦੇ ਸੀ। ਉਹਨਾਂ ਨੇ ਵੀ ਜ਼ਮੀਨਾਂ ਜਾਇਦਾਦਾਂ ਬਣਾ ਲਈਆਂ। ਸਾਡੇ ਹਲਕੇ 'ਚ ਵੀ ਇੱਕ MLA ਰਹੇ ਆ, ਹੁਣ ਵੀ ਉਹਨਾਂ ਨੂੰ ਟਿਕਟ ਮਿਲ ਗਈ ਹੈ ਸ਼ਾਇਦ ਅਕਾਲੀ ਦਲ ਵੱਲੋਂ। ਉਹ ਵਿਅਕਤੀ ਦੇ ਉੱਤੇ ਸ਼ਰੇਆਮ ਇਹ ਸੀ ਕਿ ਉਹ ਕਿਸੇ ਵੇਲੇ ਸਮਗਲਰਾਂ ਦਾ ਪਾਂਡੀ ਹੁੰਦਾ ਸੀਗਾ। ਤੇ ਇੱਕ ਮੁਲਾਕਾਤ 'ਚ ਉਹਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਮੇਰੇ ਬਾਪ ਨੇ ਚੱਕੀ ਲਾਈ ਸੀ ਜਿੱਥੋਂ ਮੈਂ 100 ਏਕੜ ਜ਼ਮੀਨ ਬਣਾ ਲਈ ਆ ਚੱਕੀ ਦੇ ਆਟੇ ਤੋਂ। ਤੇ ਬੜਾ ਮੈਨੂੰ ਅਟਪਟਾ ਲੱਗਿਆ ਸੀ ਕਿਉਂਕਿ ਮੈਂ ਬਚਪਨ ਤੋਂ ਵੇਖਦਾ ਆਇਆ ਸਾਡੇ ਪਿੰਡ ਦੇ ਮਿਸਤਰੀਆਂ ਦੀਆਂ 2-2 ਚੱਕੀਆਂ ਲੱਗੀਆਂ ਤੇ ਉਹ ਵਿਚਾਰੇ ਉੱਥੇ ਦੇ ਉੱਥੇ ਆਟੇ ਨਾਲ ਲਿਬੜੇ ਖੜੇ ਆ। ਉਹਨਾਂ ਕੋਲ ਤੇ 10 ਮਰਲੇ ਜਗ੍ਹਾ ਵੀ ਨਹੀਂ ਬਣੀ ਤੇ ਉਹ MLA ਸਾਹਿਬ ਨੇ ਚੱਕੀ ਚਲਾ ਕੇ 100 ਏਕੜ ਜ਼ਮੀਨ ਬਣਾ ਲਈ ਹੈ ਜੀ। ਬਿਲਕੁਲ। ਦੇਖੋ ਸਾਨੂੰ ਇਹ ਲੋਕ ਦਿਖਾਈ ਦਿੰਦੇ ਆ ਪਾਂਡੀ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ, ਇਸ ਕਰਕੇ ਅਸੀਂ ਇਹਨਾਂ ਨੂੰ ਸਮਝਦੇ ਹਾਂ ਕਿ ਇਹੀ ਜਿਹੜੇ ਵੱਡੇ ਸਮਗਲਰ ਹੌਲੀ ਹੌਲੀ ਬਣ ਜਾਂਦੇ ਆ। ਪਰ ਜਿਨ੍ਹਾਂ ਦੇ ਪਾਂਡੀ ਹੁੰਦੇ ਆ ਇਹ ਲੋਕ ਉਹ ਕਦੀ ਦਿਖਾਈ ਨਹੀਂ ਦਿੰਦੇ ਤੇ ਉਹ ਪਰਦੇ ਦੇ ਪਿੱਛੇ ਹੁੰਦੇ ਆ, ਇੱਕ ਨੈਕਸਸ ਕੰਮ ਕਰ ਰਿਹਾ ਹੁੰਦਾ। ਤੇ ਇਹੀ ਕੁਝ ਪੰਜਾਬ ਦੇ ਵਿੱਚ ਹੋਇਆ। ਇਹ ਅਨਵਰ ਮਸੀਹ ਵੀ ਹੋ ਸਕਦਾ, ਪਹਿਲਾਂ ਪਾਂਡੀ ਹੋਵੇ ਫਿਰ ਵੱਡਾ ਖਿਡਾਰੀ ਬਣ ਗਿਆ ਹੋਵੇ ਤੇ ਜਿਨ੍ਹਾਂ ਲਈ ਪਾਂਡੀ ਬਣਿਆ ਹੋਏਗਾ ਉਹ ਤਾਂ ਚਰਚਾ 'ਚ ਕਿਤੇ ਨਾ ਆ ਵੀ ਗਿਆ ਹੋਊਗਾ ਤਾਂ ਫਿਰ ਹਾਲੇ ਵੀ ਉਹ ਕਹਿ ਲਓ ਵੀ ਆਪਣੇ ਸੱਤਾ 'ਚ ਹੋਣਗੇ ਜਾਂ ਸੱਤਾ ਤੋਂ ਬਾਹਰ ਹੋ ਕੇ ਵੀ ਸੱਤਾ 'ਚ ਹੋਣਗੇ ਤੇ ਉਹਨਾਂ ਦਾ ਜ਼ਿਕਰ ਤਾਂ ਕਦੇ ਕਦੇ ਹੋ ਜਾਂਦਾ ਹੋਏਗਾ ਪਰ ਉਹਨਾਂ ਤੱਕ ਸੇਕ ਕਦੀ ਨਹੀਂ ਪਹੁੰਚਿਆ ਹੋਏਗਾ। ਤੇ ਇਹੀ ਕੁਝ ਹੈ, ਇੱਥੇ ਬਹੁਤ ਕੁਝ ਏਦਾਂ ਦਾ ਜਿਹੜਾ ਪਿੱਛੇ ਪਰਦੇ ਪਿੱਛੇ ਹੁੰਦਾ ਹੈ, ਸਾਹਮਣੇ ਜੋ ਦਿਖਾਈ ਦੇ ਰਿਹਾ ਹੁੰਦਾ ਉਹ ਅਸਲੀ ਜਿਹੜੇ ਆ ਲੋਕ ਨਹੀਂ ਹੁੰਦੇ, ਅਸਲੀ ਉਹਨਾਂ ਦੇ ਪਿੱਛੇ ਹੁੰਦੇ ਆ। ਤੇ ਪੰਜਾਬ 'ਚ ਕੋਸ਼ਿਸ਼ ਹੋਈ ਹੈ, ਇਸੇ ਗੱਲ ਨੂੰ ਤੋੜਨ ਦੀ ਕਸਮ ਖਾਧੀ ਸੀ ਆਪਣੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਚੋਣ ਮੈਦਾਨ 'ਚ ਸੀ ਪੌਣੇ 5 ਸਾਲ ਪਹਿਲਾਂ, ਜਦੋਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਗਈ ਸੀ। ਇਸੇ ਗੱਲ ਬਾਰੇ ਕਿਹਾ ਗਿਆ ਸੀ ਕਿ ਅਸੀਂ ਇਹ ਸਾਰਾ ਕੁਝ ਇਹਦਾ ਪਰਦਾ ਚਾਕ ਕਰਾਂਗੇ ਤੇ 4 ਹਫ਼ਤਿਆਂ ਦੇ ਵਿੱਚ ਇਹਦਾ ਧੰਦਾ ਚੌਪਟ ਕਰ ਦਿਆਂਗੇ। ਤੇ ਉਸ ਤੋਂ ਬਾਅਦ ਹੀ ਜਿਹੜਾ ਕੁਝ ਏਦਾਂ ਦੀ ਸਰਗਰਮੀ ਦਿਖਾਈ ਦਿੱਤੀ ਸੀ ਵੀ ਲੱਗਾ ਸੀ ਵੀ ਕੁਝ ਹੋਣ ਲੱਗਾ ਵੀ ਜਿਹੜੇ ਪ੍ਰਮੁੱਖ ਜਿਹੜੇ ਦੋਸ਼ੀ ਨੇ ਉਹ ਸ਼ਾਇਦ ਹੁਣ ਜੇਲ੍ਹ ਦੀ ਹਵਾ ਖਾਣਗੇ। ਦਾਅਵੇ ਵੀ ਬੜੇ ਕੀਤੇ ਗਏ ਪਰ ਗੱਲ ਬਣੀ ਨਹੀਂ। ਤੇ ਜਿਨ੍ਹਾਂ ਨੇ ਇਹ ਦਾਅਵੇ ਕੀਤੇ ਸੀ ਕਿ ਕੈਪਟਨ ਤੋਂ ਕੁਝ ਨਹੀਂ ਹੋਇਆ, ਇਹ ਤਾਂ ਰਲੇ ਹੋਏ ਆ, ਤੇ ਉਹ ਵੀ ਆ ਗਏ ਤਾਂ ਵੀ ਗੱਲ ਬਣੀ ਨਹੀਂ। ਤੇ ਪਾਂਡੀ ਜਿਹੜੇ ਆ ਉਹ ਜੇਲ੍ਹਾਂ 'ਚ ਨੇ ਤੇ ਜਾਂ ਪਾਂਡੀ ਵੀ ਹਾਲੇ ਸਾਨੂੰ ਦਿਖਾਈ ਦੇ ਰਹੇ ਨੇ ਤੇ ਜਿਹੜੇ ਪਿੱਛੇ ਨੇ ਅਸਲੀ ਜਿਹੜੇ ਇਹਦੇ ਮੁੱਖ ਦੋਸ਼ੀ ਨੇ ਜਾਂ ਜਿਹੜੇ ਸਰਗੜੇ ਨੇ ਉਹਨਾਂ ਦਾ ਬਾਲ ਵੀ ਵਿੰਗਾ ਨਹੀਂ ਹੋਇਆ, ਉਹਨਾਂ ਨੂੰ ਅੱਜ ਤੱਕ ਸੇਕ ਨਹੀਂ ਪਹੁੰਚਿਆ। ਇਹੀ ਸਾਡੇ ਪੰਜਾਬ ਦਾ ਸੱਚ ਆ, ਇਹੀ ਦੁਨੀਆ ਭਰ ਦੇ ਵਿੱਚ ਵਾਪਰਦਾ। ਤੇ ਜਿਹੜੇ ਵੱਡੇ ਲੋਕ ਹੁੰਦੇ ਆ, ਜਿਹੜੇ ਇਹਦੇ ਪਿੱਛੇ ਹੁੰਦੇ ਆ, ਉਹਨਾਂ ਦਾ ਚਰਚਾ ਤਾਂ ਕਦੀ ਕਦੀ ਹੋ ਜਾਂਦਾ ਹੈ ਪਰ ਉਹ ਕਦੀ ਕਟਹਿਰੇ 'ਚ ਖੜੇ ਦਿਖਾਈ ਸਾਨੂੰ ਨਹੀਂ। ਲਖੀਮਪੁਰ ਖੀਰੀ ਵਾਲੀ ਘਟਨਾ ਦਾ ਸੁਪਰੀਮ ਕੋਰਟ ਨੇ ਨੋਟਿਸ ਲਿਆ ਸੀਗਾ ਜੀ, ਜਿਹਨੂੰ ਸੁਓ ਮੋਟੋ ਨੋਟਿਸ ਕਿਹਾ ਜਾਂਦਾ ਆ। ਤੇ ਉਹਦੇ ਵਿੱਚ ਲਗਾਤਾਰ ਦੂਜੇ ਦਿਨ ਸੁਪਰੀਮ ਕੋਰਟ ਦੇ ਜੋ ਉਸ ਬੈਂਚ ਨੇ ਕਾਫੀ ਝਾੜ-ਝੰਬ ਕੀਤੀ ਆ ਯੂਪੀ ਸਰਕਾਰ ਦੀ ਔਰ ਕਾਫੀ ਵੱਡੇ ਸਵਾਲ ਜਿਹੜੇ ਆ ਉਹ ਖੜੇ ਕੀਤੇ ਆ। ਪਰ ਦੂਜੇ ਪਾਸੇ ਜਿਹੜੇ ਉਹ ਹੋਮ ਮਿਨਿਸਟਰ ਸਟੇਟ ਹੋਮ ਮਿਨਿਸਟਰ ਨੇ ਉਹ ਕਹੀ ਜਾ ਰਹੇ ਨੇ ਕਿ ਮੇਰਾ ਬੇਟਾ ਬਿਲਕੁਲ ਬੇਕਸੂਰ ਹੈ, ਉਹ ਤੇ ਉਸ ਘਟਨਾ 'ਚ ਸ਼ਾਮਿਲ ਹੀ ਨਹੀਂ ਆ। ਤੇ ਇੱਕ ਪਾਸੇ ਸੁਪਰੀਮ ਕੋਰਟ ਨੋਟਿਸ ਲੈ ਰਹੀ ਆ, ਦੂਜੇ ਪਾਸੇ ਉੱਥੋਂ ਦੀ ਸਰਕਾਰ ਜਿਹੜੀ ਆ ਉਹ ਆਪਣੇ ਕੇਂਦਰੀ ਲੀਡਰ ਨੂੰ ਬਚਾਉਣ ਲਈ ਜਿਹੜੀ ਆ ਉਹ ਪੂਰਾ ਯਤਨ ਕਰ ਰਹੀ ਆ। ਤੇ ਤੀਜੇ ਪਾਸੇ ਜਿਹੜੀ ਵੱਡੀ ਲੀਡਰਸ਼ਿਪ ਆ ਭਾਰਤੀ ਜਨਤਾ ਪਾਰਟੀ ਦੀ ਉਹ ਤੇ ਚੁੱਪ ਸਾਧ ਕੇ ਬੈਠੀ ਹੋਈ ਆ। ਇਹ ਸਾਰਾ ਘਟਨਾਕ੍ਰਮ ਜਿਹੜਾ ਆ ਤੁਹਾਨੂੰ ਕੀ ਲੱਗਦਾ ਹੈ ਕਿ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਅਗਰ ਇਹ ਇਨਵੈਸਟੀਗੇਸ਼ਨ ਹੁੰਦੀ ਆ ਤੇ ਕੋਈ ਨਿਆਂ ਮਿਲਣ ਦੀ ਸੰਭਾਵਨਾ ਹੈ? ਦੇਖੋ ਉਮੀਦ ਤਾਂ ਕੀਤੀ ਜਾਣੀ ਚਾਹੀਦੀ ਹੈ ਪਰ ਮਸਲਾ ਆ ਕਿ ਜਿਹੜੀ ਤਾਜ਼ਾ ਜਾਣਕਾਰੀ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ ਵੀ ਜਿਹੜਾ ਉਹ ਅਜੇ ਮਿਸ਼ਰਾ ਆ ਕੇਂਦਰੀ ਮੰਤਰੀ, ਕੇਂਦਰੀ ਗ੍ਰਹਿ ਰਾਜ ਮੰਤਰੀ, ਜਿਹੜਾ ਮੁੰਡਾ ਆ ਉਹ ਆਸ਼ੀਸ਼ ਮਿਸ਼ਰਾ ਜੀ, ਉਹਦੇ ਬਾਰੇ ਉਹਨੇ ਆਪੇ ਕਿਹਾ ਅਜੇ ਮਿਸ਼ਰਾ ਨੇ ਕਿ ਉਹ ਕਿਤੇ ਨਹੀਂ ਗਿਆ, ਉਹ ਘਰੇ ਹੀ ਆ ਜੀ, ਉਹ ਠੀਕ ਨਹੀਂ ਹੈ, ਕਿਤੇ ਨਹੀਂ ਉਹ ਫਰਾਰ ਹੋਇਆ, ਕਿਤੇ ਨਹੀਂ ਦੌੜਿਆ। ਤੇ ਜੇ
ਮਤਲਬ ਉਹਨੂੰ ਦੌੜਾਉਣਾ ਹੁੰਦਾ, ਫਰਾਰ ਕਰਾਉਣਾ ਹੁੰਦਾ, ਤਾਂ ਮੇਰੇ ਕੋਲ ਸਾਰੀਆਂ ਤਾਕਤਾਂ ਹੈਗੀਆਂ, ਪਰ ਉਹ ਘਰ ਹੈ, ਕੋਈ ਵੀ ਉਹਨੂੰ ਜਾ ਕੇ ਮਿਲ ਸਕਦਾ ਹੈ। ਪਰ ਉਹ ਪੇਸ਼ ਹੋਏਗਾ ਕੱਲ ਨੂੰ 11 ਵਜੇ, ਯਾਨੀ ਇਹ ਕੱਲ ਉਹਨੇ ਗੱਲ ਕਹੀ ਸੀ ਭਾਰਤੀ ਦੇ ਸਮੇਂ ਦੇ ਮੁਤਾਬਕ ਗੱਲ ਕਰਨੀ ਹੋਵੇ ਤਾਂ ਉਹਦਾ ਮਤਲਬ ਹੈ ਕਿ ਅੱਜ ਜਦੋਂ ਭਾਰਤ ਦੇ ਵਿੱਚ ਇਸ ਵੇਲੇ 6 ਵੱਜਣ ਲੱਗੇ ਨੇ ਸਵੇਰ ਦੇ, ਤੇ ਹੁਣ ਤੋਂ 5 ਘੰਟੇ ਬਾਅਦ 11 ਵਜੇ ਕਿਹਾ ਗਿਆ ਕਿ ਉਹ ਪੇਸ਼ ਹੋਏਗਾ ਪੁਲਿਸ ਦੇ ਕੋਲ, ਤੇ ਫਿਰ ਉਹਦੀ ਇਨਵੈਸਟੀਗੇਸ਼ਨ ਕਿਸ ਢੰਗ ਨਾਲ ਹੁੰਦੀ ਹੈ ਇਹ ਦੇਖਣ ਵਾਲੀ ਗੱਲ ਰਹੇਗੀ। ਬਾਕੀ ਅਦਾਲਤਾਂ ਤੇ ਜ਼ਰੂਰ ਸਾਨੂੰ ਇਸ ਗੱਲ ਦਾ ਰਹੇਗਾ, ਬਹੁਤ ਮਾਣ ਰਹੇਗਾ ਕਿ ਜੇ ਸੁਪਰੀਮ ਕੋਰਟ ਇਹਦੇ 'ਚ ਜਿਸ ਤਰੀਕੇ ਦੇ ਨਾਲ ਹੁਣ ਗੱਲ ਕਰ ਰਹੀ ਹੈ, ਸੁਪਰੀਮ ਕੋਰਟ ਜਿਸ ਤਰੀਕੇ ਨਾਲ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਝਾੜ ਪਾਈ ਗਈ ਹੈ ਵੀ ਧਾਰਾ 302 ਦਾ ਮਤਲਬ ਕੀ ਹੁੰਦਾ, ਇਹ ਗੱਲ ਕਹੀ ਹੈ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਵੀ ਧਾਰਾ 302 ਦਾ ਕੀ ਮਤਲਬ ਹੁੰਦਾ, ਇਹਦਾ ਮਤਲਬ ਕਤਲ ਹੈ ਨਾ, ਤੇ ਕਤਲ ਲਈ ਜੇ FIR ਦੇ ਵਿੱਚ ਕਿਸੇ ਬੰਦੇ ਦਾ ਨਾਂ ਆ ਤੇ ਉਹਨੂੰ ਹਾਲੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ। ਸੁਪਰੀਮ ਕੋਰਟ ਨੇ ਬੜੀ ਸਖਤ ਲਹਿਜੇ 'ਚ ਗੱਲ ਕਹੀ ਹੈ। ਬਾਕੀ ਬੈਂਚ ਦਾ ਮਸਲਾ ਆ ਵੀ ਬੈਂਚ ਜਿਹੜਾ ਇਹਦੀ ਜਾਂਚ ਕਰੇਗਾ, ਉਹਦੀ ਨਿਗਰਾਨੀ ਜਿਹੜੀ ਜਾਂਚ ਹੋਏਗੀ, ਉਹ ਕਿਸ ਢੰਗ ਨਾਲ ਸਾਰੀਆਂ ਚੀਜ਼ਾਂ ਨੂੰ ਲੈਂਦੇ ਨੇ ਤੇ ਸਾਰੀਆਂ ਸਥਿਤੀਆਂ ਨੂੰ ਦੇਖਦੇ ਨੇ। ਐਵੀਡੈਂਸ ਨੇ, ਬਹੁਤ ਸਾਰੇ ਐਵੀਡੈਂਸ ਨੇ ਜਿਹੜੇ ਮੂੰਹੋਂ ਬੋਲਦੇ ਨੇ, ਜਿਹਦੇ ਬਾਰੇ ਅਕਸਰ ਗੱਲ ਹੁੰਦੀ ਹੈ ਕਿ ਤੱਥ ਜਿਹੜੇ ਆ ਉਹ ਬੜੇ ਕਹਿ ਲਓ ਵੀ ਇਸ ਤਰ੍ਹਾਂ ਦੇ ਹੁੰਦੇ ਆ, ਕਈ ਵਾਰੀ ਕਹਿੰਦੇ ਨੇ ਤੱਥ ਬੜੇ ਬੇਸ਼ਰਮ ਹੁੰਦੇ ਆ, ਉਹ ਝੂਠ ਨਹੀਂ ਬੋਲਦੇ, ਤੱਥ ਹਮੇਸ਼ਾ ਸੱਚ ਬੋਲਦੇ ਆ। ਉਹ ਤੱਥ ਕੁਝ ਸਾਹਮਣੇ ਆਏ ਨੇ, ਕੁਝ ਵੀਡੀਓਜ਼ ਜਿਹੜੀਆਂ ਆ ਗਈਆਂ ਨੇ, ਉਹਨਾਂ ਦੀ ਜਾਂਚ ਜਿਹੜੀ ਹੈ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਜੇ ਹੋਵੇ, ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਲਓ ਜੀ ਇਹਦੇ ਨਾਲ ਛੇੜਛਾੜ ਹੋਈ ਹੈ ਵੀਡੀਓ ਦੇ ਵਿੱਚ, ਉਹ ਤਾਂ ਲੈਬ ਦੇ ਵਿੱਚ ਜਦੋਂ ਜਾਂਚ ਹੋਏਗੀ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਸੱਚ ਦਾ ਸੱਚ ਤੇ ਝੂਠ ਦਾ ਝੂਠ, ਜਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਡੇ ਸਾਹਮਣੇ ਹੋਏਗਾ। ਸੋ ਉਮੀਦ ਤਾਂ ਇਹ ਜ਼ਰੂਰ ਕਰਨੀ ਚਾਹੀਦੀ ਹੈ, ਪਰ ਜਿਸ ਢੰਗ ਦੇ ਨਾਲ ਪੁਲਿਸ ਨੇ ਇਹਦੇ 'ਚ ਕੰਮ ਕੀਤਾ ਹੈ, ਬਹੁਤ ਢਿੱਲਾ ਜਿਹਾ ਰਵੱਈਆ ਰਿਹਾ, ਉਹ ਸਰਕਾਰ ਦਾ ਦਬਾਅ ਵੀ ਇੱਥੇ ਦਿਖਾਈ ਦਿੰਦਾ ਹੈ। ਕੱਲ ਯੋਗੀ ਆਦਿੱਤਿਆਨਾਥ ਨੇ ਵੀ ਇਹ ਗੱਲ ਕਹਿਤੀ ਵੀ ਬਿਨਾਂ ਜਾਂਚ ਤੋਂ, ਮਤਲਬ ਕਿਸੇ ਦਬਾਅ 'ਚ ਅਸੀਂ ਕੰਮ ਨਹੀਂ ਕਰਾਂਗੇ, ਕਿ ਕੋਈ ਦਬਾ ਕੇ ਸਾਨੂੰ ਕੋਈ ਪ੍ਰੈਸ਼ਰਾਈਜ਼ ਕਰਕੇ ਕਿਸੇ ਤੇ ਕੋਈ ਐਕਸ਼ਨ ਕਰਵਾ ਦੂਗਾ, ਇਦਾਂ ਨਹੀਂ ਹੋ ਸਕਦਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਧਰਨੇ ਕਿਸਾਨਾਂ ਦੇ, ਪੋਲੀਟੀਸ਼ੀਅਨਾਂ ਦੇ ਧਰਨੇ, ਭੁੱਖ ਹੜਤਾਲਾਂ ਜਾਂ ਲਖੀਮਪੁਰ ਖੀਰੀ ਦੇ ਦੌਰੇ ਸਾਡੇ ਤੇ ਕੋਈ ਦਬਾਅ ਨਹੀਂ ਪਾ ਸਕਦੇ, ਇਹ ਗੱਲ ਕਹੀ ਯੋਗੀ ਆਦਿੱਤਿਆਨਾਥ ਨੇ। ਦੂਜੀ ਗੱਲ, ਭਾਰਤੀ ਜਨਤਾ ਪਾਰਟੀ ਦੀ ਟੌਪ ਦੀ ਲੀਡਰਸ਼ਿਪ ਦਾ ਇਹਦੇ ਤੇ ਜਿਸ ਕਿਸਮ ਦਾ ਰਵੱਈਆ ਹੈ, ਤੇ ਸਭ ਤੋਂ ਵੱਡੀ ਗੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇ ਅਮਿਤ ਸ਼ਾਹ ਦਾ ਜਿਹੜਾ ਇਸ ਸਾਰੇ ਮਸਲੇ ਤੇ ਰਵੱਈਆ ਆ, ਕਿਸਾਨਾਂ ਦੇ ਹੁਣ ਤੱਕ ਦੇ ਅੰਦੋਲਨ ਤੇ ਵੀ ਤੇ ਲਖੀਮਪੁਰ ਖੀਰੀ ਦੀ ਘਟਨਾ ਤੇ ਵੀ ਇੱਕ ਵੀ ਲਫ਼ਜ਼ ਜਿਹੜਾ ਮੂੰਹ ਤੋਂ ਨਾ ਕੱਢਣਾ, ਉਹ ਇਹ ਦਰਸਾਉਂਦਾ ਹੈ ਕਿ ਇਹ ਸਰਕਾਰ ਕਿੰਨੀ ਨਿਰਪੰਸ਼ ਹੋ ਚੁੱਕੀ ਹੈ, ਕਿੰਨੀ ਜ਼ਾਲਮ ਹੋ ਚੁੱਕੀ ਹੈ, ਉਹਨੂੰ ਕੋਈ ਪਰਵਾਹ ਨਹੀਂ ਹੈ। ਮੈਂ ਸ਼ਾਇਦ ਕੱਲ ਵੀ ਇਹ ਗੱਲ ਕਹੀ ਹੋਵੇ ਵੀ ਕੇਵਲ ਭਾਰਤ ਦੀ ਸਰਕਾਰ ਤੇ ਕੁਐਸਚਨ ਨਹੀਂ ਹੈ, ਇਹ ਸ਼ਾਇਦ ਦੁਨੀਆ ਭਰ ਦੀਆਂ ਤਮਾਮ ਉਹਨਾਂ ਮਨੁੱਖੀ ਅਧਿਕਾਰਾਂ ਨੂੰ ਪ੍ਰਣਾਈਆਂ ਹੋਈਆਂ ਜਿਹੜੀਆਂ ਜਥੇਬੰਦੀਆਂ ਸੰਸਥਾਵਾਂ ਨੇ, ਉਹਨਾਂ ਉੱਪਰ ਵੀ ਸਵਾਲ ਹੈ ਕਿ ਤੁਸੀਂ ਕਿਉਂ ਨਹੀਂ ਬੋਲਦੇ, ਕਿ ਭਾਰਤ ਦੇ ਪ੍ਰਧਾਨ ਮੰਤਰੀ ਇੱਕ ਪ੍ਰਧਾਨ ਮੰਤਰੀ ਦਾ ਫਰਜ਼ ਨਹੀਂ ਪੂਰਾ ਕਰ ਰਹੇ, ਤੇ ਉਹਦੇ ਤੇ ਕਿਉਂ ਨਹੀਂ ਦੁਨੀਆ ਭਰ ਦੀਆਂ ਤਮਾਮ ਜਿਹੜੀਆਂ ਮਨੁੱਖੀ ਅਧਿਕਾਰਾਂ ਦਾ ਦਮ ਭਰਨ ਵਾਲੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਬੋਲ ਰਹੀਆਂ। UN ਕਿਉਂ ਚੁੱਪ ਹੈ, ਬਾਕੀ ਮੁਲਕ ਵੀ ਕਿਉਂ ਚੁੱਪ ਨੇ, ਭਾਵੇਂ ਗਾਹੇ ਬਗਾਹੇ ਕਿਤੇ ਨਾ ਕਿਤੇ ਵੱਖ-ਵੱਖ ਮੁਲਕਾਂ ਦੇ ਪਾਰਲੀਮੈਂਟ ਦੇ ਵਿੱਚ ਬੈਠੇ ਕੁਝ ਮੈਂਬਰ ਆਪਣੇ ਆਪਣੇ ਲੈਵਲ ਤੇ ਬੋਲਦੇ ਨੇ, ਪਰ ਕਿਸੇ ਵੀ ਮੁਲਕ ਨੇ ਵਾਜਬੀ ਤਰੀਕੇ ਦੇ ਨਾਲ ਇਹਨਾਂ ਮਾਮਲਿਆਂ 'ਚ ਸਿੱਧਾ ਦਖਲ ਨਹੀਂ ਦਿੱਤਾ। ਜਿਹੜੇ ਚੈਂਪੀਅਨ ਕਹਾਉਂਦੇ ਨੇ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੇ, ਜਿਨ੍ਹਾਂ ਨੂੰ ਇਹ ਫਿਕਰ ਹੋ ਜਾਂਦਾ ਹੈ ਕਿ ਈਰਾਨ ਦੇ ਵਿੱਚ ਸਦਾਮ ਹੁਸੈਨ ਨਹੀਂ ਰਹਿਣਾ ਚਾਹੀਦਾ, ਜਿਨ੍ਹਾਂ ਨੂੰ ਇਹ ਫਿਕਰ ਹੋ ਜਾਂਦਾ ਹੈ ਕਿ ਅਫਗਾਨਿਸਤਾਨ 'ਚ ਉੱਥੋਂ ਦੇ ਲੋਕਾਂ ਦੀ ਸੇਵਾ ਕਰਨੀਆਂ ਜਾ ਕੇ 20 ਸਾਲ ਤੇ ਨਰਕ ਬਣਾ ਦਿੱਤਾ ਜਾਂਦਾ ਹੈ, ਉਸ ਮੁਲਕ ਨੂੰ ਉਹਨਾਂ ਨਾਗਰਿਕਾਂ ਦਾ ਜੀਵਨ ਨਰਕ ਬਣਾ ਦਿੱਤਾ ਜਾਂਦਾ ਹੈ। ਉਹ ਜਿਹੜਾ ਮਨੁੱਖੀ ਅਧਿਕਾਰਾਂ ਦਾ ਦਮ ਭਰਨ ਵਾਲੇ ਮੁਲਕ ਵੀ ਹੈ, ਜਾਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਮੁਲਕ ਆਪਣੇ ਆਪ ਨੂੰ ਕਹਿੰਦੇ ਨੇ, ਉਹ ਵੀ ਅੱਜ ਕਿਉਂ ਚੁੱਪ ਨੇ? ਇਹ ਸਵਾਲ ਜਿਹੜਾ ਆ ਗੂੰਜ ਰਿਹਾ ਹੈ, ਫਜ਼ਾ ਦੇ ਵਿੱਚ ਗੂੰਜ ਰਿਹਾ ਹੈ, ਕਿ ਉਹਦੇ ਕਾਰਨ ਲੱਭਣ ਦੀ ਜ਼ਰੂਰਤ ਹੈ ਜੀ। ਸੁਪਰੀਮ ਕੋਰਟ ਨੇ ਜਿਹੜਾ ਆਪਣੇ ਕਿਹਾ ਜੀ, ਕਿਉਂਕਿ ਸੁਪਰੀਮ ਕੋਰਟ ਜਿਹੜੀ ਆ ਉਹ ਵੀ ਸਿਸਟਮ ਦਾ ਹਿੱਸਾ ਹੈ, ਤੇ ਉਹਨਾਂ ਨੂੰ ਵੀ ਜਿਹੜੀ ਜੋ ਕੁਝ ਚੱਲ ਰਿਹਾ ਹੁੰਦਾ ਐਡਮਿਨਿਸਟ੍ਰੇਸ਼ਨ ਆਲੇ ਦੁਆਲੇ ਉਹਦੇ ਤੇ ਨਿਰਭਰ ਰਹਿਣਾ ਪੈਂਦਾ। ਪਰ ਮੈਨੂੰ ਕਦੀ ਕਦੀ ਇਦਾਂ ਲੱਗਦਾ ਹੈ ਕਿ ਜਿੱਦਾਂ ਕੋਰਟਾਂ ਕਈ ਵਾਰ ਜਿਹੜੀ ਗੈਰ ਕਾਨੂੰਨੀ ਹਿਰਾਸਤ ਹੁੰਦੀ ਆ ਕਿਸੇ ਵਿਅਕਤੀ ਦੀ, ਉਹ ਪਤਾ ਨਹੀਂ ਉਹਨੂੰ ਕਿਹੜੀ ਕਹਿੰਦੇ ਹੁੰਦੇ ਆ, ਮੈਨੂੰ ਉਹਦਾ ਨਾਂ ਨਹੀਂ ਇਸ ਵੇਲੇ ਯਾਦ ਆ ਰਿਹਾ, ਇਸ ਤਰ੍ਹਾਂ ਦੀ ਰਿਟ ਪਾਈ ਜਾਂਦੀ ਆ ਤੇ ਕੋਰਟ ਆਪਣੇ ਨੁਮਾਇੰਦੇ ਭੇਜ ਕੇ
ਤੇ ਜਿਹੜੇ ਥਾਂ ਤੇ ਸ਼ੱਕ ਹੋਵੇ ਕਿ ਬੰਦੇ ਨੂੰ ਗੈਰ ਕਾਨੂੰਨੀ ਹਿਰਾਸਤ 'ਚ ਰੱਖਿਆ ਗਿਆ ਆ, ਉੱਥੇ ਜਾ ਕੇ ਉਹ ਰੇਡ ਕਰਦੇ ਨੇ। ਤੇ ਕੋਈ ਇਦਾਂ ਦੀ ਵਿਧਾ ਸੁਪਰੀਮ ਕੋਰਟ ਕੋਲ ਨਹੀਂ ਆ। ਉਹ ਕਹਿ ਰਹੇ ਨੇ ਕਿ ਸਰਕਾਰ ਨੂੰ ਕਹਿ ਰਹੇ ਨੇ ਕਿ ਸਬੂਤਾਂ ਨਾਲ ਛੇੜਛਾੜ ਨਾ ਹੋਵੇ, ਯਕੀਨੀ ਬਣਾਇਆ ਜਾਵੇ। ਤੇ ਕਹਿ ਕਿਹਨੂੰ ਰਹੇ ਨੇ? ਜਿਹੜੇ ਖੁਦ ਦੋਸ਼ੀ ਨੇ। ਜਿਹੜੇ ਲੋਕ ਦੋਸ਼ੀ ਨੇ ਉਹ ਕਿੱਦਾਂ ਸਬੂਤਾਂ ਨੂੰ ਜਿਹੜਾ ਉਹ ਛੇੜਛਾੜ ਤੋਂ ਬਗੈਰ ਰਹਿਣ ਦੇਣਗੇ? ਕਿ ਕੋਰਟ ਆਪਣੀ ਨਿਗਰਾਨੀ ਥੱਲੇ ਸਿੱਧਾ ਕੁਝ ਇਹ ਨਹੀਂ ਸੀ ਕਰ ਸਕਦੀ? ਕੋਈ ਇਸ ਤਰ੍ਹਾਂ ਆਪਣੇ ਨੁਮਾਇੰਦੇ ਲਾ ਕੇ ਉਹ ਸਾਰੇ ਸਬੂਤ ਇਕੱਠੇ ਕੀਤੇ ਜਾਂਦੇ ਤੇ ਫਿਰ ਉਹਨਾਂ ਦੀ ਨਿਰਪੱਖ ਜਾਂਚ ਹੁੰਦੀ? ਜਦੋਂ ਉਹ ਖੁਦ ਹੀ ਸਰਕਾਰ ਨੂੰ ਕਹਿ ਰਿਹਾ ਕਿ ਸਰਕਾਰ ਯਕੀਨੀ ਬਣਾਵੇ ਕਿ ਜਿਹੜੇ ਸਬੂਤ ਨੇ ਉਹਨਾਂ ਨਾਲ ਛੇੜਛਾੜ ਨਾ ਹੋਵੇ, ਤੇ ਆਪਾਂ ਕਿੱਦਾਂ ਮੰਨ ਸਕਦੇ ਹਾਂ ਕਿ ਆਦਿੱਤਿਆਨਾਥ ਜੋਗੀ ਜਾਂ ਮੋਦੀ ਦੀ ਸਰਕਾਰ ਆਪਣੇ ਕਾਰਕੁਨ ਨੂੰ ਜਾਂ ਆਪਣੇ ਮੰਤਰੀ ਦੇ ਬੇਟੇ ਨੂੰ ਜਾਂ ਆਪਣੇ ਮੰਤਰੀ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਕਿਵੇਂ ਨਹੀਂ ਜਾਏਗੀ? ਸੋ ਇਹ ਚੀਜ਼ ਮੇਰੀ ਸਮਝ ਤੋਂ ਬਾਹਰ ਹੈ ਕਿ ਕੋਈ ਐਸਾ ਸਿਸਟਮ ਨਹੀਂ ਆ ਕਿ ਸੁਪਰੀਮ ਕੋਰਟ ਖੁਦ ਜਿਹੜੀ ਹੈ ਸਾਰੀ ਕਮਾਨ ਆਪਣੇ ਹੱਥ 'ਚ ਲਵੇ। ਦੇਖੋ ਏਦਾਂ ਹੁੰਦੀ ਆ, ਦੇਖੋ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ, ਜਦੋਂ ਅਸੀਂ ਚੋਣ ਕਮਿਸ਼ਨ ਦੀ ਵੀ ਗੱਲ ਕਰਦੇ ਆ, ਉਹ ਆਰਡਰ ਪਾਸ ਕਰ ਦਿੰਦੀਆਂ ਨੇ, ਉਹਨਾਂ ਨੂੰ ਅਪਲਾਈ ਤਾਂ ਥੱਲੇ ਵਾਲੇ ਸਿਸਟਮ ਨਹੀਂ ਕਰਨਾ ਨਾ। ਹੁਣ ਇਹ ਉਹਨਾਂ ਦੇ ਕੋਲ ਜਿੱਦਾਂ ਚੋਣ ਕਮਿਸ਼ਨ, ਉਹਦੇ ਕੋਲ ਕੋਈ ਵੱਖਰੀ ਫੋਰਸ ਨਹੀਂ ਹੁੰਦੀ, ਤੇ ਥੱਲੇ ਜਿਹੜਾ ਇਲੈਕਸ਼ਨ ਦਾ ਜਿਹੜਾ ਚੋਣ ਜ਼ਾਬਤਾ ਲਾਗੂ ਕਰਨਾ ਹੁੰਦਾ ਉਹ ਨਿਰਪੱਖਤਾ ਤਾਂ ਉਹਨਾਂ ਦੀ ਵੱਖ-ਵੱਖ ਜਿਹੜੀਆਂ ਫੋਰਸਸ ਹੁੰਦੀਆਂ ਨੇ, ਚਾਹੇ ਸਟੇਟ ਦੀਆਂ ਜਾਂ ਸੈਂਟਰਲ ਰਿਜ਼ਰਵ ਫੋਰਸਸ ਹੁੰਦੀਆਂ, ਉਹਨਾਂ ਤੇ ਰਹਿ ਜਾਂਦੀ ਹੈ। ਇਹਦੀ ਸੁਪਰੀਮ ਕੋਰਟ ਕੋਈ ਇੱਕ ਅੱਧਾ ਨੁਮਾਇੰਦਾ ਤਾਂ ਕਿਤੇ ਭੇਜ ਸਕਦੀ ਹੈ। ਜਦੋਂ ਤੁਸੀਂ ਮੰਨ ਲਓ ਕਿਸੇ ਮਾਮਲੇ ਦੇ ਵਿੱਚ ਥਾਣੇ 'ਚ ਭੇਜਣਾ, ਕੋਈ ਇੱਕ ਅੱਧਾ ਨੁਮਾਇੰਦਾ ਭੇਜ ਦਿੱਤਾ ਤੇ ਉਹ ਚਲ ਵੀ ਗਿਆ, ਪਰ ਉਹਨੇ ਕੰਮ ਕਿਸ ਤੋਂ ਲੈਣਾ? ਕੰਮ ਤਾਂ ਜਿਹੜੇ ਲੋਕ ਨੇ ਥੱਲੇ ਕੰਮ ਕਰਦੇ ਆ, ਚਾਹੇ ਪੁਲਿਸ ਫੋਰਸ ਦੇ ਲੋਕ ਨੇ ਜਾਂ ਬਾਕੀ ਲੋਕ ਨੇ ਐਡਮਿਨਿਸਟ੍ਰੇਸ਼ਨ ਦੇ, ਉਹਨਾਂ ਤੋਂ ਲਿਆ ਜਾਣਾ ਨਾ। ਸੁਪਰੀਮ ਕੋਰਟ ਦੇ ਕੋਲ ਕੋਈ ਵੱਖਰੀ ਕੋਈ ਰਿਜ਼ਰਵ ਕਿਸਮ ਦੀ ਇਸ ਤਰ੍ਹਾਂ ਦੀ ਨਫਰੀ ਤਾਂ ਹੈ ਨਹੀਂ ਨਾ। ਸੁਪਰੀਮ ਕੋਰਟ ਤਾਂ ਇਸ ਗੱਲ ਤੋਂ ਬੜਾ ਪਰੇਸ਼ਾਨ ਹੋਇਆ ਜਦੋਂ ਉਹਨੂੰ ਇਹ ਪਤਾ ਲੱਗਾ ਕਿ ਜਿਹੜਾ IT ਐਕਟ ਦਾ ਧਾਰਾ 66A ਹੈ, ਜਿਹਨੂੰ 2015 ਦੇ ਵਿੱਚ ਰੱਦ ਕਰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਉਸੇ ਧਾਰਾ ਦੇ ਤਹਿਤ ਦੇਸ਼ ਭਰ ਦੇ ਵਿੱਚ 1307 ਦੇ ਕਰੀਬ ਕੇਸ ਦਰਜ ਹੋ ਗਏ। ਸੁਪਰੀਮ ਕੋਰਟ ਨੂੰ ਤਾਂ 6-7 ਸਾਲਾਂ ਬਾਅਦ ਪਤਾ ਲੱਗਾ, ਉਹਨੇ ਤਾਂ ਆਪਣਾ ਹੁਕਮ ਦੇ ਦਿੱਤਾ, ਅਪਲਾਈ ਤਾਂ ਥੱਲੇ ਵਾਲਿਆਂ ਨੇ ਕਰਨਾ। ਏਦਾਂ ਦਾ ਸਿਸਟਮ ਤਾਂ ਹੈ ਨਹੀਂ ਸਾਡੇ ਕੋਲ ਵੀ ਉਹਦੀ ਆਪਣੀ ਫੋਰਸ ਹੈ ਜੀ, ਉਹਦੇ ਕੋਲ ਆਪਣਾ ਬਹੁਤ ਵੱਡੀ ਟੀਮ ਹੈ ਜੀ, ਤੇ ਉਹ ਸਾਰਾ ਕੁਝ ਆਪ ਹੀ ਸਾਰਾ ਕੁਝ ਕਰ ਲੈਣ। ਫਿਰ ਪੁਲਿਸ ਦਾ ਕੰਮ ਕੀ ਰਹਿ ਜਾਂਦਾ ਹੈ? ਇਹ ਤਾਂ ਮਸਲਾ ਹੈ ਕਿ ਪੁਲਿਸ ਨੂੰ ਟੂਲ ਬਣਾਇਆ ਹੋਇਆ ਪੋਲੀਟੀਸ਼ੀਅਨਸ ਨੇ, ਜਾਂ ਕਹਿ ਲਓ ਜਿਹੜੇ ਸੱਤਾ 'ਚ ਹੈਗੇ ਆ। ਸੋ ਜੇ ਸਾਰਾ ਕੁਝ ਸੁਪਰੀਮ ਕੋਰਟ ਨੇ ਕਰਨਾ ਆ, ਪੁਲਿਸ ਫੋਰਸ ਵੀ ਸੁਪਰੀਮ ਕੋਰਟ ਦੇ ਅੰਡਰ ਹੋਵੇ, ਉਹਦੀ ਹੋਵੇ ਵਰਦੀ, ਉਹਦੀ ਸੁਪਰੀਮ ਕੋਰਟ ਨੇ ਤੈਅ ਕੀਤੀ ਹੋਵੇ, ਤੇ ਉਹਦੇ ਰੂਲ ਵੀ ਸਾਰੇ ਸੁਪਰੀਮ ਕੋਰਟ ਦੇ ਮੁਤਾਬਕ ਉਹ ਥੱਲੇ ਅਪਲਾਈ ਕਰਨ, ਫਿਰ ਸੱਤਾ ਦਾ ਤਾਂ ਕੀ ਮਤਲਬ ਰਹਿ ਗਿਆ? ਸਰਕਾਰ ਦਾ ਕੀ ਮਤਲਬ ਰਹਿ ਗਿਆ? ਮਸਲਾ ਇਹ ਹੈ ਕਿ ਸਰਕਾਰ ਪੁਲਿਸ ਨੂੰ ਟੂਲ ਬਣਾ ਕੇ ਆਪਣਾ ਰੱਖਦੀ ਹੈ, ਸੱਤਾ ਪੁਲਿਸ ਨੂੰ ਇੱਕ ਹਥਿਆਰ ਦੇ ਤੌਰ ਤੇ ਵਰਤਦੀ ਹੈ। ਇਹ ਜਿਹੜਾ ਮਸਲਾ ਆ, ਇਹਦੇ ਤੇ ਮੈਨੂੰ ਲੱਗਦਾ ਡਿਬੇਟ ਦੀ ਵੀ ਜ਼ਰੂਰਤ ਹੈ, ਤੇ ਸ਼ਾਇਦ ਦੇਸ਼ ਭਰ ਦੇ ਵਿੱਚ ਇੱਕ ਅੰਦੋਲਨ ਦੀ ਵੀ ਜ਼ਰੂਰਤ ਹੈ ਕਿ ਪੁਲਿਸ ਨੂੰ ਸੁਤੰਤਰਤਾ ਦਾ ਮਤਲਬ ਇਹ ਨਹੀਂ ਹੈ ਕਿ ਪੁਲਿਸ ਨੂੰ ਐਡਾ ਸੁਤੰਤਰ ਕਰ ਦਿਓ ਕਿ ਉਹ ਸਿੱਧੇ ਤੌਰ ਦੇ ਉੱਤੇ ਹਾਕਮ ਬਣ ਜਾਵੇ, ਆਪਣੇ ਫੈਸਲੇ ਆਪ ਹੀ ਕਰਦਾ ਹੋਵੇ। ਪਰ ਫਿਰ ਵੀ ਥੱਲੇ ਤੁਸੀਂ ਦੇਖੋ SHO ਤੱਕ ਦੀਆਂ ਬਦਲੀਆਂ, ਈਵਨ ASI ਜਾਂ ਕਿਸੇ ਚੌਕੀ ਇੰਚਾਰਜ ਤੱਕ ਦੀਆਂ ਬਦਲੀਆਂ ਤਾਂ ਤੁਹਾਡੇ ਹਲਕੇ ਦੇ ਜਿਹੜੇ MLA ਕਰਦੇ ਆ। ਤੇ ਇੱਥੇ ਇੱਕ ਵੀਡੀਓ ਦੇਖੀ ਮੈਂ ਪਰਸੋਂ, ਇੱਕ ਜਿਹੜਾ DSP ਰੈਂਕ ਦਾ ਅਧਿਕਾਰੀ ਹੈ ਤੇ ਇੱਕ MLA ਜਿਸ ਢੰਗ ਨਾਲ ਉਹਦੇ ਥੱਪੜ ਮਾਰ ਰਿਹਾ ਭਾਰਤੀ ਜਨਤਾ ਪਾਰਟੀ ਦਾ MLA, ਪਤਾ ਲੱਗ ਜਾਂਦਾ ਹੈ ਕਿ ਕੀ ਔਕਾਤ ਰਹਿ ਜਾਂਦੀ ਹੈ ਇੱਥੇ ਕਿਸੇ ਪੁਲਿਸ ਦੇ ਆਫੀਸਰ ਦੀ, ਕਿਉਂਕਿ ਸੱਤਾ ਨੇ ਸਾਰਾ ਕੁਝ ਕੰਟਰੋਲ ਕੀਤਾ ਹੋਇਆ। ਸੁਪਰੀਮ ਕੋਰਟ ਖੁਦ ਜਿਹੜੀ ਹੈ ਇਸ ਵੇਲੇ ਬਹੁਤ ਜ਼ਿਆਦਾ ਦਬਾਅ 'ਚ ਹੈ। ਕੁਝ ਫੈਸਲੇ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਆਏ ਆਪਾਂ ਦੇਖੇ ਆ ਕਿ ਕਿਵੇਂ ਬਾਕੀ ਸੰਵਿਧਾਨਕ ਸੰਸਥਾਵਾਂ ਦੇ ਨਾਲ ਨਾਲ ਸੁਪਰੀਮ ਕੋਰਟ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਸੱਤਾ ਵੱਲੋਂ ਹੋਈ ਹੈ। ਜੀ, ਮੈਂ ਪੁਲਿਸ ਦਾ ਜਿਹੜੀ ਦਖਲਅੰਦਾਜ਼ੀ ਦੀ ਗੱਲ ਹੈ ਜੀ, ਮੈਨੂੰ ਇੱਕ ਚੀਜ਼ ਯਾਦ ਆ ਰਹੀ ਸੀ, ਚੀਜ਼ ਪਤਾ ਨਹੀਂ ਇਹਦੇ ਨਾਲ ਰਿਲੇਟ ਕਰਦੀ ਕਿ ਨਹੀਂ, ਪਰ ਮੈਂ ਜਿਹੜਾ ਲੋਕਾਂ ਦਾ ਬਿਹੇਵੀਅਰ ਹੈ, ਲੋਕਾਂ ਦੇ ਦਿਮਾਗ 'ਚ ਇੱਕ ਗੱਲ ਐਸੀ ਪਾ ਦਿੱਤੀ ਗਈ ਆ ਕਿ ਜਿਹੜਾ ਇਹ ਸਿਸਟਮ ਹੈ ਪੁਲਿਸ ਉਹਦਾ ਇਸ ਤਰ੍ਹਾਂ ਦਾ ਹਿੱਸਾ ਕਿ ਉਹ ਤੋਂ ਬਾਹਰ ਨਿਕਲ ਕੇ ਗੱਲ ਵੀ ਨਹੀਂ ਹੋ ਸਕਦੀ। ਤੇ ਕਈ ਵਾਰ ਬੜੀ ਹਾਸੋ ਹੋਣੀ ਜੀ, ਇੱਕ ਤੁਹਾਨੂੰ ਮੈਂ ਗੱਲ ਇੱਥੇ ਦੱਸਣੀ ਚਾਹ ਰਿਹਾ ਕਿ ਇਹ ਵੀ ਮੈਨੂੰ ਯਾਦ ਹੈ ਕਿ ਬਰਨਾਲਾ ਮਿਨਿਸਟਰੀ ਕੋਲ ਮੈਨੂੰ ਬਹੁਤ ਮੌਕਾ ਮਿਲਦਾ ਸੀਗਾ ਜਾਣ ਦਾ। ਇੱਕ ਪਾਸੇ ਪ੍ਰੋਫੈਸਰ ਭਾਰਦਵਾਜ ਇਹਨਾਂ ਦੇ ਨਾਲ ਹਮੇਸ਼ਾ ਦੋਸਤੀ ਕਰਕੇ ਰਹਿਣਾ, ਔਰ ਦੂਜੇ ਪਾਸੇ ਕੁਝ ਇੱਕ ਹੋਰ ਰਿਸ਼ਤੇਦਾਰੀਆਂ 'ਚ ਕਰਤਾਰ ਸਿੰਘ ਪਾੜਾ ਏਰੀ MLA ਹੁੰਦੇ ਸੀ, ਹੋਰ ਇਸ ਤਰ੍ਹਾਂ ਦਾ ਮਾਹੌਲ ਸੀਗਾ। ਅਤੇ ਮੈਨੂੰ ਯਾਦ ਹੈ ਕਿ ਇੱਕ ਵਾਰੀ ਅਸੀਂ ਮੰਤਰੀ ਸੀਗੇ
ਹਰਭਜਨ ਸਿੰਘ ਸੰਧੂ ਨਹੀਂ ਬੜੇ ਅੱਛੇ ਵਿਅਕਤੀ ਸੀਗੇ, ਉਹਨਾਂ ਦਾ ਵੀ ਮੁੜ ਕੇ ਟੈਰਰਿਸਟ ਨੇ ਮਰਡਰ ਕਰ ਦਿੱਤਾ ਸੀ, ਤੁਹਾਨੂੰ ਸ਼ਾਇਦ ਯਾਦ ਹੋਵੇਗਾ। ਮੈਨੂੰ ਲੱਗਦਾ ਕਾਲ ਆ ਰਹੀ ਹੈ ਕਿ ਦੋਸਤ ਦੀ ਕਾਲ ਆਪਾਂ ਲਈਏ ਜੀ। ਅੱਜ ਆਪਾਂ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਵੈਲਕਮ ਭਾਜੀ, ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਗਿੱਲ ਸਾਹਿਬ ਵੀ ਸਿੱਧੂ ਸਾਹਿਬ ਨੇ ਉੱਥੇ ਮਰਨ ਵਰਤ ਰੱਖਿਆ ਹੈ, ਇਹਦੇ ਵਿੱਚ ਕੋਈ ਕਿੰਨੀ ਕੁ ਤਾਕਤ ਹੈ? ਕੀ ਉਹ ਪੰਜਾਬ ਦਾ ਸਮਾਰੂਗਾ ਜਾਂ ਕੀ ਉੱਥੇ ਦਾ ਜਿਹੜਾ ਹੋਇਆ ਕਾਂਡ ਹੋਇਆ ਉੱਥੇ, ਉਹਦੇ ਵਿੱਚ ਉਹਦਾ ਕੀ ਉਹ ਹੋਊਗਾ, ਰੋਲ ਹੋਊਗਾ, ਇਹ ਪੁੱਛਣਾ ਸੀ। ਬਿਲਕੁਲ, ਸ਼ਰਮਾ ਜੀ ਮੇਰੇ ਖਿਆਲ ਬੋਲ ਰਹੇ ਆ। ਸ਼ਰਮਾ ਜੀ? ਹਾਂਜੀ 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 ਸ਼ਰਮਾ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਕਾਲ ਕਰਕੇ ਸਾਡੇ ਨਾਲ ਜੁੜੇ ਹੋ। ਮੈਂ ਦਸਾਂਝ ਹਰਾਂ ਨੂੰ ਪੁੱਛਦਾ ਕਿ ਉਹਨਾਂ ਤੱਕ ਤੁਹਾਡੀ ਆਵਾਜ਼ ਪਹੁੰਚ ਗਈ ਹੈ ਜਾਂ ਮੈਂ ਉਹਨਾਂ ਨੂੰ ਕੁਐਸਚਨ ਤੁਹਾਡਾ ਦੁਹਰਾ ਦਿਆਂ ਜੀ? ਚਲੋ ਠੀਕ ਹੈ ਸਰ, ਥੈਂਕ ਯੂ ਜੀ। ਥੈਂਕ ਯੂ ਵੈਰੀ ਮਚ ਸ਼ਰਮਾ ਜੀ। ਜੀ ਦਸਾਂਝ ਸਾਹਿਬ, ਤੁਹਾਨੂੰ ਸੁਣਿਆ ਜੋ ਕਿਹਾ ਸ਼ਰਮਾ ਜੀ ਨੇ? ਜੀ ਹਾਂਜੀ ਹਾਂਜੀ ਸੁਣ ਗਿਆ ਜੀ, ਮੈਨੂੰ ਪੂਰਾ ਠੀਕ ਸੁਣਿਆ। ਹਾਂ ਹਾਂ, ਉਹਦੇ ਚ ਸ਼ਰਮਾ ਜੀ ਇੱਕ ਤਾਂ ਬਹੁਤ ਸ਼ੁਕਰੀਆ, ਸ਼ਰਮਾ ਜੀ ਹੁਣ ਸੁਣ ਰਹੇ ਹੋਣਗੇ ਸਾਨੂੰ ਜੀ। ਤੇ ਬਾਕੀ ਵੀ ਜੇ ਕੋਈ ਸਾਡਾ ਦਰਸ਼ਕ ਸਾਨੂੰ ਫੋਨ ਕਰਦੇ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਵਾਲ ਕਰਨ ਤੋਂ ਬਾਅਦ ਉਹ ਕਿਰਪਾ ਕਰਕੇ ਫਿਰ ਫੋਨ ਬੰਦ ਕਰ ਦਿਆ ਕਰਦੇ, ਕਿਉਂਕਿ ਸ਼ਾਇਦ ਤਕਨੀਕੀ ਤੌਰ ਤੇ ਫੋਨ ਤੇ ਸਾਡੀ ਆਵਾਜ਼ ਉਹਨਾਂ ਨੂੰ ਨਹੀਂ ਜਾਏਗੀ, ਟੈਲੀਵਿਜ਼ਨ ਦੀ ਸਕਰੀਨ ਰਾਹੀਂ ਤੁਸੀਂ ਸਾਨੂੰ ਸੁਣੋ, ਆਪਣਾ ਜਵਾਬ ਸੁਣੋ। ਸੋ ਸ਼ਰਮਾ ਜੀ ਦਾ ਜਿਹੜਾ ਸਵਾਲ ਹੈ ਬੜਾ ਵਾਜਬ ਸਵਾਲ ਹੈ ਵੀ ਨਵਜੋਤ ਸਿੰਘ ਸਿੱਧੂ ਇਸ ਵੇਲੇ ਉੱਥੇ ਮੌਨ ਵਰਤ ਵੀ ਕਹਿ ਰਹੇ ਨੇ ਤੇ ਨਾਲ ਕਹਿ ਰਹੇ ਨੇ ਵੀ ਮੌਨ ਵਰਤ ਦੇ ਨਾਲ ਨਾਲ ਮੇਰੀ ਭੁੱਖ ਹੜਤਾਲ ਵੀ ਆ ਉਦੋਂ ਤੱਕ ਜਦੋਂ ਤੱਕ ਜਿਹੜਾ ਮੁੱਖ ਦੋਸ਼ੀ ਦੱਸਿਆ ਜਾ ਰਿਹਾ ਮੁੰਡਾ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਮੁੰਡਾ ਆਸ਼ੀਸ਼ ਮਿਸ਼ਰਾ ਵੀ ਉਹਦੀ ਇਨਵੈਸਟੀਗੇਸ਼ਨ ਨਹੀਂ ਸ਼ੁਰੂ ਹੁੰਦੀ ਤੇ ਜਾਂ ਜਦੋਂ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਮੈਨੂੰ ਲੱਗਦਾ ਕਿ ਉਹ ਭੁੱਖ ਹੜਤਾਲ 11:30 ਵਜੇ ਨਵਜੋਤ ਸਿੰਘ ਸਿੱਧੂ ਦੀ ਖਤਮ ਹੋ ਜਾਣੀ ਹੈ, ਕਿਉਂਕਿ ਖੁਦ ਗ੍ਰਹਿ ਰਾਜ ਮੰਤਰੀ ਨੇ ਕਹਿ ਦਿੱਤਾ ਕਿ ਉਹ 11 ਵਜੇ ਪੁਲਿਸ ਦੇ ਕੋਲ ਪੇਸ਼ ਹੋ ਜਾਣਾ ਹੁੰਦਾ ਹੈ ਤੇ ਉਹਨੂੰ ਗ੍ਰਿਫਤਾਰੀ ਦੇ ਤੌਰ ਤੇ ਲਿਆ ਜਾਏਗਾ ਤੇ ਫਿਰ ਉਹ ਜਾਂਚ ਜਾਂ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਏਗੀ। ਪਰ ਮੇਰਾ ਮੰਨਣਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜਿਹੜਾ ਇਹ ਐਕਟ ਹੈ ਉਹ ਐਕਟ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਹਨੂੰ ਥੋੜਾ ਦੇਖਣ ਦੀ ਜ਼ਰੂਰਤ ਹੈ। ਮੈਂ ਏਦਾਂ ਨਾ ਸਮਝਿਆ ਜਾਵੇ ਕਿ ਮੈਂ ਕੋਈ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੋਈ ਕ੍ਰਿਟਿਕ ਹੈ, ਕੋਈ ਆਲੋਚਨਾ ਹੀ ਕਰਨਾ ਮੇਰਾ ਕੰਮ ਹੈ, ਪਰ ਨਵਜੋਤ ਸਿੰਘ ਸਿੱਧੂ ਦਾ ਲਖੀਮਪੁਰ ਖੀਰੀ ਵੱਲ ਮਾਰਚ ਜਦੋਂ ਸ਼ੁਰੂ ਕਰਨ ਦਾ ਐਲਾਨ ਹੁੰਦਾ ਹੈ ਤੇ ਉਹਦੇ ਅੰਦਰ ਕੀ ਹੁੰਦਾ, ਯਾਨੀ ਉਸ ਐਲਾਨ ਦੇ ਵਿੱਚ ਕੀ ਪਿਆ ਹੁੰਦਾ, ਉਸ ਐਲਾਨ ਦੇ ਵਿੱਚ ਜਾਂ ਉਹਨਾਂ ਲਫ਼ਜ਼ਾਂ ਦੇ ਵਿੱਚ ਜਿਹਨਾਂ ਲਫ਼ਜ਼ਾਂ ਰਾਹੀਂ ਉਹ ਐਲਾਨ ਕਰਦੇ ਆ ਉੱਥੇ ਕਿਸਾਨ ਮਹੱਤਵਪੂਰਨ ਨਹੀਂ ਹੁੰਦੇ, ਉੱਥੇ ਪ੍ਰਿਯੰਕਾ ਗਾਂਧੀ ਮਹੱਤਵਪੂਰਨ ਹੁੰਦੀ ਹੈ। ਇਹ ਕਹਿ ਕੇ ਕਿ ਪ੍ਰਿਯੰਕਾ ਗਾਂਧੀ ਦੀ ਹਿਰਾਸਤ ਦੇ ਖਿਲਾਫ ਉਹਨਾਂ ਨੇ ਮਾਰਚ ਕਰਨਾ ਕਾਂਗਰਸ ਪਾਰਟੀ ਵੱਲੋਂ ਤੇ 2 ਦਿਨ ਇਹੀ ਗੱਲ ਘੁੰਮਦੀ ਰਹਿੰਦੀ ਹੈ ਤੇ ਮਾਰਚ ਸ਼ੁਰੂ ਕਰ ਦਿੱਤਾ ਜਾਂਦਾ ਹੈ। ਉਦੋਂ ਤੱਕ ਪ੍ਰਿਯੰਕਾ ਗਾਂਧੀ ਦੀ ਜਿਹੜੀ ਹਿਰਾਸਤ ਜਾਂ ਗ੍ਰਿਫਤਾਰੀ ਵੀ ਖਤਮ ਹੋ ਚੁੱਕੀ ਹੁੰਦੀ ਹੈ। ਉਹ ਆਪਣੇ ਭਰਾ ਰਾਹੁਲ ਗਾਂਧੀ ਨਾਲ ਤੇ ਚਰਨਜੀਤ ਚੰਨੀ ਦੇ ਨਾਲ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਨਾਲ ਬਕਾਇਦਾ ਪੀੜਤ ਪਰਿਵਾਰਾਂ ਨੂੰ ਮਿਲ ਵੀ ਚੁੱਕੇ ਹੁੰਦੇ ਆ। ਪਰ ਨਵਜੋਤ ਸਿੰਘ ਸਿੱਧੂ ਆਪਣੀ ਯਾਤਰਾ ਸ਼ੁਰੂ ਕਰ ਦਿੰਦੇ ਆ ਤੇ ਹੁਣ ਉਹ ਗੱਲ ਜਿਹੜੀ ਇਹ ਕਹਿ ਰਿਹਾ ਕਿ ਜਦੋਂ ਤੱਕ ਇਨਵੈਸਟੀਗੇਸ਼ਨ 'ਚ ਨਹੀਂ ਆਉਂਦਾ ਉਹ ਜਿਹੜਾ ਮੁੱਖ ਦੋਸ਼ੀ ਹੈ ਜਾਂ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਮੈਂ ਭੁੱਖ ਹੜਤਾਲ ਤੇ ਆ ਤੇ ਮੌਨ ਵਰਤ ਤੇ ਆ। ਸੋ ਇਹ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹਨਾਂ ਦਾ ਏਜੰਡਾ ਜਿਹੜਾ ਹੈ ਆਪਣੇ ਆਪ ਨੂੰ ਰੀਸਟੈਬਲਿਸ਼ ਕਰਨ ਦਾ ਆ। ਅਸਤੀਫਾ ਉਹ ਦੇ ਚੁੱਕੇ ਨੇ ਪੰਜਾਬ ਕਾਂਗਰਸ ਦੀ ਪ੍ਰੈਜ਼ੀਡੈਂਟਸ਼ਿਪ ਤੋਂ, ਪਰ ਉਹਦੇ ਬਾਵਜੂਦ ਵਰਕ ਉਹਨਾਂ ਨੇ ਐਜ਼ ਏ ਪ੍ਰੈਜ਼ੀਡੈਂਟ ਹੀ ਕੀਤਾ ਹੈ। ਜਾਨੀ ਇਹਦਾ ਮਤਲਬ ਹੈ ਵੀ ਉਹ ਅਸਤੀਫਾ ਆਪਣਾ ਵਾਪਸ ਸ਼ਬਦ ਵਰਤਣ ਨਾ ਵਰਤਣ ਉਹ ਰਹਿਣਾ ਚਾਹੁੰਦੇ ਨੇ ਐਜ਼ ਏ ਪ੍ਰੈਜ਼ੀਡੈਂਟ ਤੇ ਕੁਝ ਸ਼ਰਤਾਂ ਜਿਹੜੀਆਂ ਆ ਸ਼ਾਇਦ ਉਹਨਾਂ ਤੇ ਲੱਗ ਚੁੱਕੀਆਂ, ਉਹਨਾਂ ਸ਼ਰਤਾਂ ਦੇ ਅਧੀਨ ਉਹ ਕੰਮ ਕਰਨਗੇ। ਪਰ ਜਦੋਂ ਜੀਰਕਪੁਰ ਤੋਂ ਤੁਰੇ ਨੇ ਉਹ ਜਿਹੜੀ ਇੱਕ ਵੀਡੀਓ ਜਿਹੜੀ ਆ ਸਾਹਮਣੇ ਆ ਗਈ ਹੈ ਉਹਦੇ ਚ ਜਿਸ ਤਰ੍ਹਾਂ ਦਾ ਐਟੀਟਿਊਡ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਹੋਰਾਂ ਦੇ ਪ੍ਰਤੀ ਦਿਖਾਇਆ ਉਹ ਸਬੂਤ ਹੈ ਬਕਾਇਦਾ। ਉਹ ਜਿਹੜੀ ਵੀਡੀਓ ਆ ਜਿਸ 'ਚ ਪ੍ਰਗਟ ਸਿੰਘ ਬਾਰ-ਬਾਰ ਇਹ ਕਹਿ ਰਹੇ ਨੇ ਕਿ ਚੰਗਾ ਲੱਗੂਗਾ ਰੁਕ ਲਓ, ਮੁੱਖ ਮੰਤਰੀ ਆ ਰਹੇ ਹੈ 2 ਮਿੰਟ ਰੁਕੋ, ਤੇ ਜਿਹੜੀ ਭਾਸ਼ਾ ਉਹ ਵਰਤੀ ਹੈ ਜਿਹੜੀ ਵੀਡੀਓ ਦੇ ਵਿੱਚ ਸੁਣਾਈ ਦਿੰਦੀ ਹੈ ਤੇ ਭਾਵੇਂ ਉਹ ਬਾਅਦ 'ਚ ਕਿਹਾ ਜਾਊਗਾ ਕਿ ਇਹ ਤਾਂ ਐਡਿਟਿੰਗ ਹੋ ਚੁੱਕੀ ਆ ਜੀ ਇਹ ਉਹ ਫਲਾਨਾ, ਪਰ ਉਹਦੇ 'ਚ ਨਵਜੋਤ ਸਿੰਘ ਸਿੱਧੂ ਨੇ ਜੋ ਕਿਹਾ ਇੱਕ ਗੱਲ ਤਾਂ ਉਹਨੇ ਕਹੀ ਵੀ ਉਹਨਾਂ ਨੇ ਕਿਹਾ ਜਿਹੜਾ ਇੱਕ ਹੋਰ ਉਹਨਾਂ ਦਾ ਜਿਹੜਾ ਸੀਗਾ ਸੁਖਵਿੰਦਰ ਡੈਨੀ ਜਿਹੜਾ ਵਰਕਿੰਗ ਪ੍ਰੈਜ਼ੀਡੈਂਟ ਹੈ ਨਾਲ ਕਾਂਗਰਸ ਦਾ, ਵੀ ਆਹ ਦੇਖੋ ਜੀ ਕਿੰਨੀ ਭੀੜ ਹੈ ਤੇ ਇਹ ਤਾਂ ਅੱਜ ਬਹੁਤ ਸਕਸੈਸਫੁਲ ਆਪਾਂ ਹੋ ਗਏ ਆ। ਤੇ ਸਿੱਧੂ ਸਾਹਿਬ ਇਹ ਕਹਿੰਦੇ ਆ ਭਗਵੰਤ ਸਿੰਘ ਦਾ ਮੁੰਡਾ ਜਾਨੀ ਆਪਣੇ ਪਿਓ ਦਾ ਨਾਂ ਲਾ ਕੇ ਕਹਿੰਦੇ ਆ ਜੇ ਭਗਵੰਤ ਸਿੰਘ ਦੇ ਮੁੰਡੇ ਨੂੰ ਮੁੱਖ ਮੰਤਰੀ ਬਣਾਇਆ ਹੁੰਦਾ ਸਕਸੈਸ ਕੀ ਹੁੰਦੀ ਆ ਤਾਂ ਪਤਾ ਲੱਗਣਾ ਸੀ, ਫਿਰ ਦੇਖਦੇ ਸਕਸੈਸ ਕੀ ਹੁੰਦੀ ਹੈ। ਫਿਰ ਚਰਨਜੀਤ ਸਿੰਘ ਚੰਨੀ ਹੋਰਾਂ ਬਾਰੇ ਇੱਕੋ ਅਪਸ਼ਬਦ ਬੋਲਦੇ ਨੇ, ਕੁਝ ਏਦਾਂ ਦਾ ਕਹਿੰਦੇ ਨੇ ਕਿ ਇਹ ਤਾਂ 2022 ਚ ਕਾਂਗਰਸ ਨੂੰ ਡੋਬ ਦਊਗਾ।
ਉਹਦੇ ਤੋਂ ਪਤਾ ਲੱਗ ਜਾਂਦਾ ਕਿ ਉਹਨਾਂ ਦਾ ਮੋਟਿਵ ਕੀ ਹੈ, ਉਹ ਚਾਹੁੰਦੇ ਕੀ ਸੀ, ਕੀ ਨਹੀਂ ਹੋਇਆ, ਭਵਿੱਖ ਉਹਨਾਂ ਦਾ ਕੀ ਹੈ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ 'ਚ ਰਹਿ ਕੇ। ਤੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਪਾਰਟੀ 'ਚ ਰਹਿਣ ਦੇ ਨਾਲ ਕਾਂਗਰਸ ਦਾ ਪੰਜਾਬ 'ਚ ਕੀ ਭਵਿੱਖ ਹੈ, ਇਹ ਵੱਖਰੇ ਵੱਖਰੇ ਸਵਾਲ ਨੇ, ਇਹਦੇ ਤੇ ਵੀ ਚਰਚਾ ਹੁੰਦੀ ਰਹੇਗੀ। ਪਰ ਉਹਨਾਂ ਦਾ ਜਿਹੜਾ ਨਿਸ਼ਾਨਾ ਕੀ ਹੈ, ਇਹ ਸਾਰਾ ਐਕਟ ਜਿਹੜਾ ਉਹਨਾਂ ਦਾ ਨਿਸ਼ਾਨਾ ਬਿਲਕੁਲ ਸਾਫ਼ ਕਰਦਾ ਜੀ। ਨਵਜੋਤ ਸਿੱਧੂ ਹੋਰਾਂ ਦਾ ਮੇਰੇ ਖਿਆਲ ਵਿਵਾਦਾਂ ਨਾਲ ਕੋਈ ਜੋੜ ਮੇਲਾ ਹੀ ਐਸਾ ਆ ਜਿਹੜਾ ਇਹ ਕੁਐਸਚਨ ਵੀ ਮੈਂ ਤੁਹਾਨੂੰ ਕਰਨਾ ਸੀ ਕਿ ਚੰਨੀ ਬਾਰੇ ਉਹਨਾਂ ਦੀ ਅੱਜ ਬੜੀ ਚਰਚਾ ਚੱਲ ਰਹੀ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਇਹ ਸ਼ਬਦ ਕਹੇ ਨੇ। ਔਰ ਦੂਜੇ ਪਾਸੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਹ ਵੀ ਕਮੈਂਟ ਕੀਤੇ ਨੇ ਔਰ ਕਿਹਾ ਆ ਕਿ ਜਦੋਂ ਉਹ ਲੈ ਕੇ ਗਏ ਨੇ ਆਪਣੇ ਕਾਫਲੇ ਨੂੰ ਯੂਪੀ ਵਿੱਚ, ਤੇ ਗਏ ਤੇ ਨੇ ਕਿ ਲੋਕਾਂ ਦੇ ਗਮ ਵਿੱਚ ਸ਼ਾਮਲ ਹੋਣ, ਉਹਨਾਂ ਪਰਿਵਾਰਾਂ ਨਾਲ ਅਫਸੋਸ ਕਰਨ, ਪਰ ਹਾਰਾਂ ਨਾਲ ਉਹ ਲੱਦੇ ਹੋਏ ਨੇ। ਤੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਤੇ ਇੱਕ ਲਾੜੇ ਵਾਂਗੂ ਜਾ ਰਹੇ ਨੇ, ਇੱਕ ਹੀਰੋ ਬਣ ਕੇ ਜਾ ਰਹੇ ਨੇ, ਨਾ ਕਿ ਉਹਨਾਂ ਲੋਕਾਂ ਦੇ ਦੁੱਖ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਯਾਨੀ ਕਿ ਲੋਕਾਂ ਨੇ ਇਹ ਸ਼ਬਦ ਵਰਤਿਆ ਕਿ ਜਦੋਂ ਅਸੀਂ ਮਕਾਣੇ ਜਾਂਦੇ ਹਾਂ ਨਾ, ਤੇ ਸਾਡੇ ਚਿਹਰੇ ਦੇ ਹਾਵ ਭਾਵ ਹੀ ਨਹੀਂ, ਸਾਡੇ ਕੱਪੜੇ ਲੱਤੇ, ਸਾਡਾ ਸਾਰਾ ਕੁਝ ਉਸ ਤਰੀਕੇ ਦਾ ਹੁੰਦਾ ਹੈ ਕਿ ਸੋਗਮਈ ਮਾਹੌਲ ਦੇ ਵਿੱਚ ਲੱਗੇ ਕਿ ਇਹ ਕੋਈ ਵਾਕਈ ਸਾਡੇ ਨਾਲ ਸੋਗ ਕਰਨ ਆਇਆ। ਜੇ ਕੋਈ ਵਿਅਕਤੀ ਨਾਚ ਨੱਚਣ ਵਾਲੇ ਕੱਪੜੇ ਪਾ ਕੇ ਜਾਂ ਟਾਈ ਕੋਟ ਪਾ ਕੇ ਕਿਸੇ ਨਾਲ ਅਫਸੋਸ ਕਰਨ ਜਾਵੇ ਤੇ ਉਹ ਸ਼ਾਇਦ ਜੱਚਦਾ ਨਹੀਂ ਹੈ ਪੂਰੀ ਤਰ੍ਹਾਂ। ਉਹਦੇ ਲਈ ਪਹਿਰਾਵਾ ਵੀ ਹੁੰਦਾ ਤੇ ਉਹਦੇ ਚਿਹਰੇ ਦੇ ਹਾਵ ਭਾਵ, ਉਹਦੀ ਬਾਡੀ ਲੈਂਗੁਏਜ, ਬਹੁਤ ਕੁਝ ਹੁੰਦਾ। ਯਾਨੀ ਕਿ ਦੌੜ ਤੇ ਲੱਗੀ ਹੋਈ ਆ ਸੱਤਾ ਪ੍ਰਾਪਤੀ ਦੀ, ਜਿਹੜੀ ਗੱਲ ਤੁਸੀਂ ਬਾਰ-ਬਾਰ ਕਹਿੰਦੇ ਹੋ, ਤੇ ਵਰਤਣਾ ਚਾਹੁੰਦੇ ਨੇ ਮੁੱਦਿਆਂ ਉਹਨਾਂ ਨੂੰ ਜਿਹੜੇ ਲੋਕਾਂ ਦੇ ਦਿਲ ਨੂੰ ਛੂਹ ਕੇ ਜਾਂਦੇ ਨੇ। ਹਮੇਸ਼ਾ ਇਦਾਂ ਹੁੰਦਾ ਆ ਤੇ ਹੁੰਦਾ ਰਹਿਣਾ ਰਾਜਨੀਤੀ 'ਚ। ਦੇਖੋ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ। ਜਦੋਂ ਤੁਰੇ ਨੇ ਪਰਸੋਂ, ਜਦੋਂ ਗਏ ਨੇ ਇੱਥੋਂ, ਜਦੋਂ ਰਾਜਪੁਰੇ ਦੇ ਲੱਗ ਲੰਘੇ ਨੇ, ਉੱਥੇ ਟੋਲ ਪਲਾਜ਼ੇ ਦੇ ਉੱਤੇ ਕਿਸਾਨਾਂ ਨੇ ਉਹਨਾਂ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ, ਜਿਹਦੇ ਤੋਂ ਇਹ ਤਾਂ ਪਤਾ ਲੱਗ ਜਾਂਦਾ ਵੀ ਉਹ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਵਿਹਾਰ ਕਰਨ ਜਾਂ ਦਿਖਾਵਾ ਕਰਨ, ਪਰ ਲੋਕਾਂ ਨੂੰ ਇਹ ਜ਼ਰੂਰ ਇਲਮ ਹੈ ਵੀ ਇਹਨਾਂ ਦੇ ਜਿਹੜੇ ਰਾਜਨੀਤਿਕ ਮਫਾਦ ਕੁਝ ਹੋਰ ਨੇ। ਕਿਸਾਨ ਇਹਨਾਂ ਵਾਸਤੇ ਸਿਰਫ ਪੌੜੀ ਹੈ, ਕਿਸਾਨਾਂ ਦਾ ਅੰਦੋਲਨ ਇਹਨਾਂ ਵਾਸਤੇ ਪੌੜੀ ਹੈ। ਮੈਂ ਇਕੱਲੇ ਨਵਜੋਤ ਸਿੰਘ ਸਿੱਧੂ ਬਾਰੇ ਨਹੀਂ ਕਹਿ ਰਿਹਾ, ਇਹ ਤਮਾਮ ਜਿਹੜੀਆਂ ਸਾਡੀਆਂ ਪ੍ਰਮੁੱਖ ਰਾਜਨੀਤਿਕ ਧਿਰਾਂ ਉਹਨਾਂ ਬਾਰੇ ਇਹੀ ਸੱਚ ਹੈ। ਜੋ ਕੁਝ ਵੀ ਹੋ ਰਿਹਾ ਹੈ ਉੱਤਰ ਪ੍ਰਦੇਸ਼ ਦੀ ਧਰਤੀ ਦੇ ਉੱਤੇ ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ, ਉਹਦੇ ਤੋਂ ਇਹੀ ਅਹਿਸਾਸ ਹੋ ਰਿਹਾ ਜੇ ਸੱਚਮੁੱਚ ਨਵਜੋਤ ਸਿੰਘ ਸਿੱਧੂ ਕਿਸਾਨਾਂ ਦੇ ਪੱਖ 'ਚ ਹੈ, ਕਿਸਾਨਾਂ ਦੇ ਅੰਦੋਲਨ 'ਚ ਪੱਖ 'ਚ ਹੈ, ਤੇ ਫਿਰ ਲਾਜ਼ਮੀ ਹੈ ਕਿ ਉਹਨਾਂ ਨੂੰ, ਜਿੱਥੇ ਸਾਰਾ ਕੁਝ ਸ਼ਾਂਤ ਹੋ ਰਿਹਾ ਹੈ, ਲਖੀਮਪੁਰ ਖੀਰੀ ਦੇ ਵਿੱਚ ਇੱਕ ਬਹੁਤ ਵੱਡਾ ਦਰਦਨਾਕ ਕਾਂਡ ਵਾਪਰ ਜਾਂਦਾ ਹੈ, ਉਸ ਤੋਂ ਬਾਅਦ ਕੁਝ ਸਿਆਣਪ ਵਰਤੀ ਜਾਂਦੀ ਹੈ ਕਿਸਾਨਾਂ ਦੀ ਲੀਡਰਸ਼ਿਪ ਵੱਲੋਂ ਵੀ। ਸਿਆਣਪ ਦੇ ਨਾਲ ਉਸ ਮਸਲੇ ਨੂੰ ਵਿਗੜਨ ਤੋਂ ਰੋਕ ਲਿਆ ਜਾਂਦਾ ਹੈ। ਹਿੰਦੂ ਸਿੱਖ ਦਾ ਮਸਲਾ ਜਾਂ ਖਾਲਿਸਤਾਨ ਦਾ ਮਸਲਾ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਹੋਈ, ਉਹਦੇ ਚੋਂ ਪਾਰ ਚਲੇ ਜਾਂਦੇ ਹਾਂ ਆਪਾਂ। ਫਿਰ ਬਾਰ-ਬਾਰ ਉਸ ਪਾਸੇ ਵੱਲ ਨੂੰ ਸਿਆਸੀ ਲੀਡਰਸ਼ਿਪ ਦੇ ਜਾਣ ਦੇ ਕੀ ਮਕਸਦ ਨੇ? ਉਹ ਮਕਸਦ ਸਾਫ਼ ਨੇ। ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮਕਸਦ ਤਾਂ ਇਹੀ ਹੈ ਕਿ ਉੱਤਰ ਪ੍ਰਦੇਸ਼ ਨੂੰ ਕਿਸਾਨਾਂ ਦੇ ਅੰਦੋਲਨ ਦੀ ਸਿਆਸਤ ਦੇ ਨਾਲ ਜੋੜਦਿਆਂ ਹੋਇਆ ਆਪਣੀ ਚੋਣ ਸਿਆਸਤ ਡਿਜ਼ਾਈਨ ਕਰ ਰਹੇ ਨੇ, ਚਾਹੇ ਉਹ ਖੇਤਰੀ ਪਾਰਟੀਆਂ ਹੋਣ ਉੱਤਰ ਪ੍ਰਦੇਸ਼ ਦੀਆਂ, ਚਾਹੇ ਕੌਮੀ ਪਾਰਟੀਆਂ ਹੋਣ। ਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਕੋਸ਼ਿਸ਼ ਹੈ ਉਹ ਆਪਣੇ ਆਪ ਨੂੰ ਬਚਾਉਣ ਦੀ, ਆਪਣੇ ਆਪ ਨੂੰ ਸਥਾਪਿਤ ਫੇਰ ਤੋਂ ਕਰਨ ਦੀ ਹੈ, ਜੋ ਕੁਝ ਗਵਾਚ ਗਿਆ ਉਹਨੂੰ ਫੇਰ ਤੋਂ ਹਾਸਲ ਕਰਨ ਦੀ ਹੈ। ਤੇ ਓਵਰਆਲ ਮੈਂ ਇਹਦੇ 'ਚ ਇਹੀ ਕਹਿਣਾ ਚਾਹੁੰਦਾ ਵੀ ਲਖੀਮਪੁਰ ਖੀਰੀ ਜਾਣ ਦੀ, ਜਿੱਦਾਂ ਹੁਣ ਇੱਕ ਡੈਪੂਟੇਸ਼ਨ ਅਕਾਲੀ ਦਲ ਦਾ ਵੀ ਗਿਆ, ਬਹੁਤ ਦੇਰ ਬਾਅਦ ਉਹਨਾਂ ਨੇ ਆਪਣੀ ਐਕਟੀਵਿਟੀ ਇੱਦਾਂ ਦੀ ਸ਼ੁਰੂ ਕੀਤੀ ਹੈ। ਹੁਣ ਬੀਬਾ ਹਰਸਿਮਰਤ ਕੌਰ ਬਾਦਲ, ਵਿਕਰਮ ਸਿੰਘ ਮਜੀਠੀਆ ਤੇ ਪ੍ਰੇਮ ਸਿੰਘ ਚੰਦੂਮਾਜਰਾ ਇਹ ਕੱਲ ਲਖਨਊ ਪਹੁੰਚ ਗਏ ਸੀ ਏਅਰਪੋਰਟ ਤੇ ਹੁਣ ਉਹ ਲਖੀਮਪੁਰ ਖੀਰੀ ਵੱਲ ਜਾ ਰਹੇ ਹੋਣਗੇ। ਤੇ ਉਹ ਵੀ ਗਿਆ ਕਿ ਡੈਪੂਟੇਸ਼ਨ ਜਿਹੜੀਆਂ ਉੱਥੇ ਦੀਆਂ ਪਾਰਟੀਆਂ ਨੇ ਉਹ ਵੀ ਜਾ ਰਹੀਆਂ ਨੇ ਲਖੀਮਪੁਰ ਖੀਰੀ ਵੱਲ। ਉਹ ਲੱਗਦਾ ਕਿ ਉੱਥੇ ਜਾ ਕੇ ਇੱਦਾਂ ਦੀ ਤਣਾਅ ਵਾਲੀ ਸਥਿਤੀ ਬਣਾਉਣ ਦੀ ਜ਼ਰੂਰਤ ਨਹੀਂ ਹੈ। ਉਲਟਾ ਚਾਹੀਦਾ ਇਹ ਹੈ ਵੀ ਇਹਨਾਂ ਦਾ ਰੁਖ ਹੁਣ ਦਿੱਲੀ ਵੱਲ ਹੋਵੇ। ਦਿੱਲੀ ਜਿੱਥੇ ਪ੍ਰਧਾਨ ਮੰਤਰੀ ਰਹਿੰਦੇ ਨੇ, ਦਿੱਲੀ ਜਿਹੜੀ ਕਿ ਸੱਤਾ ਦਾ ਕੇਂਦਰ ਹੈ, ਉੱਥੇ ਜਾ ਕੇ ਲੜਨਾ ਚਾਹੀਦਾ ਹੈ। ਉੱਥੇ ਜਾ ਕੇ ਘੱਟੋ ਘੱਟ, ਮੈਂ ਅੱਗੇ ਵੀ ਸ਼ਾਇਦ ਇਹ ਗੱਲ ਕਹੀ ਹੋਵੇ, ਚੋਣਾਂ ਨੂੰ ਪਿੱਛੇ ਛੱਡ ਕੇ, 2022 ਦੀਆਂ ਚੋਣਾਂ ਨੂੰ ਵੀ ਪਿੱਛੇ ਛੱਡ ਕੇ, 2024 ਵੀ ਪਿੱਛੇ ਛੱਡ ਕੇ, ਅੱਜ ਸਭ ਤੋਂ ਵੱਡੀ ਜ਼ਰੂਰਤ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੀ। ਕਿਸਾਨ ਜਿੱਦਾਂ ਲੜਦੇ ਆ, ਕਿਸਾਨ ਜਥੇਬੰਦੀਆਂ ਜਿੱਦਾਂ ਲੜਦੀਆਂ ਨੇ, ਉਹਨਾਂ ਦੀ ਲੜਾਈ ਦੀ ਜਿਹੜੀ ਵਿਧੀ ਹੈ ਉਹ ਲੜਾਈ ਉਹਨਾਂ ਨੂੰ ਲੜਨ ਦਿੱਤੀ ਜਾਵੇ ਤੇ ਵੱਖ-ਵੱਖ ਸਿਆਸੀ ਪਾਰਟੀਆਂ ਇੱਕੋ ਨੁਕਤੇ ਦੇ ਉੱਤੇ ਇਕੱਠੀਆਂ ਹੋ ਜਾਣ।
ਵੀ ਜੇ ਸੱਚਮੁੱਚ ਉਹ ਕਿਸਾਨਾਂ ਦੇ ਹੱਕ 'ਚ ਹੈ, ਸੱਚਮੁੱਚ ਉਹ ਖੇਤੀ ਕਾਨੂੰਨ ਵਾਪਸ ਕਰਾਉਣੇ ਆ, ਵੀ ਖੇਤੀ ਕਾਨੂੰਨ ਵਾਪਸ ਕਰਾਉਣ ਦੀ ਲੜਾਈ ਹੈ ਤੇ ਚੋਣ 'ਚ ਇਨਵੋਲਵ ਨਹੀਂ ਹੈ, ਤੇ ਅਸੀਂ ਆ ਕੇ ਦਿੱਲੀ ਬੈਠਦੇ ਹਾਂ ਸਾਂਝਾ ਪਲੇਟਫਾਰਮ ਬਣਾ ਕੇ, ਕਿਉਂ ਨਹੀਂ ਉਹ ਦਿੱਲੀ ਜਾਂਦੇ, ਕਿਉਂ ਨਹੀਂ ਪ੍ਰਧਾਨ ਮੰਤਰੀ ਦੇ ਘਰ ਦੇ ਸਾਹਮਣੇ ਧਰਨਾ ਲਾਉਂਦੇ, ਕਿਉਂ ਨਹੀਂ ਇੱਕ ਡੈਪੂਟੇਸ਼ਨ ਹੀ ਲੈ ਕੇ ਸਾਂਝਾ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਮਿਲਦੇ। ਜੇ ਇਕੱਲੇ ਮਿਲ ਸਕਦੇ ਹੋ, ਜੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨਾ ਹੁੰਦਿਆਂ ਹੋਇਆ ਵੀ ਅਮਿਤ ਸ਼ਾਹ ਨੂੰ ਮਿਲ ਸਕਦੇ, ਜੇ ਚਰਨਜੀਤ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਅਮਿਤ ਸ਼ਾਹ ਨੂੰ ਮਿਲ ਸਕਦੇ ਨੇ, ਤੇ ਫਿਰ ਵੱਖ-ਵੱਖ ਚੀਫ ਮਿਨਿਸਟਰ ਵੀ ਅਮਿਤ ਸ਼ਾਹ ਜਾਂ ਨਰਿੰਦਰ ਮੋਦੀ ਨੂੰ ਮਿਲ ਸਕਦੇ। ਇਹ ਸਾਰੇ ਇਕੱਠੇ ਹੋ ਕੇ ਸਾਰੀਆਂ ਸਿਆਸੀ ਧਿਰਾਂ ਆਪਣੇ ਨਿੱਜੀ ਮਫਾਦ ਛੱਡ ਕੇ ਇੱਕੋ ਕੇਂਦਰੀ ਨੁਕਤੇ ਤੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਮਿਲ ਸਕਦੇ, ਗ੍ਰਹਿ ਮੰਤਰੀ ਨੂੰ ਕਿਉਂ ਨਹੀਂ ਮਿਲ ਸਕਦੇ, ਜੇ ਨਹੀਂ ਮਿਲਣ ਦਿੰਦੇ ਤਾਂ ਉੱਥੇ ਧਰਨਾ ਲਾ ਕੇ ਕਿਉਂ ਨਹੀਂ ਬੈਠ ਸਕਦੇ। ਸੋ ਮੈਨੂੰ ਲੱਗਦਾ ਲੜਾਈ ਬਦਲ ਜਾਏਗੀ ਜੇ ਲੜਾਈ ਦਾ ਤਰੀਕਾ ਬਦਲ ਲਿਆ ਜਾਏ, ਸਰਕਾਰ ਵਾਸਤੇ ਵੀ ਇੱਕ ਦਬਾਅ ਦੀ ਸਥਿਤੀ ਬਣੇ। ਜੀ ਅੱਛਾ, ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹਾਂ ਆਪਣੇ ਦਸਾਂਝ ਸਾਹਿਬ ਕਿ ਇੱਕ ਬਿਆਨ ਅੱਜ ਆਇਆ ਪ੍ਰਸ਼ਾਂਤ ਕਿਸ਼ੋਰ ਹੋਰਾਂ ਦਾ, ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ 2022 ਚ ਕੌਣ ਬੇੜੀ ਡੋਬੂਗਾ ਇਹ ਤੇ ਅੱਗੇ ਜਾ ਕੇ ਪਤਾ ਲੱਗੂਗਾ, ਪਰ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੇ ਕਿਹਾ ਕਿ ਕਾਂਗਰਸ ਕੋਲੋਂ ਕੋਈ ਉਮੀਦ ਰੱਖਣੀ ਕਿ ਇਹ ਕੋਈ ਤਬਦੀਲੀ ਲਿਆਏਗੀ, ਜਾਂ ਕਾਂਗਰਸ ਦਾ ਮਤਲਬ ਅੰਦਰ ਦਾ ਸੰਕਟ ਇੰਨਾ ਡੂੰਘਾ ਕਿਉਂਕਿ ਉਹ ਵਿਅਕਤੀ ਬਹੁਤ ਨੇੜੇ ਰਹੇ ਨੇ ਕਾਂਗਰਸ ਦੇ, ਤੇ ਪਿਛਲੇ ਦਿਨਾਂ 'ਚ ਖਬਰ ਸੀ ਕਿ ਉਹ ਕਾਂਗਰਸ ਜੁਆਇਨ ਕਰ ਰਹੇ ਨੇ, ਫਿਰ ਉਹਨਾਂ ਨੇ ਲੰਬੀ ਉਡੀਕ ਤੋਂ ਬਾਅਦ ਕਹਿ ਦਿੱਤਾ ਕਿ ਮੈਂ ਇਹਨਾਂ ਚਿਰ ਇੰਤਜ਼ਾਰ ਨਹੀਂ ਕਰ ਸਕਦਾ, ਮੈਂ ਹੁਣ ਕਾਂਗਰਸ ਸ਼ਾਮਲ ਨਹੀਂ ਹੋਵਾਂਗਾ। ਤੇ ਅੱਜ ਉਹਨਾਂ ਦਾ ਬੜਾ ਬਿਆਨ ਆਇਆ ਇੱਕ ਜਿਹਨੂੰ ਬੜੀ ਚਰਚਾ 'ਚ ਆ ਕਿ ਕਾਂਗਰਸ ਕੋਲੋਂ ਕੁਝ ਲੋਕ ਜਿਹੜੇ ਉਮੀਦ ਰੱਖ ਕੇ ਬੈਠੇ ਹੋਏ ਨੇ ਉਹ ਉਮੀਦ ਨਾ ਪਾਲਣ, ਕਿਉਂਕਿ ਇਹਨਾਂ ਦੇ ਸੰਕਟ ਅੰਦਰੂਨੀ ਸੰਕਟ ਇੰਨੇ ਵੱਡੇ ਨੇ ਕਿ ਇਹ ਕੁਝ ਵੀ ਕਰਨ ਦੇ ਸਮਰੱਥ ਨਹੀਂ। ਇਸ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਪ੍ਰਸ਼ਾਂਤ ਕਿਸ਼ੋਰ ਸ਼ੁੱਧ ਤੌਰ ਦੇ ਉੱਤੇ ਇੱਕ ਵਪਾਰੀ ਹੈ, ਬਿਜ਼ਨਸਮੈਨ ਹੈ, ਚੋਣ ਰਣਨੀਤੀਕਾਰ ਦੇ ਤੌਰ ਦੇ ਉੱਤੇ ਉਹ ਇੰਟਰੋਡਿਊਸ ਹੋਇਆ ਤੇ ਉਹਦੇ 'ਚ ਉਹਨੇ ਕਾਫੀ ਹੱਦ ਤੱਕ ਸਫਲਤਾ ਹਾਸਲ ਕੀਤੀ। ਉਹਦੀ ਜਿਹੜੀ ਆਮਦ ਪ੍ਰਸ਼ਾਂਤ ਕਿਸ਼ੋਰ ਦੀ ਜਿਸ ਤਰੀਕੇ ਦੇ ਨਾਲ ਹੋਈ, ਉਹਨੇ ਇੱਕ ਗੱਲ ਪ੍ਰਮਾਣਿਤ ਕਰ ਦਿੱਤੀ ਕਿ ਭਾਰਤ ਦੀਆਂ ਵੱਖ-ਵੱਖ ਰਾਜਨੀਤਿਕ ਜਿਹੜੀਆਂ ਪਾਰਟੀਆਂ ਉਹਨਾਂ ਦੇ ਜਿਹੜੇ ਪ੍ਰੋਗਰਾਮ ਹੈ ਜਾਂ ਉਹਨਾਂ ਦੀ ਕੰਮ ਕਰਨ ਦੀ ਜਿਹੜੀ ਵਿਧੀ ਹੈ ਉਹ ਬਹੁਤ ਪੁਰਾਤਨ ਹੋ ਗਈ ਹੈ, ਪੁਰਾਣੀ ਹੋ ਗਈ ਹੈ, ਵਕਤ ਦੇ ਮੁਤਾਬਕ ਨਹੀਂ ਹੈ। ਸਿਧਾਂਤਕ ਤੌਰ ਦੇ ਉੱਤੇ ਵੀ ਇਹ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਆਪਣਾ ਆਧਾਰ ਜਿਹੜਾ ਹੈ ਲਗਭਗ ਗਵਾ ਚੁੱਕੀਆਂ, ਤੇ ਟੋਟਲ ਇਲੈਕਸ਼ਨ ਨੂੰ ਸ਼ੁੱਧ ਜਿਹੜਾ ਇੱਕ ਵਪਾਰਕ ਤਰੀਕੇ ਦੇ ਨਾਲ ਹੈਂਡਲ ਕਰਨ ਦਾ ਇੱਕ ਨਵਾਂ ਨੈਰੇਟਿਵ ਪ੍ਰਸ਼ਾਂਤ ਕਿਸ਼ੋਰ ਨੇ ਸਾਹਮਣੇ ਲੈ ਕੇ ਆਂਦਾ ਹੈ ਕਿ ਜਿੱਥੇ ਮੁੱਦਿਆਂ ਦੀ ਜ਼ਰੂਰਤ ਨਹੀਂ ਹੈ, ਜਿੱਥੇ ਕਿਸੇ ਸਿਧਾਂਤ ਦੀ ਜ਼ਰੂਰਤ ਨਹੀਂ ਹੈ, ਉੱਥੇ ਸਿਰਫ ਇੱਕ ਬਿਜ਼ਨਸ ਐਟੀਟਿਊਡ ਦੇ ਨਾਲ ਤੁਸੀਂ ਚੋਣ ਰਣਨੀਤੀਕਾਰ ਦੇ ਤੌਰ ਤੇ ਇਲੈਕਸ਼ਨ ਸਟ੍ਰੈਟਜਿਕ ਬਣ ਕੇ ਜਿਹੜਾ ਆ ਤੁਸੀਂ ਕੁਝ ਚੀਜ਼ਾਂ ਮੈਨੇਜ ਕਰ ਸਕਦੇ ਹੋ। ਸੋ ਇਲੈਕਸ਼ਨ ਕੋਈ ਸਿਧਾਂਤ ਨਹੀਂ ਰਿਹਾ, ਚੋਣ ਕੋਈ ਸਿਧਾਂਤ ਨਹੀਂ, ਚੋਣ ਕੋਈ ਇਸ ਤਰ੍ਹਾਂ ਦਾ ਏਜੰਡਾ ਨਹੀਂ ਹੋਣਾ ਚਾਹੀਦਾ ਵੀ ਜੇ ਚੋਂ ਲੱਗੇ ਕਿ ਹਾਂ ਕੋਈ ਸਿਆਸੀ ਧਿਰ ਜਿਹੜੀ ਹੈ ਉਹ ਭਾਰਤ ਦੀਆਂ ਤਮਾਮ ਜਿਹੜੀਆਂ ਬੁਨਿਆਦੀ ਜਿਹੜੀਆਂ ਮੁਸ਼ਕਲਾਂ ਨੇ ਉਹਦੇ ਹੱਲ ਵਾਸਤੇ ਯਤਨਸ਼ੀਲ ਹੈ। ਇਲੈਕਸ਼ਨ 'ਚ ਵੱਖ-ਵੱਖ ਰਾਜਨੀਤਿਕ ਧਿਰਾਂ ਜਦੋਂ ਮੈਦਾਨ 'ਚ ਆਉਣ ਤੇ ਲੱਗਣਾ ਚਾਹੀਦਾ ਹੈ ਕਿ ਵਧੇਰੇ ਜ਼ਿਆਦਾ ਸੌਖੇ ਤਰੀਕੇ ਦੇ ਨਾਲ ਕਿਹੜੀ ਰਾਜਨੀਤਿਕ ਧਿਰ ਹੈ ਜਿਹੜੀ ਲੋਕਾਂ ਨੂੰ ਜਿਹੜੀ ਹੈ ਜ਼ਿਆਦਾ ਸਹੂਲਤਾਂ ਦੇ ਸਕਦੀ ਹੈ। ਮੁਫਤ ਦੀ ਪੋਲਿਟਿਕਸ ਜਿਹੜੀ ਇਹਦੇ 'ਚ ਨਿਕਲ ਕੇ ਆਈ ਹੈ। ਸੋ ਇਲੈਕਸ਼ਨ ਸਿਧਾਂਤ ਨਾ ਹੋ ਕੇ, ਪਾਰਟੀਆਂ ਸਿਧਾਂਤਕ ਨਾ ਹੋ ਕੇ ਇੱਕ ਮੈਨੇਜਮੈਂਟ ਦਾ ਹਿੱਸਾ ਬਣ, ਜਿੱਦਾਂ ਕੋਈ ਕੰਪਨੀ ਚਲਾਈ ਜਾਂਦੀ ਹੈ, ਜਿੱਦਾਂ ਕੰਪਨੀ ਦੇ ਪ੍ਰੋਫਿਟਸ ਜਿਹੜੇ ਤੈਅ ਕੀਤੇ ਜਾਂਦੇ ਆ ਵੀ ਕੰਪਨੀ 'ਚ ਇੰਨੀ ਇਨਵੈਸਟਮੈਂਟ ਕਰਨੀ ਹੈ ਤੇ ਇੰਨੇ ਪ੍ਰੋਫਿਟਸ ਇਹਨੇ ਜਿਹੜੇ ਆ ਸਾਲ ਦੇ ਵਿੱਚ ਦੇਣੇ ਆ, ਇੰਨੇ ਬੈਨੀਫਿਟ ਦੇਣੇ ਆ। ਇਸ ਤਰੀਕੇ ਦਾ ਇੱਕ ਮਾਹੌਲ ਸਿਰਜ ਦਿੱਤਾ ਪ੍ਰਸ਼ਾਂਤ ਕਿਸ਼ੋਰ ਨੇ, ਜਿਹਦੇ 'ਚ ਉਹਦੀ ਮਾਸਟਰੀ ਹੈ ਤੇ ਲਗਭਗ ਸਾਰੀਆਂ ਸਿਆਸੀ ਧਿਰਾਂ ਨੇ ਉਹਦੀ ਇਸ ਮਾਸਟਰੀ ਨੂੰ ਕਬੂਲ ਕੀਤਾ। ਉਹਨੇ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਲਈ ਕੰਮ ਕੀਤਾ। ਲਾਸਟ ਉਹਦਾ ਕੰਮ ਮਮਤਾ ਬੈਨਰਜੀ ਦੀ ਸੀ। ਪਿਛਲੀ ਜਿਹੜੀ ਇਲੈਕਸ਼ਨ ਜਿਹੜੀ ਕੈਪਟਨ ਅਮਰਿੰਦਰ ਨੇ ਜਿੱਤੀ, ਉਹਦੇ 'ਚ ਵੀ ਕਾਫੀ ਵਿਦ ਕੈਪਟਨ ਤੇ ਲੱਸੀ ਵਿਦ ਕੈਪਟਨ ਦੇ ਸਲੋਗਨ ਦੇ ਨਾਲ ਤੇ ਘਰ ਘਰ ਕੈਪਟਨ ਦੇ ਸਲੋਗਨ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਹੀ ਕੈਪਟਨ ਅਮਰਿੰਦਰ ਨੂੰ ਲੈ ਕੇ ਗਏ ਪੰਜਾਬ ਦੇ ਲੋਕਾਂ ਦੇ ਵਿੱਚ, ਤੇ ਜਿਹਦੇ ਕਰਕੇ ਉਹ ਸੱਤਾ 'ਚ ਵੀ ਆਏ। ਪਰ ਉਹਦਾ ਸਾਰਾ ਸਿਰਾ ਕੈਪਟਨ ਅਮਰਿੰਦਰ ਦੇ ਸਿਰ ਬੰਨਿਆ ਗਿਆ ਕਿ ਕੈਪਟਨ ਹੀ ਜਿਹੜੇ ਆ ਕਾਂਗਰਸ ਦੀ ਬੇੜੀ ਪਾਰ ਲਾ ਗਏ। ਚਲੋ ਖੈਰ ਵੱਖਰੀਆਂ ਗੱਲਾਂ। ਹੁਣ ਜਿਹੜਾ ਤਾਜ਼ਾ ਮਾਮਲਾ ਉਹਦੇ 'ਚ ਲੇਟ ਲਤੀਫੀ ਤਾਂ ਜ਼ਿੰਮੇਵਾਰ ਹੈ,
ਕਿਉਂਕਿ ਕਾਂਗਰਸ ਪਾਰਟੀ ਦੀ ਇੱਕ ਟੱਬਰ ਤੇ ਮੁਨੱਸਰ ਹੈ ਸਾਰੀਆਂ ਜਿਹੜੀਆਂ ਡਿਸੀਜਨਸ ਨੇ ਜਾਂ ਹਾਈ ਕਮਾਂਡ ਜਿਹਨੂੰ ਅਸੀਂ ਕਹਿੰਦੇ ਆ, ਤੇ ਉਹ ਜਿਸ ਢੰਗ ਦੇ ਨਾਲ ਉਹ ਚੱਲਦੇ ਨੇ ਉਹ ਲੋਕ, ਰਾਹੁਲ, ਪ੍ਰਿੰਕਾ, ਸੋਨੀਆ, ਉਹ ਹਰ ਮਾਮਲੇ 'ਚ ਲੇਟ ਲਤੀਫੀ ਰਹਿੰਦੀ, ਉਹਨਾਂ ਦੀ ਬਹੁਤ ਦੇਰੀ ਕਰਦੇ ਆ। ਲਗਭਗ ਤੈਅ ਹੋ ਗਿਆ ਸੀ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਵਿੱਚ ਜਾਣਗੇ, ਮੀਟਿੰਗਾਂ ਹੋਈਆਂ, ਲੰਬੀਆਂ ਮੀਟਿੰਗਾਂ ਹੋਈਆਂ, ਈਵਨ ਕਨ੍ਹਈਆ ਕੁਮਾਰ ਨੂੰ ਵੀ ਕਾਂਗਰਸ 'ਚ ਲਿਆਉਣ ਤੱਕ ਵੀ ਕਿਹਾ ਗਿਆ ਕਿ ਇਹਦੇ ਪਿੱਛੇ ਵੀ ਪ੍ਰਸ਼ਾਂਤ ਕਿਸ਼ੋਰ ਹੈ, ਤੇ ਜਗਦੀਸ਼ ਮੇਵਾਣੀ ਵਗੈਰਾ ਲੋਕ ਜਿਹੜੇ ਆਏ ਨੇ ਕਾਂਗਰਸ ਦੇ ਵਿੱਚ, ਇਹ ਵੀ ਕਿਹਾ ਗਿਆ। ਤੇ ਈਵਨ ਜਿਹੜਾ ਪੰਜਾਬ ਦੇ ਵਿੱਚ ਇਬਾਰਤਾਂ ਲਿਖੀਆਂ ਗਈਆਂ ਚਰਨਜੀਤ ਚੰਨੀ ਦਾ ਮੁੱਖ ਮੰਤਰੀ ਬਣਨਾ, ਤੇ ਇੱਥੋਂ ਤੱਕ ਵੀ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਦਾ ਰਿਜ਼ਾਈਨ, ਕਈ ਚੀਜ਼ਾਂ ਜਿਹੜੀਆਂ ਇੱਥੇ ਤੱਕ ਪ੍ਰਸ਼ਾਂਤ ਕਿਸ਼ੋਰ ਦਾ ਰਿਹਾ। ਖੁਦ ਪ੍ਰਸ਼ਾਂਤ ਕਿਸ਼ੋਰ ਪੰਜਾਬ ਦੇ ਕੈਪਟਨ ਅਮਰਿੰਦਰ ਦੇ ਵੀ ਜਿਹੜੇ ਆ ਉਹ ਬਣ ਗਏ ਸੀਗੇ, ਕੈਬਨਿਟ ਮਿਨਿਸਟਰ ਦਾ ਰੈਂਕ ਉਹਨਾਂ ਨੂੰ ਮਿਲ ਗਿਆ ਸੀ, ਸਲਾਹਕਾਰ ਬਣ ਗਏ ਸੀ, ਪਰ ਬਾਅਦ 'ਚ ਉਹਨਾਂ ਨੇ ਉਹ ਸਾਰਾ ਕੁਝ ਛੱਡ ਦਿੱਤਾ। ਹੁਣ ਉਹ ਕਹਿੰਦੇ ਆ ਕਿ ਕਾਂਗਰਸ ਤੋਂ ਕੋਈ ਉਮੀਦ ਨਹੀਂ ਕਰਨੀ ਚਾਹੀਦੀ। ਮਤਲਬ ਦਾ ਇੱਕ ਤਾਂ ਦੇਰੀ ਤੋਂ ਖਫਾ ਨਹੀਂ ਹੋ, ਦੂਜਾ ਸ਼ਾਇਦ ਕੋਈ ਤੈਅ ਵੈਸਾ ਹੀ ਨਹੀਂ ਹੋ ਸਕਿਆ। ਉਹਨਾਂ ਨੂੰ ਇਹ ਲੱਗਾ ਪ੍ਰਸ਼ਾਂਤ ਕਿਸ਼ੋਰ ਨੂੰ ਕਿ ਜੇ ਮੈਂ ਆ ਵੀ ਗਿਆ ਤੇ ਜੋ ਮੈਂ ਕਰਨਾ ਚਾਹੁੰਦਾ ਇਹਨਾਂ ਨੇ ਮੈਨੂੰ ਕਰਨ ਨਹੀਂ ਦੇਣਾ। ਤੇ ਸ਼ਾਇਦ ਹਾਈ ਕਮਾਂਡ ਨੂੰ ਜਾਂ ਗਾਂਧੀ ਪਰਿਵਾਰ ਨੂੰ ਇਹ ਲੱਗਦਾ ਹੋਏਗਾ ਜੇ ਪ੍ਰਸ਼ਾਂਤ ਕਿਸ਼ੋਰ ਵਰਗਾ ਬੰਦਾ ਸੀ ਲੈ ਹੀ ਆਂਦਾ ਜੇ ਉਹਨੂੰ, ਤਾਂ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਾਸੇ ਕਰ ਦਿੱਤਾ ਜਾਏ, ਜਿਹਦੇ ਖਿਲਾਫ ਪਹਿਲਾਂ ਹੀ ਪਰਿਵਾਰ ਦੇ ਖਿਲਾਫ G23 ਕੰਮ ਕਰ ਰਿਹਾ ਹੈ। ਫਿਰ ਅਸੀਂ ਰਹਿ ਨਹੀਂ ਸਕਾਂਗੇ। ਸ਼ਾਇਦ ਕਾਂਗਰਸ ਪਾਰਟੀ ਦੇ ਉੱਤੇ ਪੂਰਾ ਕਬਜ਼ਾ ਇਹ ਲੋਕ ਕਰ ਰਹੇ, ਸ਼ਾਇਦ ਇਹ ਡਰ ਉਹਨਾਂ ਨੂੰ ਵੀ ਸਤਾਰਿਆ ਹੋਏਗਾ। ਸੋ ਕੁਝ ਚੀਜ਼ਾਂ ਵਾਪਰੀਆਂ ਹੋਣਗੀਆਂ, ਹੋਰ ਉਹ ਫਿਰ ਤੋਂ ਤ੍ਰਿਣਮੂਲ ਕਾਂਗਰਸ ਦੇ ਨੇੜੇ ਦਿਖਾਈ ਦੇ ਰਹੇ ਆ। ਜੇ ਦੱਸਿਆ ਜਾ ਰਿਹਾ ਜਾਂ ਹਾਲੇ ਡਿਟੇਲਸ ਆਉਣਗੀਆਂ ਵੀ ਸ਼ਾਇਦ ਮਮਤਾ ਬੈਨਰਜੀ ਨੂੰ ਪ੍ਰੋਜੈਕਟ ਕੀਤਾ ਜਾਏਗਾ ਫਿਊਚਰ ਦੇ ਵਿੱਚ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਦੇ ਤੌਰ ਦੇ ਉੱਤੇ, ਤਾਂ ਇਸ ਕਰਕੇ ਕਾਂਗਰਸ ਪਾਰਟੀ ਬਾਰੇ ਇੱਦਾਂ ਦੀਆਂ ਟਿੱਪਣੀਆਂ ਵੀ ਜਿਹੜੀਆਂ ਵੱਖ-ਵੱਖ ਥਾਵਾਂ ਤੋਂ ਹੋਣ ਲੱਗ ਪਈਆਂ, ਜਿਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਟਿੱਪਣੀ ਵੀ ਸ਼ਾਮਲ ਹੈ। ਜੀ ਬਿਲਕੁਲ, ਕਿਉਂਕਿ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ ਇੱਕ ਵੱਡੀ ਪਾਰਟੀ, ਪੁਰਾਣੀ ਪਾਰਟੀ ਹੋਣ ਕਰਕੇ ਕਾਂਗਰਸ ਨੂੰ ਪਾਸੇ ਰੱਖ ਕੇ ਬੀਜੇਪੀ ਨੂੰ ਢਾਹ ਲੈਣਾ ਐਡਾ ਆਸਾਨ ਨਹੀਂ ਹੈ। ਪਰ ਜਿੱਦਾਂ ਪ੍ਰਸ਼ਾਂਤ ਕਿਸ਼ੋਰ ਇਹਨਾਂ ਨੇ ਇੱਕ ਵੱਡੇ ਬੋਲਡ ਸਟੈਪ, ਮੈਨੂੰ ਲੱਗਦਾ ਜਿਹੜੀ ਸਕ੍ਰਿਪਟ ਤੁਸੀਂ ਦੱਸਦੇ ਹੋ ਨਾ ਪੰਜਾਬ ਵਾਲੀ, ਉਹ ਬੜੀ ਗੱਲ ਜੱਗ ਜ਼ਾਹਰ ਹੋ ਰਹੀ ਆ ਕਿ ਉਹ ਸਕ੍ਰਿਪਟ ਸਾਰੀ ਦੀ ਸਾਰੀ ਜਿਹੜੀ ਆ ਉਹ ਪ੍ਰਸ਼ਾਂਤ ਕਿਸ਼ੋਰ ਇਹਨਾਂ ਦੀ ਲਿਖੀ ਹੋਈ ਸੀ। ਨਹੀਂ ਤਾਂ ਹਾਈ ਕਮਾਂਡ ਇੰਨੇ ਬੋਲਡ ਫੈਸਲੇ ਲੈਣ ਦੇ ਕਾਬਲ ਨਹੀਂ ਸੀ ਸਮਝੀ ਜਾਂਦੀ। ਆਪਾਂ ਸਾਰੇ ਕਹਿੰਦੇ ਸੀ ਕਿ ਕੈਪਟਨ ਨੂੰ ਹਟਾਉਣਾ ਹਾਈ ਕਮਾਂਡ ਦੇ ਵੱਸ ਵਿੱਚ ਨਹੀਂ, ਸਿੱਧੂ ਨੂੰ ਅੱਗੇ ਲੈ ਕੇ ਆਉਣਾ ਵੱਸ ਨਹੀਂ, ਪਰ ਸਿੱਧੂ ਦੇ ਬਿਹੇਵੀਅਰ ਨੇ ਵੀ ਕਿਤੇ ਨਾ ਕਿਤੇ ਕੁਝ ਢਿੱਕੇ ਖੜੇ ਕੀਤੇ ਆ, ਜਿਹਦੇ ਕਰਕੇ ਲੱਗਦਾ ਹੈ ਕਿ ਸਿੱਧੂ ਸਾਹਿਬ ਵੀ ਕੋਈ ਲੰਬਾ ਸਮਾਂ ਜਿਹੜਾ ਇੱਥੇ ਨਹੀਂ ਟਿਕ ਸਕਣਗੇ, ਜਿਵੇਂ ਆਪਾਂ ਰੋਜ਼ ਹੀ ਗੱਲ ਕਰਦੇ ਹਾਂ। ਸੋ ਇਹ ਤੇ ਚਲੋ ਕਾਂਗਰਸ ਦਾ ਅੰਦਰੂਨੀ ਮਾਮਲਾ, ਉਹ ਜੋ ਮਰਜ਼ੀ ਕਰਨ। ਇੱਕ ਖਬਰ ਜਿਹੜੀ ਧਿਆਨ ਦਿਵਾਉਣਾ ਚਾਹੁੰਦਾ ਆ ਉਹ ਹੈ ਇਕਬਾਲ ਸਿੰਘ ਲਾਲਪੁਰਾ ਹਰਾਂ ਦਾ। ਆਖਰਕਾਰ ਉਹਨਾਂ ਦਾ ਵੀ ਜਿਹੜੀ ਆ ਉਹ ਜ਼ਬਾਨ ਖੁੱਲ੍ਹ ਗਈ। ਉਹਨਾਂ ਨੇ ਹੁਣ ਯੂਪੀ ਦੀ ਘਟਨਾ ਤੇ ਨਾਲ ਦੀ ਨਾਲ ਕਸ਼ਮੀਰ ਵਿੱਚ ਕੱਲ੍ਹ ਜਿਹੜੀ ਘਟਨਾ ਹੋਈ ਆ, 2 ਟੀਚਰਸ ਜਿਹੜੀਆਂ ਨੇ ਘੱਟ ਗਿਣਤੀ ਨਾਲ ਸੰਬੰਧਿਤ, ਉਹਨਾਂ ਦਾ ਕਤਲ ਕੀਤਾ ਗਿਆ ਸੀ, ਉਹਦੇ ਲਈ ਰਿਪੋਰਟ ਮੰਗੀ ਆ। ਬੜੇ ਚੰਗੇ ਸੋਬਰ ਬੰਦੇ ਨੇ, ਇਮਾਨਦਾਰ ਵੀ ਨੇ ਮੈਨੂੰ ਲੱਗਦਾ, ਤੇ ਸੌਫਟ ਸਪੋਕਨ ਵੀ ਨੇ, ਪਰ ਕਿਉਂਕਿ ਪੋਲੀਟੀਕਲ ਪਾਰਟੀਆਂ ਦੇ ਆਪਣੇ ਢੰਗ ਤਰੀਕੇ ਹੁੰਦੇ ਆ ਵਿਅਕਤੀਆਂ ਕੋਲ ਕੰਮ ਲੈਣ ਦੇ, ਤੇ ਕਈ ਵਾਰ ਉਹਨਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ। ਪਰ ਲਾਲਪੁਰਾ ਹਰਾਂ ਦਾ ਜਿਹੜਾ ਹੁਣ ਇਹ ਦਖਲ ਹੈ, ਉਹਦਾ ਪਤਾ ਨਹੀਂ ਉਹਦਾ ਕੀ ਮਤਲਬ ਹੈ, ਉਹ ਕੁਝ ਕਰ ਸਕਣਗੇ ਜਾਂ ਨਹੀਂ। ਪਰ ਉਹਨਾਂ ਨੇ ਦੋਨਾਂ ਸਰਕਾਰਾਂ ਦੇ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਕੋਲ ਰਿਪੋਰਟ ਮੰਗ ਲਈ ਹੈ ਜੀ। ਚੰਗੀ ਗੱਲ ਹੈ, ਦੇਰਾ ਦਰੁਸਤ ਦਾ ਆਮ ਤੌਰ ਦੇ ਉੱਤੇ ਅਸੀਂ ਕਹਿ ਦਿੰਦੇ ਹਾਂ, ਪਰ ਬੜੀ ਤਕਲੀਫ ਇਸ ਗੱਲ ਦੀ ਜਿਹੜੀ ਮਹਿਸੂਸ ਕੀਤੀ ਗਈ ਥੱਲੇ ਤੱਕ ਵੀ ਇੰਨੇ ਦਿਨ ਹੋ ਗਏ ਲਖੀਮਪੁਰ ਖੀਰੀ ਦੀ ਘਟਨਾ ਜਾਂ ਇਸ ਤੋਂ ਪਹਿਲਾਂ ਵੀ ਕੁਝ ਘਟਨਾਵਾਂ ਨੇ ਕਿਸਾਨਾਂ ਦੇ ਇਸ਼ੂ ਦੇ ਉੱਤੇ ਵੀ ਇਕਬਾਲ ਸਿੰਘ ਲਾਲਪੁਰਾ ਬਿਲਕੁਲ ਚੁੱਪ ਸੀ। ਸ਼ਾਇਦ ਪ੍ਰਧਾਨ ਮੰਤਰੀ ਦੀ ਚੁੱਪੀ ਦਾ ਅਨੁਸਰਣ ਉਹ ਕਰ ਰਹੇ ਸੀ, ਯਾਨੀ ਉਹਦੇ ਮੁਤਾਬਕ ਹੀ ਉਹ ਚੱਲ ਰਹੇ ਸੀ। ਤੇ ਇਸ ਤਰ੍ਹਾਂ ਦੇ ਅਦਾਰਿਆਂ ਦੇ ਵਿੱਚ ਇਹਦੀ ਮਹੱਤਵਪੂਰਨ ਜ਼ਿੰਮੇਵਾਰੀ ਲੈਣ ਦਾ ਕੋਈ ਬਹੁਤਾ ਅਰਥ ਨਹੀਂ ਰਹਿ ਜਾਂਦਾ। ਹੁਣ ਵੀ ਇਹ ਰੂਟੀਨ ਦਾ ਹੀ ਬਿਆਨ ਹੈ, ਰਿਪੋਰਟ ਤਲਬ ਕਰ ਲੈਣੀ, ਕੋਈ ਗੱਲ ਨਹੀਂ, ਇਹ ਅਕਸਰ ਹੀ ਹੁੰਦਾ, ਰਿਪੋਰਟਾਂ ਤਲਬ ਹੁੰਦੀਆਂ ਰਹਿੰਦੀਆਂ ਤੇ ਲੋਕਾਂ 'ਚ ਗੱਲ ਹੋ ਸਕਦੀ ਹੈ ਵੀ ਲੋ ਚਲੋ ਹੁਣ ਤਾਂ ਬੋਲੇ ਇਕਬਾਲ ਸਿੰਘ ਲਾਲਪੁਰਾ। ਪਰ ਮੈਨੂੰ ਲੱਗਦਾ ਕਿ ਓਨੈਸਟੀ, ਇਮਾਨਦਾਰੀ, ਸਾਰੀਆਂ ਚੀਜ਼ਾਂ ਜਿਹੜੀਆਂ ਕਾਊਂਟ ਕਰਦੀਆਂ ਹੁੰਦੀਆਂ, ਪਰ ਜਦੋਂ ਸੱਤਾ ਜਿਹੜੀ ਹੈ ਤੁਹਾਨੂੰ ਕਿਸੇ ਆਪਣੇ ਇਸ ਤਰ੍ਹਾਂ ਦੇ ਅਦਾਰੇ 'ਚ ਫਿੱਟ ਕਰਦੀ ਹੈ ਤੇ ਸੱਤਾ ਦੀਆਂ ਆਪਣੀਆਂ ਜਿਹੜੀਆਂ ਲੋੜਾਂ ਹੁੰਦੀਆਂ ਜਾਂ ਉਹਨਾਂ ਦੀਆਂ ਤੁਹਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ, ਉਹ ਬਹੁਤ ਕੁਝ ਤੁਹਾਡੇ ਤੋਂ ਕਰਵਾਉਣਾ ਚਾਹੁੰਦੀ ਹੁੰਦੀ ਹੈ ਸੱਤਾ ਆਪਣੀ ਮਰਜ਼ੀ ਦਾ।
ਸੋ ਇਦਾਂ ਦੇ ਅਦਾਰਿਆਂ 'ਚ ਬੈਠ ਕੇ ਫਿਰ ਇਹੀ ਕੁਝ ਹੋ ਸਕਦਾ ਹੈ। ਜੋ ਸੱਤਾ ਚਾਹੇਗੀ ਉਸ ਤੋਂ ਉਲਟ ਤਾਂ ਕੁਝ ਹੋ ਨਹੀਂ ਸਕਦਾ। ਉਲਟ ਕਰੋਗੇ ਤੇ ਅਗਲੇ ਕਿਉਂ ਤੁਹਾਨੂੰ ਉਸ ਕੁਰਸੀ ਤੇ ਬੈਠੇ ਰਹਿਣ ਦੇਣਗੇ। ਸੋ ਇਕਬਾਲ ਹੋਰੀ ਜਿਹੜੇ ਨੇ, ਲਾਲਪੁਰਾ ਹੋਰੀ, ਉਹਨਾਂ ਦਾ ਜਿਹੜਾ ਹੁਣ ਬਿਆਨ ਆਇਆ, ਠੀਕ ਹੈ, ਇੱਕ ਰੂਟੀਨ ਦੀ ਇਹਨੂੰ ਇੱਕ ਤੁਸੀਂ ਐਕਸਰਸਾਈਜ਼ ਕਹਿ ਸਕਦੇ ਹੋ। ਇਹਦੇ 'ਚ ਕੱਢਣ ਪਾਉਣ ਨੂੰ ਬਹੁਤਾ ਕੁਝ ਨਹੀਂ ਹੈ। ਵਿਅਕਤੀ ਜਦੋਂ ਕਿਸੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਦਾ ਹਿੱਸਾ ਬਣ ਜਾਂਦੇ ਨੇ ਤੇ ਫਿਰ ਉਹ ਸੱਤਾ ਦਾ ਹਿੱਸਾ ਹੀ ਬਣ ਜਾਂਦੇ ਨੇ, ਤੇ ਫਿਰ ਉਹ ਜਿਹੜੀ ਆਨੈਸਟੀ ਆ, ਇਮਾਨਦਾਰੀ, ਦੂਜਾ ਤੀਜਾ, ਉਹ ਸਭ ਕੁਝ ਪਿੱਛੇ ਛੁੱਟ ਜਾਂਦਾ ਹੈ। ਫਿਰ ਉਹ ਕੁਰਸੀ ਦੇ ਮੁਤਾਬਕ ਹੀ ਤੁਹਾਡਾ ਜਿਹੜਾ ਵਤੀਰਾ ਜਾਂ ਬਿਹੇਵ ਹੋ ਜਾਂਦਾ। ਜੀ ਅੱਛਾ ਦਸਾਂਝ ਸਾਹਿਬ, ਦੋ ਤਿੰਨ ਖਬਰਾਂ ਹੋਰ ਨੇ, ਬੜੀ ਬਰੀਫ ਚ ਉਹਨਾਂ ਦੇ ਆਨਸਰ ਤੁਸੀਂ ਕਰ ਦਿਓ ਕਿਉਂਕਿ ਖਬਰਾਂ ਆਪਾਂ ਕਵਰ ਜ਼ਰੂਰ ਕਰਨੀਆਂ ਚਾਹੁੰਦੇ ਆ। ਇੱਕ ਖਬਰ ਤੇ ਆ ਕਿ ਇੱਕ ਪਾਸੇ ਸਿੱਧੂ ਸਾਹਿਬ ਨੇ ਅਸਤੀਫਾ ਦਿੱਤਾ, ਦੂਜੇ ਪਾਸੇ ਹਿਮਾਚਲ ਲਈ ਸਟਾਰ ਪ੍ਰਚਾਰਕ ਜਿਹੜੇ ਬਣਾਏ ਉਹ 'ਚ ਉਹਨਾਂ ਦਾ ਵੀ ਨਾਂ ਆ, ਚੰਨੀ ਸਾਹਿਬ ਦਾ ਨਾਂ ਆ, ਤੇ ਰਾਨੀਜਨਕ ਨਾਂ ਆ ਗੁਰਕੀਰਤ ਕੋਟਲੀ ਨਾਂ ਦਾ। ਉਹਨਾਂ ਨੂੰ ਸਟਾਰ ਪ੍ਰਚਾਰਕ ਕੀ ਸੋਚ ਕੇ ਬਣਾਇਆ ਗਿਆ ਹੋਵੇਗਾ? ਕੀ ਉਹਨਾਂ ਦੀ ਭਾਸ਼ਣ ਕਲਾ ਬਹੁਤ ਵਧੀਆ ਹੈ, ਜਾਂ ਉਹ ਬਹੁਤ ਇਸ ਵੇਲੇ ਚਰਚਿਤ ਵਿਅਕਤੀ ਨੇ ਤਾਂ ਕਰਕੇ ਉਹਨਾਂ ਦਾ ਨਾਂ ਲਾ ਦਿੱਤਾ ਗਿਆ? ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਵੀ ਇਹ ਆਤਮਘਾਤੀ ਜੇ ਕਦਮ ਕਿਉਂ ਇਹ ਪਾਰਟੀ ਉਠਾਉਂਦੀ ਹੈ। ਪਹਿਲੀ ਗੱਲ ਤਾਂ ਗੁਰਕੀਰਤ ਕੋਟਲੀ ਨੂੰ ਮਿਨਿਸਟਰ ਬਣਾਉਣਾ ਹੀ ਉਹਨਾਂ ਦੀ ਗਲੇ ਦੀ ਹੱਡੀ ਬਣਿਆ ਹੋਇਆ। ਹਾਂਜੀ, ਭਾਰਤੀ ਮਹਿਲਾ ਕਮਿਸ਼ਨ ਨੇ ਨੋਟਿਸ ਵੱਖਰਾ ਕੱਢਿਆ ਹੋਇਆ ਹੈ ਨਾ ਜੀ, ਤੇ ਉਹ 27 ਸਾਲ ਪੁਰਾਣਾ ਕੇਸ ਫੇਰ ਤੋਂ ਜਿਉਂਦਾ ਹੋ ਗਿਆ। ਤੇ ਇਦਾਂ ਦਾ ਵਿਵਾਦ ਜਿਹੜਾ ਪਹਿਲੇ ਛਿੜਿਆ ਹੋਇਆ, ਤੁਸੀਂ ਉਸੇ ਬੰਦੇ ਨੂੰ ਸਟਾਰ ਪ੍ਰਚਾਰਕ ਲਾ ਦਿਓ। ਮੈਂ ਤਾਂ ਉਹਨਾਂ ਨੂੰ ਕਿਤੇ ਦੇਖਿਆ ਨਹੀਂ ਜੀ ਬੋਲਦਿਆਂ ਵੀ ਕਿੰਨੇ ਇੱਕ ਵਧੀਆ ਪ੍ਰਚਾਰਕ ਨੇ ਉਹ। ਤੇ 20 ਮੈਂਬਰਾਂ ਦੀ ਲਿਸਟ ਜਾਰੀ ਕੀਤੀ ਹੈ ਹਿਮਾਚਲ ਦੀ, ਜਿਹੜੀ ਬਾਈ ਇਲੈਕਸ਼ਨ ਹੈ ਉਹਦੇ 'ਚ ਨਵਜੋਤ ਸਿੰਘ ਸਿੱਧੂ ਵੀ ਹੈ। ਪਰ ਨਵਜੋਤ ਸਿੰਘ ਸਿੱਧੂ ਦੀ ਮੈਨੂੰ ਲੱਗਦਾ ਕਿ ਥੋੜੀ ਜਿਹੀ ਅਕਸ ਜਿਹੜਾ ਫਿੱਕਾ ਪੈ ਗਿਆ। ਚੰਨੀ ਦੂਜੇ ਨੰਬਰ ਤੇ ਆ 20 ਦੀ ਲਿਸਟ ਦੇ ਵਿੱਚ। ਉਹ ਜਿਹੜਾ ਛੱਤੀਸਗੜ੍ਹ ਦਾ ਮੁੱਖ ਮੰਤਰੀ ਭੁਪੇਸ਼ ਬਘੇਲ ਉਹ ਪਹਿਲੇ ਤੇ ਆ, ਚੰਨੀ ਦੂਜੇ ਤੇ ਆ, ਤੇ ਆਪਣੇ ਨਵਜੋਤ ਸਿੰਘ ਸਿੱਧੂ 11ਵੇਂ ਨੰਬਰ ਤੇ ਆ। ਜਿਹੜੇ ਪਹਿਲੇ ਨੰਬਰ ਤੇ ਹੋਣੇ ਚਾਹੀਦੇ ਸੀ ਉਹ 11ਵੇਂ ਨੰਬਰ ਤੇ ਆ। ਹੈਰਾਨੀ ਹੋਈ ਦੇਖ ਕੇ। ਇਹ ਤੋਂ ਪਤਾ ਲੱਗ ਜਾਂਦਾ ਕਿ ਤੁਹਾਡੀ ਰੈਂਕਿੰਗ ਜਿਹੜੀ ਹੈ ਉਹ ਹਾਈ ਕਮਾਂਡ ਕਿੱਦਾਂ ਤੈਅ ਕਰ ਰਹੀ ਹੈ। ਵੇਣੂ ਗੋਪਾਲ ਦੇ ਲੈਟਰ ਹੈਡ ਤੇ ਉਹ ਸਾਰੀ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ ਕਿ ਅਸੀਂ ਵੇਣੂ ਗੋਪਾਲ ਦੇ ਲੈਟਰ ਹੈਡ ਤੇ, ਜਿਹੜੇ ਖੁਦ ਨਵਜੋਤ ਸਿੰਘ ਸਿੱਧੂ ਨੂੰ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਐਜ਼ ਏ ਪ੍ਰੈਜ਼ੀਡੈਂਟ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਤੇ ਹੁਣ ਉਹਨਾਂ ਨੇ 11ਵੇਂ ਨੰਬਰ ਤੇ ਰੱਖਿਆ। ਗੁਰਕੀਰਤ ਕੋਟਲੀ ਨੂੰ ਕੇਸ ਹਿਸਾਬ ਦੇ ਨਾਲ ਬਣਾ ਦਿੱਤਾ ਗਿਆ। ਇਹ ਆਪਣੇ ਆਪ 'ਚ ਹੈਰਾਨੀ ਪੈਦਾ ਕਰਦਾ। ਬਿਲਕੁਲ ਹੈਰਾਨੀ ਇਸ ਗੱਲ ਦੀ ਵੀ ਹੈ ਨਾ ਜੀ, ਕਿਉਂਕਿ ਗਰੀਬੀ ਵੀ ਅਸਤੀਫਾ ਦਿੱਤਾ ਹੋਇਆ ਤੇ ਉਹਨਾਂ ਨੂੰ ਫਿਰ ਉਹ ਲਿਸਟ ਸ਼ਾਮਲ ਕਰਨਾ ਇੱਕ ਕਿਸਮ ਦਾ ਆਪਣੇ ਆਪ 'ਚ ਇਹ ਵੀ ਆ ਕਿ ਅਸਤੀਫਾ ਉਹਨਾਂ ਦਾ ਜਿਹੜਾ ਉਹ ਮਨਜ਼ੂਰ ਨਹੀਂ ਹੋਏਗਾ ਤੇ ਉਹ ਕੰਮ ਚੱਲਦਾ ਰਹੇਗਾ। ਇਹ ਵੀ ਸੰਕੇਤ ਤੇ ਇੱਥੋਂ ਮਿਲ ਰਹੇ ਨੇ। ਜੇ ਦੂਜੇ ਪਾਸੇ ਜੇ ਨਾਰਾਜ਼ ਵੀ ਆ ਉਹਨਾਂ ਨਾਲ ਹਾਈ ਕਮਾਂਡ, ਪਰ ਉਹਨਾਂ ਨੂੰ ਫਿਰ ਵੀ ਜਿਹੜਾ ਵਾ ਉਹ ਉਸ ਲਿਸਟ ਵਿੱਚ ਪਾਇਆ ਤਾਂ ਹੈ ਨਾ, ਨੰਬਰ ਅੱਗੇ ਪਿੱਛੇ ਕਰਤਾ, ਉਹ ਗੱਲ ਵੱਖਰੀ ਆ। ਅੱਛਾ, ਇੱਕ ਖਬਰ ਜਿਹੜੀ ਆ ਜ਼ਰੂਰੀ ਉਹ ਆ ਕਿ ਜਿਹੜੇ ਰਾਮ ਰਹੀਮ ਆ ਉਹਨਾਂ ਨੂੰ ਇੱਕ ਹੋਰ ਕੇਸ ਵਿੱਚ ਜਿਹੜੀ ਆ ਉਹ ਦੋਸ਼ੀ ਕਰਾਰ ਦੇ ਦਿੱਤਾ ਗਿਆ। 12 ਅਕਤੂਬਰ ਨੂੰ ਸਜ਼ਾ ਸੁਣਾਈ ਜਾਣੀ ਆ ਰਣਜੀਤ ਸਿੰਘ ਮਰਡਰ ਕੇਸ ਦੇ ਵਿੱਚ। ਸੋ ਉਹਨਾਂ ਦੇ ਵੀ ਅਜੇ ਬੀਜੇਪੀ ਦੇ ਲੱਖ ਉਹਨਾਂ ਨੂੰ ਬਚਾਉਣ ਦੇ ਯਤਨ ਹੋ ਰਹੇ ਆ, ਉਹਦੇ ਬਾਵਜੂਦ ਵੀ ਜਿਹੜਾ ਅਦਾਲਤੀ ਚੱਕਰ ਆ, ਜਿਹੜਾ ਕਹਿੰਦੇ ਆ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ, ਕਿਤੇ ਨਾ ਕਿਤੇ ਉਹ ਹੋਰ ਫਸਦੇ ਨਜ਼ਰ ਆ ਰਹੇ ਆ। ਇਸ ਕੇਸ ਵਿੱਚ ਵੀ ਉਹਨਾਂ ਨੂੰ ਕੋਈ ਵੱਡੀ ਸਜ਼ਾ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਪ੍ਰਗਟ ਕੀਤੀ ਜਾ ਰਹੀ ਆ ਕੁਝ ਲੋਕਾਂ ਕੋਲੋਂ ਕਿ ਉਹ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਇੱਕ ਹੋਰ ਉਹਨਾਂ ਨੂੰ ਹੋ ਸਕਦੀ ਆ। ਫਾਂਸੀ ਵਾਲੀ ਸਜ਼ਾ ਵਾਲੀ ਗੱਲ ਤੇ ਲੋਕ ਬਹੁਤੇ ਨਹੀਂ ਮੰਨਦੇ, ਪਰ ਇਹੋ ਜਿਹੇ ਵਿਅਕਤੀਆਂ ਨੂੰ ਕਈ ਵਾਰ ਐਂ ਲੱਗਦਾ ਹੁੰਦਾ ਜਿਹੜੀਆਂ ਚੀਜ਼ਾਂ ਦੇ ਅਸੀਂ ਹੱਕ 'ਚ ਨਹੀਂ ਹੁੰਦੇ ਤੇ ਕਿਸੇ ਇੱਕ ਰੇਅਰ ਤੋਂ ਰੇਅਰ ਕੇਸ ਦੇ ਵਿੱਚ ਲੱਗਦਾ ਹੁੰਦਾ ਕਿ ਇੱਦਾਂ ਹੋ ਜਾਵੇ ਤੇ ਇਹ ਵੀ ਮਾੜੀ ਗੱਲ ਨਹੀਂ ਆ, ਕਿਉਂਕਿ ਇਸ ਵਿਅਕਤੀ ਦਾ ਉਹ ਖਿੱਦੋ ਵਾਂਗੂ ਖੋਲੀ ਜਾਓ ਇੰਨਾ ਕੁਝ ਨਿਕਲਦਾ ਆਉਣਾ ਹੈ ਕਿ ਕੋਈ ਇੱਕ ਗੱਲ ਵੀ ਐਸੀ ਨਹੀਂ ਆ ਕਿ ਜਿਹਦੇ ਵਿੱਚ ਉਹਦੇ ਲਈ ਨਰਮੀ ਵਰਤੀ ਜਾ ਸਕੇ। ਦੇਖੋ, 2 ਸਾਧਵੀਆਂ ਦੇ ਨਾਲ ਯੌਨ ਸ਼ੋਸ਼ਣ ਦੇ ਮਾਮਲੇ 'ਚ ਤੇ ਜਿਹੜਾ ਛਤਰਪਤੀ ਕਤਲकांड ਹੈ ਉਸ ਮਾਮਲੇ 'ਚ 20 ਸਾਲ ਦੀ ਸਜ਼ਾ ਤਾਂ ਪਹਿਲਾਂ ਹੀ ਉਹ ਭੁਗਤ ਰਿਹਾ ਤੇ ਉਹਦੇ 'ਚ ਉਹਨੂੰ ਬਾਰ-ਬਾਰ ਪੈਰੋਲ ਤੇ ਲਿਆਉਣ ਦੀ ਕੋਸ਼ਿਸ਼ ਕਰਦੀ ਰਹੀ ਆ। ਹਰਿਆਣੇ ਦੀ ਸਰਕਾਰ ਨੇ ਕਾਫੀ ਇਹਦੇ 'ਤੇ ਕੋਸ਼ਿਸ਼ ਕੀਤੀ ਹੈ ਤੇ ਉਦੋਂ ਚਰਚਾ ਵੀ ਚੱਲਦੀ ਰਹੀ ਆ। ਹੁਣ ਜਿਹੜਾ ਰਣਜੀਤ ਸਿੰਘ ਕਤਲकांड ਜਿਹੜਾ ਉਹਦਾ ਮੈਨੇਜਰ ਰਿਹਾ, ਉਹਦੀ ਸੁਣਵਾਈ ਲਗਭਗ ਪੂਰੀ ਤੇ ਅਦਾਲਤ ਨੇ ਦੋਸ਼ ਤੈਅ ਕਰਨ ਤੋਂ ਬਾਅਦ ਇਹ ਕਹਿ ਦਿੱਤਾ ਕਿ ਹਾਂ ਇਹੀ ਦੋਸ਼ੀ ਹੈ ਤੇ ਸਜ਼ਾ ਸੁਣਾਈ ਜਾਏਗੀ 12 ਅਕਤੂਬਰ ਨੂੰ। ਸੋ ਦੇਖਦੇ ਹਾਂ ਕਿ ਇਸ ਢੰਗ ਨਾਲ ਸਜ਼ਾ ਸੁਣਾਈ ਜਾਂਦੀ ਹੈ ਤੇ ਫਿਰ ਉਹ ਪੈਂਤੜਾ ਕੀ ਇਖਤਿਆਰ ਕਰਦਾ ਆ ਵੀ ਕੀ ਅੱਗੇ ਕੋਈ ਉੱਪਰ ਜਾਣ ਦੀ ਉਹਦੀ ਕੋਈ ਕੋਸ਼ਿਸ਼ ਰਹੇਗੀ। ਪਰ ਉਹ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਸਾਰੇ ਯਤਨ ਜਿਹੜੇ ਆ
ਉਹ ਨਾਕਾਮ ਹੋ ਚੁੱਕੇ ਨੇ। ਅਦਾਲਤ ਜਿਸ ਢੰਗ ਦੇ ਨਾਲ ਇਹ ਸਾਰੇ ਮਸਲੇ ਨੂੰ ਲੈ ਰਹੀ ਹੈ, ਉਹਦੇ ਤੋਂ ਉਮੀਦ ਹੈ ਕਿ ਉਹ ਸ਼ਾਇਦ ਨਾ ਨਿਕਲ ਸਕੇ ਹੁਣ ਜੇਲ੍ਹ ਚੋਂ ਕਦੀ ਬਾਹਰ। ਪਰ ਪਤਾ ਨਹੀਂ ਕਦੋਂ ਚੀਜ਼ਾਂ ਬਦਲ ਜਾਇਆ ਕਰਦੀਆਂ। ਜਿੱਦਾਂ ਜਿੱਦਾਂ ਹਰਿਆਣੇ ਦੀਆਂ ਚੋਣਾਂ ਨੇੜੇ ਆਉਣਗੀਆਂ, ਸ਼ਾਇਦ ਫੇਰ ਤੋਂ ਕੋਸ਼ਿਸ਼ ਵੀ ਹੋ ਸਕਦੀ ਹੈ ਕਿ ਇਸ ਢੰਗ ਨਾਲ ਹੋ ਸਕਦੀ, ਕਿ ਇਸ ਢੰਗ ਨਾਲ ਨਹੀਂ, ਕਿਉਂਕਿ ਜਿਹੜੇ ਅਦਾਲਤਾਂ ਦੇ ਕੰਮਾਂ ਕਾਜਾਂ ਦੇ ਜਾਣੂ ਨੇ ਜਾਂ ਮਾਹਰ ਨੇ, ਐਕਸਪਰਟ ਨੇ ਜਿਹੜੇ ਕਾਨੂੰਨ ਦੇ, ਉਹ ਕਈ ਵਾਰੀ ਕਈ ਚੀਜ਼ਾਂ ਕੱਢ ਲਿਆ ਕਰਦੇ ਆ। ਬਚਾਅ ਦੇ ਰਸਤੇ ਵੀ ਉਹਨਾਂ ਨੇ ਕੋਈ ਨਾ ਕੋਈ ਬਣਾਏ ਹੁੰਦੇ ਆ। ਟਾਈਮਿੰਗ ਦਾ ਮਾਮਲਾ ਹੁੰਦਾ ਹੈ ਕਿ ਕਦੋਂ ਕਿਹੜੀ ਟਾਈਮ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਮਲ 'ਚ ਲੈ ਕੇ ਆਉਣੀ। ਹਾਂਜੀ, 2-3 ਦਿਨ ਪਹਿਲਾਂ ਬਿਆਨ ਆਇਆ ਸੀ ਜੀ ਕੇਂਦਰ ਦੇ ਮੰਤਰੀ ਦਾ ਕਿ ਇਹ ਸਭ ਅਫਵਾਹਾਂ ਨੇ, ਅਸੀਂ 에ਅਰ ਇੰਡੀਆ ਵੇਚ ਨਹੀਂ ਰਹੇ ਤੇ ਨਾ ਹੀ ਟਾਟਾ ਨਾਲ ਕੋਈ ਗੱਲ ਚੱਲ ਰਹੀ ਆ, ਤੇ 에ਅਰ ਇੰਡੀਆ ਹੁਣ ਟਾਟਾ ਦੀ ਹੋ ਗਈ। ਭਾਵੇਂ ਬਣਾਈ ਵੀ ਉਹਨਾਂ ਨੇ ਸੀਗੀ, 18,000 ਕਰੋੜ 'ਚ 에ਅਰ ਇੰਡੀਆ ਵੇਚ ਦਿੱਤੀ ਗਈ ਆ। ਭਾਵੇਂ ਵੇਖਣ ਨੂੰ ਲੱਗਦਾ ਕਿ ਬਹੁਤ ਕੁਝ ਹੋਰ ਵੇਚ ਦਿੱਤਾ ਇਹਨਾਂ ਨੇ, ਕੋਈ ਬਹੁਤੀ ਵੱਡੀ ਖਬਰ ਨਹੀਂ, ਕੋਈ ਲੋਕਾਂ ਨੂੰ ਇਹਦੀ ਨਾਲ ਹੈਰਾਨਗੀ ਨਹੀਂ ਹੋਣੀ, ਪਰ ਇੱਕ ਭਾਵਨਾ ਹੁੰਦੀ ਆ ਦੇਸ਼ ਪ੍ਰਤੀ। ਜਦੋਂ 에ਅਰ ਇੰਡੀਆ ਦਾ ਜਹਾਜ਼ ਖੜਾ ਦੇਖਦੇ ਹਾਂ ਅਸੀਂ, ਲੰਘਦੇ ਹਾਂ ਹੀਥਰੋ ਅੱਡੇ ਤੇ ਜਾਂ ਟੋਰਾਂਟੋ ਅੱਡੇ ਤੇ ਜਾਂ ਹਵਾਈ ਅੱਡੇ ਤੇ ਜਾਂ ਕਿਤੇ ਹੋਰ, ਤੇ ਫੀਲਿੰਗ ਆਉਂਦੀ ਹੈ ਕਿ ਆਪਣੇ ਦੇਸ਼ ਦਾ ਜਹਾਜ਼ ਖੜਾ, ਕਿਉਂਕਿ ਸਰਕਾਰੀ ਲੱਗਦਾ ਹੁੰਦਾ ਸੀਗਾ। ਹੁਣ ਜਦੋਂ ਭਾਵੇਂ 에ਅਰ ਇੰਡੀਆ ਹੋਊਗੀ ਟਾਟਾ ਦੀ, ਤੇ ਉਹ ਜਿਹੜੀ ਫੀਲਿੰਗ ਹੈ ਨਾ ਜੀ, ਉਹ ਕਿਤੇ ਨਾ ਕਿਤੇ ਸਾਡੇ ਮਨਾਂ 'ਚੋਂ ਉਹ ਨਹੀਂ ਆਏਗੀ। ਹਾਂ, ਆਮ ਸਧਾਰਨ ਭਾਰਤੀ ਨੂੰ ਭਾਵੇਂ ਨਾ ਲੱਗੇ, ਘੱਟੋ ਘੱਟ ਜਿਹੜੇ ਲੋਕ ਅੱਜ ਕੱਲ੍ਹ ਸਫ਼ਰ ਕਰਦੇ ਨੇ, ਬਾਹਰ ਅੰਦਰ ਜਾਂਦੇ ਨੇ, ਉਹਨਾਂ ਨੂੰ ਇਹ ਫੀਲਿੰਗ ਜ਼ਰੂਰ ਹੋਊਗੀ ਕਿ ਹੁਣ ਇਹ ਸਾਡੇ ਦੇਸ਼ ਦਾ ਜਹਾਜ਼ ਨਹੀਂ ਹੈ, ਕਿਸੇ ਕਾਰਪੋਰੇਟ ਅਦਾਰੇ ਦਾ ਜਹਾਜ਼ ਖੜਾ ਆ। ਜਿਹੜੀ ਅਸੀਂ ਫੀਲਿੰਗ ਲੈਂਦੇ ਹੁੰਦੇ ਸੀਗੇ ਸਫ਼ਰ ਕਰਦਿਆਂ ਕਿ ਇਹ ਭਾਰਤੀ ਹਵਾਈ ਜਿਹੜੀ ਆ ਉਹ ਇੱਕ ਹੈ ਕੰਪਨੀ ਭਾਰਤ ਸਰਕਾਰ ਦੀ, ਸਾਡੀ ਆਪਣੀ, ਉਹ ਆਪਣਾਪਣ ਹੁਣ 'ਚੋਂ ਗਾਇਬ ਹੋਏਗਾ ਕਿਤੇ। ਬਿਲਕੁਲ ਤੁਸੀਂ ਕਹਿ ਰਹੇ ਹੋ, ਨਿੱਕੇ ਨਿੱਕੇ ਮੁਲਕ ਨੇ ਜਿਨ੍ਹਾਂ ਦੀ ਆਪੋ ਆਪਣੀਆਂ 에ਅਰਲਾਈਨਸ ਨੇ ਸਰਕਾਰੀ ਤੌਰ ਦੇ ਉੱਤੇ। ਅੱਜ ਤੋਂ ਅਧਿਕਾਰਤ ਤੌਰ ਦੇ ਉੱਤੇ ਭਾਰਤ ਦੀ ਕੋਈ ਵੀ 에ਅਰਲਾਈਨ ਨਹੀਂ ਰਹੇਗੀ। ਭਾਰਤ ਸ਼ਾਇਦ ਬਹੁਤ ਜਿਹੜੇ ਘੱਟ ਹੋਰ ਮੁਲਕ ਹੋਣਗੇ ਜਿਨ੍ਹਾਂ ਦੀ ਆਪਣੀ ਕੋਈ 에ਅਰਲਾਈਨ ਨਹੀਂ, ਤੇ ਭਾਰਤ ਵਰਗੇ ਮੁਲਕ, ਘੱਟੋ ਘੱਟ ਵਿਕਾਸਸ਼ੀਲ ਮੁਲਕ ਜਿਹੜੇ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੋਣ ਦਾ ਦਾਅਵਾ ਭਰਦੇ ਆ ਕਿ ਅਸੀਂ 2025 'ਚ ਬੜੀ ਵੱਡੀ ਤਾਕਤ ਬਣ ਜਾਣਾ, ਉਸ ਭਾਰਤ ਵਰਗੇ ਮੁਲਕ ਦੀ ਆਪਣੀ ਕੋਈ ਅਧਿਕਾਰਤ 에ਅਰਲਾਈਨ ਦਾ ਨਾ ਰਹਿਣਾ ਇਹ ਨਮੋਸ਼ੀ ਵਾਲਾ ਪਲ ਤਾਂ ਹੈ। ਜਵਾਹਰ ਲਾਲ ਨਹਿਰੂ ਹੋਰਾਂ ਨੇ ਟਾਟਾ ਤੋਂ ਲੈ ਕੇ ਇਹਨੂੰ ਕੌਮੀਕ੍ਰਿਤ ਕੀਤਾ ਸੀ 에ਅਰਲਾਈਨ ਨੂੰ। ਪਹਿਲਾਂ ਇੰਡੀਅਨ 에ਅਰਲਾਈਨ ਗਈ, ਹੁਣ ਇਹ ਗਈ, ਤੇ ਕੁਝ ਵੀ ਨਹੀਂ ਹੈ ਸਾਡੇ ਪੱਲੇ ਹੁਣ। ਸਾਡੀ ਜਿਹੜੀ ਮਤਲਬ ਆਕਾਸ਼ ਦੇ ਵਿੱਚ ਅੰਬਰ 'ਚ ਜਦੋਂ ਕੋਈ ਜਹਾਜ਼ ਉੱਡਿਆ ਕਰੇਗਾ, ਉੱਥੇ ਭਾਰਤ ਦੀ ਨੁਮਾਇੰਦਗੀ ਕਿਤੇ ਨਹੀਂ ਹੈ। ਭਾਰਤ ਦੀ ਨੁਮਾਇੰਦਗੀ ਨਾ ਹੋਣਾ ਤੇ 18,000 ਕਰੋੜ ਰੁਪਏ ਦੇ ਵਿੱਚ ਟਾਟਾ ਨੂੰ ਵੇਚ ਦੇਣਾ, ਕਰਜ਼ੇ ਦੇ ਵਿੱਚ ਸੀ, ਬਹੁਤ ਜ਼ਿਆਦਾ ਕਰਜ਼ਾ ਸੀ, ਤੇ ਰਤਨ ਟਾਟਾ ਹੋਰਾਂ ਨੇ ਵੈਲਕਮ ਕਿਹਾ ਇਹਨੂੰ ਵੀ, ਵੈਲਕਮ ਇੰਡੀਅਨ 에ਅਰਲਾਈਨ ਜਿਹੜੀ ਇਹਨਾਂ ਦੀ ਟਾਟਾ ਦੀ 에ਅਰਲਾਈਨ ਸ਼ੁਰੂ ਕੀਤੀ ਸੀ, ਤੇ ਹੁਣ 68 ਸਾਲਾਂ ਬਾਅਦ ਫਿਰ ਟਾਟਾ ਨੇ ਉਹ ਲੈ ਲਈ ਹੈ 18,000 ਕਰੋੜ ਤੇ 2,500 ਕਰੋੜ ਦਾ ਕੈਸ਼ ਇਹਦੇ ਵਿੱਚ ਸਰਕਾਰ ਨੂੰ ਮਿਲਣਾ। ਬਾਕੀ ਦੇਖਿਆ ਜਾਏਗਾ ਕਿਵੇਂ ਕੁਰਜ਼ਿਆਂ ਦਾ ਸਾਰੀਆਂ ਚੀਜ਼ਾਂ ਦਿਖ ਰਹੀਆਂ, ਪਰ ਰਤਨ ਟਾਟਾ ਨੇ ਕਿਹਾ ਕਿ ਇਹਨੂੰ ਫੇਰ ਤੋਂ ਖੜਾ ਕਰਨ 'ਚ ਬਹੁਤ ਜ਼ਿਆਦਾ ਮਿਹਨਤ ਲੱਗੇਗੀ। ਕਈ ਸਾਲਾਂ ਤੋਂ 5-6 ਸਾਲਾਂ ਤੋਂ ਇਹ 에ਅਰਲਾਈਨ ਜਿਹੜੀ ਵੇਚਣ ਦੀ ਕੋਸ਼ਿਸ਼ ਹੋ ਰਹੀ ਸੀ ਤੇ ਵਿਕਦੀ ਨਹੀਂ ਸੀ, ਕਈ ਵਾਰ ਨਿਲਾਮੀ ਦੀਆਂ ਗੱਲਾਂ ਹੋਈਆਂ, ਪਰ ਆਖਰਕਾਰ ਟਾਟਾ ਨੇ ਇਹ ਖਰੀਦ ਲਈ ਹੈ ਤੇ ਸਾਡੀ ਨੁਮਾਇੰਦਗੀ ਆਕਾਸ਼ ਦੇ ਵਿੱਚ ਹਵਾਈ ਜਹਾਜ਼ ਰਾਹੀਂ ਜਿਹੜੀ ਸੀ ਭਾਰਤ ਨੂੰ ਖਤਮ ਜੀ। ਉਹ ਫੀਲਿੰਗ ਨਹੀਂ ਆਏਗੀ ਜੀ, ਉਹ ਆਪਣੇਪਨ ਦੀ ਫੀਲਿੰਗ ਮੈਂ ਸ਼ਬਦ ਵਰਤਿਆ, ਤੁਸੀਂ ਕਿਹਾ ਆਪਣੀ ਨੁਮਾਇੰਦਗੀ। ਭਾਰਤੀ ਨਾਗਰਿਕਾਂ ਨੂੰ ਲੱਗੇਗਾ ਕਿਤੇ ਕਿ ਅਸੀਂ ਕਿਸੇ ਕਾਰਪੋਰੇਟ ਦੇ ਅਦਾਰੇ ਵਿੱਚ ਜਾ ਰਹੇ ਹਾਂ। ਜਿਹੜੀ ਉਹ 에ਅਰ ਇੰਡੀਆ ਸੀ ਆਪਣੀ ਲੱਗਦੀ ਸੀ, ਹੁਣ ਉਹ ਆਪਣੀ ਨਹੀਂ ਰਹੇਗੀ। ਬੜੇ ਮਾਣ ਨਾਲ ਮੈਨੂੰ ਲੱਗਦਾ ਜਦੋਂ ਸਾਡੇ ਪੰਜਾਬੀ ਭਰਾ 2-2 ਪੈਗ ਲਾ ਕੇ ਨਾ 에ਅਰ ਇੰਡੀਆ ਵਿੱਚ ਵੀ, ਤੇ ਜਿਸ ਤਰੀਕੇ ਨਾਲ ਬਿਹੇਵੀਅਰ ਕਰਦੇ ਨੇ ਉੱਥੋਂ ਦੇ ਸਟਾਫ ਨਾਲ, ਜਿੱਦਾਂ ਉਹ ਸਾਡੇ ਆਪਣੇ ਮੁਲਾਜ਼ਮ ਹੁੰਦੇ ਆ, ਉਹਨਾਂ ਨੂੰ ਜਿਸ ਤਰ੍ਹਾਂ ਕਰਦੇ ਆ, ਕਈ ਵਾਰ ਉਹ ਅਜੀਬ ਵੀ ਲੱਗਦਾ, ਪਰ ਕਿਉਂਕਿ ਉੱਥੇ ਆਪਣਾਪਣ ਦਾ ਅਹਿਸਾਸ ਹੁੰਦਾ, ਉਹ ਅਹਿਸਾਸ ਹੁਣ ਸਾਡੇ ਕੋਲ ਨਹੀਂ ਰਹੇਗਾ। ਬਿਲਕੁਲ ਠੀਕ ਕਿਹਾ ਤੁਸੀਂ, ਇਹ ਅਹਿਸਾਸ ਜਿਹੜਾ ਉਹ ਖਤਮ ਹੋ ਗਿਆ। ਹੌਲੀ ਹੌਲੀ ਬਾਕੀ ਮਾਮਲਿਆਂ 'ਚ ਵੀ ਇੱਦਾਂ ਹੋਣ ਵਾਲਾ ਹੈ, ਬਹੁਤ ਮਾਮਲਿਆਂ 'ਚ ਹੋ ਚੁੱਕਾ ਹੈ। ਬਹੁਤ ਬਹੁਤ ਸ਼ੁਕਰੀਆ ਦਸਾਂਝ ਸਾਹਿਬ, ਤੁਹਾਡਾ ਸਮਾਂ ਹੋ ਗਿਆ, ਫਿਰ ਮਿਲਦੇ ਆ ਜੀ। ਵੀਕਐਂਡ ਆ ਗਿਆ, ਵੀਕਐਂਡ ਤੋਂ ਬਾਅਦ ਆਪਾਂ ਮਿਲਦੇ ਹਾਂ। ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਆਰਪੀ ਦੀ ਦੌੜ ਵਿੱਚ ਸ਼ਾਮਿਲ ਅਸੀਂ ਕਰਦੇ ਹਾਂ